सतनाम करता पुरख निर्भव निर्वैर अकाल अजूनी सैभं गुर प्रसाद इक ओंकार सतनाम करता निर्वैर अकाल मूरत अजूनी सैभं गुर प्रसाद इक ओंकार सतनाम करता पुरख निर्वैर अकाल मूरत अजूनी सैभं गुर प्रसाद इक ओंकार सतनाम करता पुरख निर्भव निर्वैर अकाल मूरत अजूनी सैभं गुर प्रसाद इक ओंकार सतनाम करता पुरख निर्भव निर्वैर अकाल मूरत अजूनी सैभं गुर प्रसाद वाहे गुरु वाहे गुरु वाहे गुरु वाहे गुरु वाहे गुरु दंडोत बंदन अनेक बार सरब कला समरथ डोलन ते राखो प्रभु नानक दे कर हथ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਾਂ ਦੇ ਨਾਲ ਜੁੜ ਰਹੇ ਸਤਸੰਗੀ ਜਨੋ, ਆਪ ਜੀ ਸਾਰੇ ਹੀ ਧੰਦਾ ਦੇ ਪਾਤਰ ਹੋ ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਚਾਰਾਂ ਦੇ ਨਾਲ ਗੱਲਾਂ ਕਰ ਰਹੇ ਹਾਂ। ਸੋ ਅੱਜ ਆਪਾਂ ਵੀਰ ਜੀ ਹਰਵਿੰਦਰ ਸਿੰਘ ਜੀ ਪੁਣੇ ਵਾਲਾ ਕੋਲੋਂ ਗੁਰਮਤਿ ਵਿਚਾਰਾਂ ਦੀ ਸਾਂਝ ਕਰਨਗੇ ਵੀਰ ਜੀ। ਸੋ ਆਓ ਵਿਚਾਰ ਕਰਨ ਤੋਂ ਪਹਿਲਾਂ ਸਾਰੇ ਹੀ ਜੁੜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਹਰਵਿੰਦਰ ਸਿੰਘ ਜੀ। ਜੋ ਬੁਲਾਵੇ ਹੈ ਤਿਉ ਬੋਲੇ ਸੁਆਮੀ, ਕੁਦਰਤ ਕਵਨ ਹਮਾਰੀ। ਵੀਰ ਜੀ ਆਵਾਜ਼ ਨਹੀਂ ਆ ਰਹੀ, आवाज नहीं आ रही। आ रही है जी, आवाज आ रही है जी। क्यों बुलावे हैं क्यों बोले स्वामी, कुदरत कवन हमारी। साध संग नानक जस गायो, जो प्रभ की अत प्यारी। ਅਸੀਂ ਜਿਹੜਾ ਅੱਜ ਦਾ ਵਿਸ਼ਾ ਵੈਸੇ ਜਿੰਨਾ ਨਿਮਾਣਾ ਜਾਂ ਯਤਨ ਗੁਰੂ ਮੇਰ ਕਰਵਾ ਕੇ, ਕੁਦਰਤ ਕੌਣ ਹਮਾਰੀ, ਸਾਡੀ ਤਾਂ ਆਪਣੀ ਕੋਈ ਔਕਾਤ ਹੈ ਨਹੀਂ, ਫਿਰ ਵੀ ਸਾਂਝੀ ਜਿਤਨੀ ਵੀ ਗੁਰੂ ਨੇ ਜੋ ਸਾਨੂੰ, ਜੋ ਸਾਡਾ ਮਨੁੱਖਾ ਜਨਮ ਨੂੰ ਕਾਮਯਾਬ ਕਰਨ ਦੇ ਜੋ ਸਾਨੂੰ ਫਾਰਮੂਲਾ ਕਹਿ ਲਓ, ਮੰਤਰ ਕਹਿ ਲਓ ਨਾ, ਵੀ ਗੁਰੂ ਬੜਾ ਕਹਿੰਦੇ ਤੇਰੇ ਜ਼ਿੰਦਗੀ ਨੂੰ ਜੇ ਕਾਮਯਾਬ ਕਰਨਾ ਹੀ ਨਾ, ਕਹਿੰਦਾ ਇੱਕੋ ਤਰੀਕਾ ਹੈ, ਗੁਰ ਕਹਿਆ ਮਾਨ। ਜੋ ਗੁਰੂ ਕਹਿੰਦਾ ਉਹਨੂੰ ਮੰਨ ਲੈ। ਗੁਰ ਕਹਿਆ ਮਾਨ ਨਿਜ ਨਿਧਾਨ, ਸੱਚ ਜਾਨ ਮੰਤਰ ਇਹ। ਤੇਰੀ ਕਾਮਯਾਬੀ ਦਾ ਹੋਰ ਕੋਈ ਫਾਰਮੂਲਾ, ਹੋਰ ਕੋਈ ਮੰਤਰ ਨਹੀਂ। ਜੋ ਗੁਰੂ ਕਹਿੰਦਾ, ਜੋ ਗੁਰੂ ਕਹੇ ਸੋਈ ਭਲ ਮੰਨੋ। ਔਰ ਗੁਰੂ ਵੱਖ-ਵੱਖ ਸਿਚੁਏਸ਼ਨਸ ਵਿੱਚ ਵੱਖ-ਵੱਖ ਬੰਦਿਆਂ ਨੂੰ ਸੰਬੋਧਨ ਕਰਦੇ ਨੇ, ਭਾਵੇਂ ਕਦੀ ਕਿਸੇ ਪੰਡਤ ਨੂੰ ਕਹਿੰਦੇ ਹੋਣ, ਕਿਸੇ ਮੌਲਵੀ ਨੂੰ ਕਹਿੰਦੇ ਹੋਣ, ਕਿਸੇ ਕਿਰਸਾਨ ਨੂੰ ਕਹਿੰਦੇ ਹੋਣ, ਕਿਸੇ ਕਾਰੋਬਾਰੀ ਨੂੰ ਕਹਿੰਦੇ ਹੋਣ, ਇਹ ਸਾਰਿਆਂ ਵਿੱਚੋਂ ਮੈਸੇਜ ਸਾਡੇ ਸਾਰਿਆਂ ਵਾਸਤੇ ਕਹਿੰਦੇ, ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨ। ਕੋਈ ਜੇ ਕੋਈ ਹੋਰ ਹੋਵੇ ਨਾ, ਇੱਕ
ਅਸੀਂ ਜਦੋਂ ਸਾਡੇ ਨਾਮ ਤੋਂ ਅਸੀਂ ਕਿਤਨੇ ਸਪਸ਼ਟ ਹਾਂ, ਅਸੀਂ ਸਾਡੇ ਇਸ਼ਟ ਨੂੰ ਵੀ ਇੱਕ ਅਸੀਂ ਇਹਨੂੰ ਕਹਿੰਦੇ ਹੀ ਗੁਰੂ ਹਾਂ, ਅਸੀਂ ਆਪਣੇ ਆਪ ਨੂੰ ਅਖਵਾਉਂਦੇ ਹੀ ਸਿੱਖ ਹਾਂ। ਸਾਡੀ ਇਵਨ ਸਾਡੀ ਟਰਮੀਨੋਲੋਜੀ ਤੋਂ ਹੀ ਕਿਤਨਾ ਕਲੀਅਰ ਹੈ, ਸਾਡਾ ਸੰਬੰਧ ਗੁਰੂ ਦੇ ਨਾਲ ਜੋ ਹੈ ਨਾ, ਉਹ ਇੱਕ ਟੀਚਰ ਔਰ ਸਟੂਡੈਂਟ ਦੇ ਵਿੱਚ ਸੰਬੰਧ ਕੀ ਹੁੰਦਾ ਹੈ? ਗਿਆਨ ਦੇ ਆਦਾਨ ਪ੍ਰਦਾਨ ਦਾ। ਟੀਚਰ ਨੇ ਕੁਝ ਸਮਝਾਉਣਾ ਹੈ, ਅਸੀਂ ਉਹਦੇ ਕੋਲੋਂ ਕੁਝ ਸਿੱਖਣਾ ਹੈ। ਜਿਸ ਬੱਚੇ ਨੂੰ ਜ਼ਿੰਦਗੀ ਵਿੱਚ ਉਸਤਾਦ ਨਾ ਮਿਲਿਆ ਹੋਵੇ, ਟੀਚਰ ਨਾ ਮਿਲਿਆ ਹੋਵੇ, ਜੇ ਉਹ ਡਾਇਰੈਕਸ਼ਨਲੈਸ ਜੇ ਕੋਈ ਕੰਮ ਕਰੇ ਨਾ, ਤੇ ਫਿਰ ਉਦੋਂ ਬੰਦਾ ਕੁਝ ਗੱਲ ਸਮਝ ਸਕਦਾ, ਉਹਨੂੰ ਟੀਚਰ ਹੀ ਨਹੀਂ ਮਿਲਿਆ। ਲੇਕਿਨ ਜਿਹੜੇ ਅਸੀਂ ਆਪਣੇ ਆਪ ਨੂੰ ਸਿੱਖ ਅਖਵਾਉਂਦੇ ਹੋਈਏ, ਉਦੋਂ ਜਿਹੜਾ ਬਿਨਾਂ ਡਾਇਰੈਕਸ਼ਨਸ ਦੇ ਜਿਤਨੇ ਐਫਰਟਸ ਨੇ ਨਾ, ਅੱਜ ਅਸੀਂ ਇਤਨਾ ਅਸੀਂ ਕਹਿ ਲਓ ਨਾ ਵੀ ਸਾਡਾ ਸਾਰਾ ਇਤਨਾ ਜ਼ੋਰ ਕਿਉਂ ਲਾਉਂਦੇ ਆ ਕਿ ਸਾਡੇ ਬੱਚੇ ਪੜ੍ਹਾਈ ਕਰ ਲੈਣ? ਕਿਉਂਕਿ ਅਸੀਂ ਜਾਣਦੇ ਹਾਂ ਕਿ ਜਿਹੜਾ ਬੰਦਾ ਸੜਕ ਤੇ ਪੱਥਰ ਕੁੱਟਦਾ ਪਿਆ ਹੈ, ਉਹ ਵਿਚਾਰਾ ਮਜ਼ਦੂਰੀ ਤੇ ਬੜੀ ਕਰਦਾ ਹੈ, ਲੇਕਿਨ ਉਹਨੂੰ ਮਿਲਦਾ ਕੱਖ ਨਹੀਂ। ਗੁਰਮਤ ਦੀ ਦੁਨੀਆ ਦਾ ਵੀ ਗੁਰੂ ਸਾਡਾ ਟੀਚਰ ਹੈ। ਤੇ ਅਸੀਂ ਸਾਡਾ ਵਿਸ਼ਾ ਹੈ, ਅੱਜ ਦਾ ਵਿਸ਼ਾ ਅਸੀਂ ਲੈ ਕੇ ਚੱਲਣੇ ਪੈਣਾ ਵਿਚਾਰਨ ਦਾ, ਵੀ ਗੁਰਮਤ ਦੇ ਵਿਹੜੇ ਵਿੱਚ ਜੋ ਕਰਮ ਕਾਂਡ ਪੈ ਗਏ ਨੇ ਨਾ, ਤੇ ਜਿਹੜਾ ਗੁਰੂ ਇੱਕ ਪੱਖੋਂ ਨਾ ਬੜਾ ਸਪਸ਼ਟ ਹੈ, ਕਹਿੰਦਾ ਗਿਆਨਹੀਨਨ ਅਗਿਆਨ ਪੂਜਾ, ਅੰਧ ਵਰਤਾਰਾ ਭਾਵ ਹੈ ਦੂਜਾ। ਗੁਰੂ ਦੇ ਗਿਆਨ ਤੋਂ ਬਿਨਾਂ ਜਿਹੜਾ ਹੈ ਨਾ, ਉਹ ਹਾਲਤ ਕੀ ਹੋ ਜਾਂਦੀ ਹੈ? ਕਹਿੰਦਾ ਕਣ ਨਾਹੀ ਤੋਹ ਗਾਹਨ ਲਾਗੇ, ਧਾਏ ਧਾਏ ਦੁੱਖ ਪਾਈ। ਜਿਸ ਕਣੀ ਵਿੱਚ ਮਨੋ ਜਦੋਂ ਕੋਈ ਵੀ ਗ੍ਰੇਨ ਜਿਹੜਾ ਨਾ ਉਹ ਝਾੜ ਉਹਦਾ ਉਗਦਾ ਹੈ, ਉਹਦੇ ਉੱਤੇ ਹਸਕ ਹੁੰਦਾ ਹੈ, ਉਹਦੇ ਅੰਦਰੋਂ ਫਿਰ ਨਾ ਅੰਦਰ ਇੱਕ ਦਾਣੇ ਨਿਕਲਦੇ ਨੇ। ਜੇ ਅੰਦਰ ਦਾਣਾ ਹੀ ਨਾ ਹੋਵੇ, ਉਹਦੇ ਵਾਸਤੇ ਜਿਹੜਾ ਉਹ ਦਾਣਾ ਕੱਢਣ ਵਾਸਤੇ ਉਹਦੀ ਪਹਿਲਾਂ ਥ੍ਰੈਸ਼ਿੰਗ ਹੁੰਦੀ ਹੈ, ਉਹਨੂੰ ਕੁੱਟਿਆ ਜਾਂਦਾ ਹੈ, ਉਹਨਾਂ ਤੇ ਜਾਨਵਰ ਚਲਾਇਆ ਜਾਂਦਾ ਹੈ। ਲੇਕਿਨ ਜੇ आवाज ही नहीं आ रही, स्टॉप हो गई। ਜੇ ਉਸ ਕਰਮ ਤੋਂ ਜੇ ਅਲਟੀਮੇਟਲੀ ਦਾਣਾ ਨਾ ਹੁਣ ਆ ਰਹੀ ਆਵਾਜ਼ ਜੀ? ਹਾਂਜੀ ਹਾਂਜੀ ਵੀਰ ਜੀ, ਬਿਲਕੁਲ। ਗੁਰੂ ਦੇ ਡਾਇਰੈਕਸ਼ਨਸ ਤੋਂ ਬਿਨਾਂ ਜਿਹੜਾ ਕੀਤਾ ਹੋਇਆ ਕੰਮ ਹੈ ਨਾ, ਇੱਕ ਜਿਹੜਾ ਭਗਤ ਤ੍ਰਿਲੋਚਨ ਜੀ ਦਾ ਸ਼ਬਦ ਹੈ, ਮੈਂ ਕਾਹੇ ਜਪੋਰੇ ਕਾਹੇ ਤਪੋਰੇ ਕਾਹੇ ਬਿਲੋਵੇ ਪਾਣੀ, ਲੱਖ 84 ਜਿਨ ਉਪਾਈ ਸੋ ਸਿਮਰੇ ਮੁਰਬਾਨੀ, ਕਾਏ ਕਮੰਡਲ ਕਾਕੜੀ ਆਰੇ हर मंगल आता है। ਕਾਹੇ ਫਿਰਦੇ। ਵੀਰ ਜੀ ਆਪਣੇ ਆਪ ਨੂੰ ਅਨਮਿਊਟ ਕਰ ਲਓ। ਮੈਂ ਕੀਤਾ ਹੈ, ਪਰ ਫਿਰ ਘੜੀ ਘੜੀ ਆਪਣੇ ਆਪ ਉਹ ਮਿਊਟ ਹੋਈ ਜਾ ਰਿਹਾ, ਪਤਾ ਨਹੀਂ। ਉੱਥੇ ਕਹਿੰਦੇ ਬਦਤ ਤ੍ਰਿਲੋਚਨ ਸੁਣ ਰੇ ਪ੍ਰਾਣੀ, ਕਣ ਬਿਨ ਗਾਹ ਕੇ ਪਾਈ। ਜਿਸ ਕਰਮ ਵਿੱਚ ਕਮੀ ਨਾ ਹੋਵੇ, ਉਹਦੇ ਵਾਸਤੇ ਗਾਹ ਜਿਹੜਾ ਪਾਣਾ ਹੈ ਨਾ, ਉਹ that effort is going to go waste। ਅੱਛਾ, ਜੇ ਗਿਆਨ ਸਾਡੀ ਜ਼ਿੰਦਗੀ ਅੰਦਰ ਬਹੁਤ ਇੰਪੋਰਟੈਂਟ ਹੈ, ਲੇਕਿਨ ਫਿਰ ਗੁਰੂ ਇੱਕ ਗੱਲ ਹੋਰ ਕਰਦੇ ਨੇ, ਐਸਾ ਨਾ ਹੋਵੇ ਕਿ ਗਿਆਨ ਤੋਂ ਗੁਰੂ ਨੂੰ ਛੱਡ ਕੇ ਕਿਸੇ ਹੋਰ ਦਾ ਲਈ ਬੈਠੇ। ਗਿਆਨ ਤੇ ਗਿਆਨ ਹੈ। ਗਿਆਨ ਕਿਹੜਾ ਤੇਰਾ ਸਹਾਇਕ ਕਿਹੜਾ ਗਿਆਨ ਹੋਏਗਾ? ਗੁਰੂ ਕਹਿੰਦੇ ਨੇ ਗੁਰ ਬਿਨ ਗਿਆਨ। ਕੁਝ 3-4 ਚੀਜ਼ਾਂ ਦੀ ਗਿਣਤੀ ਕਰਦੇ ਪਏ ਨੇ। ਉਹ ਕਹਿੰਦੇ ਨੇ ਕਿ ਜੇ ਉਹ ਆਪਣੇ ਮੂਲ ਤੋਂ ਟੁੱਟੇ, ਕਹਿੰਦੇ ਨੇ ਗੁਰ ਬਿਨ ਗਿਆਨ, ਧਰਮ ਬਿਨ ਧਿਆਨ, ਸੱਚ ਬਿਨ ਸਾਖੀ। ਕਹਿੰਦੇ ਇਹਦੇ ਅੱਗੇ ਕਹਿੰਦੇ ਨੇ ਇਹ ਮੂਲੋਂ ਨਾ ਬਾਕੀ ਨੇ। ਜਿਹੜਾ ਗਿਆਨ ਗੁਰੂ ਕੋਲੋਂ ਮਿਲਿਆ ਹੋਇਆ ਗਿਆਨ ਨਹੀਂ, ਉਹ ਗਿਆਨ ਕਿਸੇ ਅਰਥ ਦਾ ਨਹੀਂ। ਗੁਰ ਬਿਨ ਗਿਆਨ, ਧਰਮ ਬਿਨ ਧਿਆਨ, ਕੇਵਲ ਮੈਡੀਟੇਸ਼ਨ ਕਰਦੇ ਰਹਿਣਾ, ਕਿਸੇ ਐਬਸਟਰੈਕਟ ਚੀਜ਼ ਨੂੰ ਆਪਣੇ ਦਿਮਾਗ ਵਿੱਚ ਸੋਚੀ ਰੱਖਣਾ। ਧਰਮ ਕੀ ਹੈ? ਜੋ ਤੁਧ ਭਾਵੇ ਸੋ ਸੱਚ ਧਰਮ। ਜੋ ਰੱਬ ਨੂੰ ਠੀਕ ਲੱਗਦਾ ਨਾ, ਉਹ ਧਰਮ ਹੈ। ਲੇਕਿਨ ਕੇਵਲ ਧਿਆਨ ਰੱਖੀ ਰੱਖਣਾ, ਇਹ ਧਿਆਨ ਲਗਾਈ ਰੱਖਣਾ ਕਿ ਮੇਰਾ ਧਿਆਨ ਲੱਗਿਆ ਜਾਂ ਨਹੀਂ ਲੱਗਿਆ। ਤੂੰ ਜ਼ਿੰਦਗੀ ਦੀ ਪੜਚੋਲ ਕਰਨੀ ਸੀ ਕਿ ਮੇਰੀ ਹਰ ਕਿਰਿਆ ਦੇ ਵਿੱਚ ਧਰਮ ਹੈ ਜਾਂ ਨਹੀਂ। ਇਹ ਧਿਆਨ ਜ਼ਰੂਰ ਰੱਖਣਾ ਸੀ।
ਇੱਕ ਧਿਆਨ ਹੁੰਦਾ ਹੈ ਮੈਡੀਟੇਸ਼ਨ ਵਾਲਾ, ਇੱਕ ਧਿਆਨ ਹੁੰਦਾ ਹੈ ਐਜੂਕੇਸ਼ਨ ਵਾਲਾ। देखो ਗੁਰਮਤਿ ਦਾ अंतर्यामी ਧਿਆन ਐਜੂਕੇਸ਼ਨ ਵਾਲਾ ਹੈ। ਜਿਹੜਾ ਅਕਾਲ ਪੁਰਖ ਹੈ ਗੁਰੂ ਕਹਿੰਦਾ ਇਤਨਾ ਹੈ ਕਿ ਉਸਨੇ ਬੁੱਢੀ ਮਾਈ ਜੀ ਨੂੰ ਖੁਦ ਬੁਲਾ ਕੇ ਉਹ ਦੋ ਪ੍ਰਸ਼ਾਦੇ ਆਪ ਵੀ ਖਾਏ ਤੇ ਉਹਨਾਂ ਚੋਂ ਸੀਸ ਪ੍ਰਸਾਦ ਉਸਨੂੰ ਵੀ ਦੇ ਕੇ ਤੇ ਉਹਨੂੰ ਸ਼ਾਂਤੀ ਦੇ ਦਿੱਤੀ। ਉਹਨੇ ਕਿਹਾ ਅਗਰ ਮੈਨੂੰ ਸ਼ਾਂਤ ਕਰ ਦਿਓ ਮੈਂ ਹੋਰ ਇਸ ਤੋਂ ਜ਼ਿਆਦਾ ਤੁਹਾਨੂੰ ਕੁਝ ਨਹੀਂ ਦੇ ਸਕਦੀ। ਵਾਹਿਗੁਰੂ ਤਾਂ ਬਹੁਤ ਵੱਡਾ ਜੇਵਟ ਆਪ ਤੇਵਟ ਤੇ ਜੀਦਾ ਅਸੀਂ ਕਿਰਪਾ ਦ੍ਰਿਸ਼ਟਨ ਜਾਈ ਨਹੀਂ ਹਰਿਓ ਤਾਕੇ ਤਾਪ ਤਨਕ ਮੋ ਹਰ ਹੋ ਪ੍ਰੀਤ ਸਿੱਧ ਘਰ ਮੋ ਸਭ ਹੋਈ ਤੇ ਦੁਸ਼ਟ क्षमा छह सके और की आईडी है वो बोल रही है, ਉਹਨੂੰ ਬੰਦ ਕਰਾਓ ਜੀ। ਇਹ ਆਪ ਦੀ ਆਵਾਜ਼ ਆਣੀ ਬੰਦ ਹੋ ਗਈ ਜੀ। ਇਹ ਹੋਰ ਕੋਈ ਆਵਾਜ਼ ਆਣੀ ਸ਼ੁਰੂ। ਜਿਹੜੀ ਅਸੀਂ ਗੱਲ ਕਰਦੇ ਪਏ ਸੀ ਨਾ, ਜਿਹੜਾ ਗਿਆਨ ਹੋਵੇ, ਗਿਆਨ ਦੀ ਲੋੜ ਬੜੀ ਹੈ, ਲੇਕਿਨ ਗੁਰੂ ਤੋਂ ਬਿਨਾ ਗਿਆਨ, ਧਰਮ ਤੋਂ ਬਿਨਾ ਧਿਆਨ ਤੇ ਸੱਚ ਤੋਂ ਬਿਨਾ ਸਾਖੀ। ਸਾਖੀ ਦਾ ਮਤਲਬ ਕਹਿ ਲੋ, ਗਵਾਹੀ ਕਹਿ ਲੋ ਜਾਂ ਸਿੱਖਿਆ ਕਹਿ ਲੋ। ਜਿਸ ਗਵਾਹੀ ਵਿੱਚ ਸੱਚ ਨਾ ਹੋਵੇ ਨਾ, ਗੁਰੂ ਕਹਿੰਦਾ ਉਹ ਲੈਣ ਜੋਗੀ ਨਹੀਂ। ਕਿਉਂਕਿ ਹਰ ਬੰਦਾ ਕਰਮ ਵਿੱਚ ਲੱਗਿਆ ਹੋਇਆ, ਕਰਮ ਕਾਂਡ ਵਿੱਚ ਬੰਦਾ ਨਾ ਦੁਨੀਆ ਬਹੁਤ ਲੱਗਿਆ ਹੋਇਆ, ਲੇਕਿਨ ਉਸ ਚੋਂ ਬਹੁਤਾਤ ਕਿਵੇਂ ਵੇਂ? ਕਹਿੰਦਾ ਸਤਿਗੁਰੂ ਪੂਛ ਨਾ ਮਾਰਗ ਚਾਲੀ। ਜਿਹੜਾ ਗੁਰੂ ਨੂੰ ਨਾ ਪੁੱਛਣ ਵਾਲਾ ਬੰਦਾ ਹੈ ਨਾ, ਗੁਰੂ ਸਾਹਿਬ ਇੱਕ ਥਾਂ ਤੇ ਕਹਿੰਦੇ ਨੇ ਮਨਮੁਖ ਭਗਤ ਕਰੈ ਬਿਨ ਸਤਿਗੁਰ। ਉਹਨੇ ਵੀ ਆਪਣੇ ਪ੍ਰਥਾਈ ਨਾਲ ਉਹਨੇ ਆਪਣੀ ਜ਼ਿੰਦਗੀ ਦੇ ਕੁਝ ਨਿਯਮ, ਕੁਝ ਨੇਮ ਬਣਾ ਲਿੱਤੇ ਨੇ। ਕਹਿੰਦੇ ਮਨਮੁਖ ਕਰਮ ਕਰੈ, ਮਨਮੁਖ ਭਗਤ ਕਰੈ ਬਿਨ ਸਤਿਗੁਰੂ। ਗੁਰੂ ਆਪਕੋ ਸਪਸ਼ਟ ਕਹਿੰਦੇ ਨੇ ਬਿਨ ਸਤਿਗੁਰੂ ਭਗਤ ਨਾ ਹੋਈ ਰਾਮ। ਗੁਰੂ ਤੋਂ ਬਿਨਾ ਭਗਤੀ ਹੋ ਹੀ ਨਹੀਂ ਸਕਦੀ। ਕਈ ਬੰਦਿਆਂ ਦਾ ਨਾ, ਫਿਰ ਕਈ ਬੰਦੇ ਮੰਨਦੇ ਨੇ ਕਿ ਸਾਡੇ ਜੇ ਤੁਸੀਂ ਐਫਰਟ ਕਰੋਗੇ ਨਾ ਤੇ ਰੱਬ ਉਸ ਨੂੰ ਫਲੀਫੂਦ ਕਰਦਾ ਹੀ ਕਰਦਾ। ਕਈਆਂ ਦਾ ਬਿਲੀਫ ਹੈ ਤੁਸੀਂ ਡਾਇਰੈਕਸ਼ਨਲੈਸ ਕਰੋ ਜਾਂ ਡਾਇਰੈਕਸ਼ਨ ਰੱਖ ਕੇ ਕਰੋ। ਉਹ ਆਮ ਤੌਰ ਤੇ ਨਾ ਇੱਕ ਸ਼ਬਦ ਨੂੰ ਨਾਲ ਕੋਟ ਕਰਦੇ ਨੇ, ਕਹਿੰਦੇ ਪਤਤ ਪਾਵਨ ਹਰ ਬਿਰਧ ਸਦਾਏ ਇੱਕ ਤਿਲ ਨਹੀਂ ਭੰਨੇ ਘਾਲੇ। ਉਹ ਤੇਰੀ ਕੀਤੀ ਹੋਈ ਮਿਹਨਤ ਦਾ ਇੱਕ ਤਿਲ ਵੀ ਵੇਸਟ ਨਹੀਂ ਜਾਣ ਦਿੰਦਾ। ਇੱਥੇ ਵਰਡ ਆ ਰਿਹਾ ਇੱਕ ਤਿਲ ਨਹੀਂ ਭੰਨੇ ਘਾਲੇ। ਲੇਕਿਨ ਅਸੀਂ ਗੁਰਬਾਣੀ ਤੋਂ ਉਹ ਸ਼ਬਦ ਵੀ ਉਹਨਾਂ ਦੇ ਦਰਸ਼ਨ ਕਰ ਸਕਣਾ ਜਿੱਥੇ ਗੁਰੂ ਕਹਿ ਰਿਹਾ ਜੋ ਪਾਤਰ ਕੀ ਪਾਈ ਪਾਏ ਤਿਨ ਕੀ ਘਾਲ ਅਜਾਈ ਜਾਏ। ਇੱਕ ਥਾਂ ਦੇ ਗੁਰੂ ਸਾਹਿਬ ਕਹਿੰਦੇ ਕਬੀਰ ਮਹਿੰਦੀ ਕਰਕੇ ਘਾਲਿਆ। ਮਹਿੰਦੀ ਨੂੰ ਬੜਾ ਪੀਸਿਆ ਜਾਂਦਾ, ਬੜਾ ਬਰੀਕ ਕੀਤਾ ਜਾਂਦਾ ਹੈ। ਮਹਿੰਦੀ ਕਰਕੇ ਘਾਲਿਆ ਆਪ ਪਿਸਾਏ ਤੈ ਸ਼ਹਿ ਬਾਤ ਨਾ ਪੁੱਛਿਆ ਕਬਹੂ ਨਾ ਲਾਈ ਪਾਏ। ਜਦੋਂ ਮੈਂ ਡਾਇਰੈਕਸ਼ਨਲੈਸ ਜਦੋਂ ਕੰਮ ਕੀਤੇ ਨਾ ਜ਼ਿੰਦਗੀ ਦੇ ਅੰਦਰ, ਮਤਾਂ ਅਸੀਂ ਸਮਝੀ ਕਿ ਸਾਡੇ ਕੀਤੇ ਹੋਏ ਕੰਮ ਜਿਹੜੇ ਨਾ ਉਹ ਪ੍ਰਵਾਨ ਹੋ ਜਾਣਗੇ। ਤੇ ਔਰ ਜਦੋਂ ਸਾਡੇ ਕੋਲ ਤੇ ਗੁਰੂ ਬਿਲਕੁਲ ਸਾਖਸ਼ਾਤ ਹੈ ਸਾਹਮਣੇ, ਔਰ ਜੇ ਅਸੀਂ ਗੁਰਮਤ ਨੂੰ ਢੂੰਡਣਾ ਨਾ, ਅਸੀਂ ਕਈ ਵਾਰ ਗੁਰਮਤ ਨੂੰ ਗੁਰਬਾਣੀ ਦੇ ਦਾਇਰੇ ਤੋਂ ਬਾਹਰ ਢੂੰਡਣਾ ਸ਼ੁਰੂ ਕਰ ਦਿੰਦੇ ਹਾਂ। ਗੁਰਬਾਣੀ ਤੋਂ ਬਾਹਰ ਗੁਰਮਤ ਦਾ ਕੋਈ ਦਾਇਰਾ ਨਹੀਂ। ਜਿਹੜੀ ਚੀਜ਼ ਬੋਲੋ ਸਾਡੇ ਜਿਤਨੇ ਵੀ ਕਨਵਿਕਸ਼ਨਸ ਨੇ ਨਾ ਜ਼ਿੰਦਗੀ ਦੇ, ਮੈਂ ਕੀ ਕਰਨਾ ਹੈ, ਮੈਂ ਕੀ ਨਹੀਂ ਕਰਨਾ, ਕੀ ਚੰਗਾ ਹੈ, ਕੀ ਭਲਾ ਹੈ, ਕੀ ਮਾੜਾ ਹੈ, ਦੇ ਮਸਟ ਆਲ ਬੀ ਸਪੋਰਟਡ ਬਾਈ ਗੁਰਬਾਣੀ ਦੇ ਸਪਸ਼ਟ ਫਰਮਾਨਾਂ ਤੋਂ ਉਹਨਾਂ ਨੂੰ ਸਪੋਰਟ ਮਿਲਣਾ ਚਾਹੀਦਾ। ਜੇ ਸਾਨੂੰ ਨਹੀਂ ਮਿਲ ਰਿਹਾ ਨਾ, ਜੇ ਇਹ ਕੋਈ ਫਲਾਣੇ ਬਾਬਾ ਜੀ ਕਹਿੰਦੇ ਨੇ ਜਾਂ ਫਲਾਣਾ ਇੱਥੇ ਚੱਲਦਾ ਹੈ ਜਾਂ 50 ਸਾਲਾਂ ਤੋਂ ਚੱਲੀ ਆ ਰਿਹਾ, ਇਸਦਾ ਕੋਈ ਲਾਭ ਨਹੀਂ। ਸਾਡਾ ਹਰ ਕਨਵਿਕਸ਼ਨ ਹੈਜ਼ ਟੂ ਬੀ ਸਪੋਰਟਡ। ਕਿਉਂਕਿ ਸਿੱਖੀ ਜਿਹੜੀ ਹੈ ਨਾ, ਸਿੱਖੀ ਕੋਈ ਡਰੈਸ ਕੋਡ ਦਾ ਨਾਮ ਨਹੀਂ। ਪੂਰੇ ਗੁਰੂ ਗ੍ਰੰਥ ਸਾਹਿਬ ਵਿੱਚ ਪਗੜੀ ਕਿਵੇਂ ਪਾਣੀ, ਦਾੜੀ ਬੰਨਣੀ ਜਾਂ ਖੁੱਲੀ ਰੱਖਣੀ, ਪਜਾਮਾ ਪਾਣਾ ਜਾਂ ਲਾਣਾ, ਕਿਤੇ ਕੋਈ ਗੱਲ ਨਹੀਂ। ਇੱਕ ਸਿੱਖੀ ਹੈ ਕਿ ਕਹਿੰਦੇ ਸਿੱਖੀ ਸਿੱਖਿਆ ਗੁਰ ਵਿਚਾਰ। ਕਿਉਂਕਿ ਕਈ ਵਾਰ ਨਾ ਅਸੀਂ ਸਾਡਾ ਵਿਚਕਾਰ ਕੁਝ ਦਿਨ ਪਹਿਲਾਂ ਟੌਪਿਕ ਵੀ ਸੀ, ਸ਼ਾਇਦ ਕੱਲ ਦਾ ਜਿਹੜਾ ਸੈਸ਼ਨ ਸੀ ਪ੍ਰੋਫੈਸਰ ਸਾਹਿਬ ਦਾ, ਧਰਮ ਤੇ ਭਰਮ। ਕਿਉਂਕਿ ਅਸੀਂ ਕਈ ਵਾਰ ਜੋ ਅਸੀਂ ਕਮਾਉਂਦੇ ਹੁੰਨੇ ਆ ਉਹ ਧਰਮ ਹੁੰਦਾ ਨਹੀਂ, ਲੇਕਿਨ ਅਸੀਂ ਉਹਨੂੰ ਧਰਮ ਸਮਝ ਕੇ ਕਮਾਈ ਜਾਂਦੇ, ਜ਼ਿੰਦਗੀ ਭਰ ਕਮਾਈ ਜਾਂਦੇ। ਜਦੋਂ ਗੁਰੂ ਨੇ ਭਰਮ ਨੂੰ ਡਿਫਾਈਨ ਕਰਨਾ ਸੀ ਨਾ, ਗੁਰੂ ਨੇ ਬੜੇ ਸਪਸ਼ਟ ਅਲਫਾਜ਼ਾਂ ਵਿੱਚ ਕਿਹਾ ਭਰਮ ਹੁੰਦਾ ਕੀ ਹੈ। ਕਹਿੰਦੇ ਮਾਧਵੇ ਕਿਆ ਕਹੀਏ ਭਰਮ ਐਸਾ ਜੈਸਾ ਮਾਨੀਏ ਹੋਏ ਨਾ ਤੈਸਾ। ਕਿਸੇ ਚੀਜ਼ ਨੂੰ ਅਸੀਂ ਧਰਮ ਸਮਝ ਲਈਏ, ਨੰਗੇ ਪੈਰੀ ਜਾਣਾ ਹੈ, ਉਹ ਗੜਵਾ ਰੱਖ ਕੇ ਫਿਰ ਉਹਦਾ ਪਾਣੀ ਪੀ ਲੈਣਾ, ਅਸੀਂ ਉਹਨੂੰ ਧਰਮ।
ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਸਿੱਖਿਆ ਹੈ ਉਹਦੀ ਪ੍ਰੋੜਤਾ ਨਹੀਂ ਕਰਦੀ ਪਈ। ਤੇ ਜਿਹੜਾ ਨਾ ਵੀ ਉਹ ਅਸੀਂ ਸਮਝਣਾ ਉਹਨੂੰ ਧਰਮ ਪਏ ਆ, ਲੇਕਿਨ ਹੈ ਸਾਡੀ ਜ਼ਿੰਦਗੀ ਵਿੱਚ ਗੁਰੂ ਇਤਨਾ ਇੰਪੋਰਟੈਂਟ ਕਿਉਂ ਹੈ? ਤਾਂ ਅਸੀਂ ਜੇ ਗੁਰ ਕਰ ਮਨ ਮੋਰ ਕਰਨਾ ਕਿਉਂ ਹੈ? ਗੁਰੂ ਸਾਡੀ ਜ਼ਿੰਦਗੀ ਵਿੱਚ ਇਤਨਾ ਇੰਪੋਰਟੈਂਟ ਕਿਉਂ ਹੈ? ਕਿਉਂਕਿ ਗੁਰੂ ਨੂੰ ਪੁੱਛਣ ਤੋਂ ਬਿਨਾਂ ਜਿਹੜੇ ਅਸੀਂ ਜਿਨ੍ਹਾਂ ਨੂੰ ਧਾਰਮਿਕ ਸਮਝ ਕੇ ਕਰਨੇ ਪਿਆ ਨਾ, ਉਹਨਾਂ ਦੇ ਪ੍ਰਥਾ ਹੀ ਗੁਰੂ ਕਹਿੰਦੇ ਮਨਮੁਖ ਕਰਮ ਕਰੇ ਅਜਾਈ, ਜਿਉ ਬਾਲੂ ਘਰ ਠੌਰ ਨਾ ਠਾਈ। ਮਨਮੁਖ ਦਾ ਕੀਤਾ ਹੋਏ ਜੋ ਸਤਿਗੁਰੂ ਪੂਛਣਾ ਮਾਰਗ ਚਾਲੀਏ ਨਾ, ਉਹ ਆਪਣੇ ਵੱਲੋਂ ਧਾਰਮਿਕ ਕਿਰਿਆਵਾਂ ਭਾਵੇਂ ਕਰਦਾ ਹੋਵੇ। ਗੁਰੂ ਕਹਿ ਰਿਹਾ ਮਨਮੁਖ ਕਰਮ ਕਰੇ ਅਹੰਕਾਰੀ ਸਭ ਦੁੱਖੋ ਦੁੱਖ ਕਮਾਏ। ਔਰ ਉਸਦੇ ਬਿਲਕੁਲ ਠੀਕ ਉਲਟ ਇੱਕ ਮਨਮੁਖ ਹੈ ਜੋ ਗੁਰੂ ਨੂੰ ਨਹੀਂ ਪੁੱਛਦਾ, ਜੋ ਗੁਰੂ ਨੂੰ ਪੁੱਛ ਕੇ ਕਾਜ ਕਰਦਾ ਪਿਆ ਨਾ, ਉਹਦੇ ਪ੍ਰਥਾਈ ਗੁਰੂ ਕੀ ਕਹਿੰਦੇ ਨੇ? ਕਹਿੰਦੇ ਗੁਰਮੁਖ ਹੱਸੈ, ਗੁਰਮੁਖ ਰੋਵੈ, ਜੇ ਗੁਰਮੁਖ ਕਰੇ ਸਾਈ ਭਗਤ ਹੋਵੇ। ਗੁਰਮੁਖ ਦਾ ਜੀਵਨ ਉਹ ਨਹੀਂ ਹੈ ਇੱਕ ਜਦੋਂ ਗੁਰੂ ਸਾਹਿਬ ਦੇ ਕੰਡੇਮ ਕਰਦੇ, ਜਦੋਂ ਜੈਨੀਆਂ ਵਾਲੇ ਤੱਕਦੇ ਨਾ, ਉਹ ਦੇਖਦੇ ਨੇ ਝੁੰਡੀ ਪਾਏ ਬਹਿ ਨਲਿਤ ਮਰਨੇ, ਦੜ ਦੀ ਬਾਣ ਨਾ ਜਾਈ, ਲੱਕੀ ਕਾਸੀ ਹੱਥੀ ਪੂਮਨ ਅੱਗੇ ਪਿੱਛੇ ਜਾਈ। ਇਹ ਗੁਰਮਤ ਵਾਲਾ ਜੀਵਨ ਨਹੀਂ ਹੈ। ਗੁਰਮਤ ਵਾਲਾ ਜੀਵਨ ਕੈਸਾ ਹੈ? ਨਾਨਕ ਸਤਿਗੁਰੂ ਭੇਟਿਆ ਪੂਰੀ ਹੋਵੇ ਜੁਗਤ, ਹਸੰਦਿਆਂ ਖਿਲੰਦਿਆਂ ਪਹਿਨੰਦਿਆਂ ਖਾਵੰਦਿਆਂ, ਵਿੱਚੇ ਹੋਵੇ ਮੁਕਤ। ਗੁਰੂ ਦੀ ਤੇ ਵਡਿਆਈ ਇਸ ਗੱਲ ਵਿੱਚ ਹੈ, ਸਤਿਗੁਰ ਕੀ ਐਸੀ ਵਡਿਆਈ, ਪੁੱਤਰ ਕਲੱਤਰ ਵਿੱਚੇ ਗਤ ਪਾਈ। ਗੁਰਮੁਖ ਦਾ ਹਰ ਕਰਮ ਜਿਹੜਾ ਹੈ ਨਾ, ਉਹ ਭਗਤੀ ਬਣ ਜਾਂਦਾ ਹੈ। ਹੁਣ ਜੋ ਸਾਡੇ ਜੀਵਨ ਵਿੱਚ ਭਰਮ ਜੇ ਪੈ ਗਏ ਨੇ, ਗੁਰੂ ਜਦੋਂ ਭਰਮਾਂ ਦੀ ਗੱਲ ਕਰਦੇ ਨਾ, ਕਹਿੰਦੇ ਵੀ ਸੋ ਸਤਿਗੁਰ ਧੰਨ ਧੰਨ ਜਿਹਨੇ ਭਰਮ ਗੜ ਤੋੜਿਆ। ਭਰਮਾਂ ਦਾ ਬੜੀ ਉਹਨਾਂ ਦੀ ਨੀਂਹ, ਉਹਨਾਂ ਦੀਆਂ ਦੀਵਾਰਾਂ ਬੜੀ ਮਜ਼ਬੂਤ ਹੁੰਦੀਆਂ ਨੇ। ਜੇ ਭਰਮ ਨੂੰ ਜ਼ਿੰਦਗੀ ਵਿੱਚੋਂ ਕੱਢਣਾ ਹੈ, ਹੋਰ ਧਰਮ ਨੂੰ ਜੀਵਨ ਵਿੱਚ ਲੈ ਕੇ ਆਣਾ ਹੈ ਨਾ, ਸਾਧਨ ਇੱਕੋ ਹੈ। ਕਹਿੰਦਾ ਦੇਖੋ ਭਾਈ, ਗਿਆਨ ਕੀ ਆਈ ਆਂधी, ਸਭੇ ਉਡਾਨੀ ਭ੍ਰਮ ਕੀ ਟਾਟੀ, ਰਹੇ ਨਾ ਮਾਇਆ ਬਾਂਦੀ, ਦੁਚਿੱਤੀ ਕੋਈ ਦੋ ਥੂਨ ਗਿਰਾਨੀ। ਦੋ ਕਾਲਮ ਜਿਨ੍ਹਾਂ ਉਤੇ ਦੁਚਿੱਤੀ ਬਣ, ਇਹ ਵੀ ਠੀਕ ਹੈ ਤੇ ਉਹ ਵੀ ਠੀਕ ਹੈ, ਇਹ ਵੀ ਕਰ ਲਵਾਂ, ਫਲਾਣਾ ਬੰਦਾ ਗੁਰਦੁਆਰੇ ਵੀ ਚਲੇ ਜਾ, ਛਾਪਾਂ ਵੀ ਪਾ ਲੈ, ਉਹ ਵਾਸਤੂ ਵੀ ਕਰ ਲੈ ਤੇ ਉਹ ਪਾਠ ਵੀ ਕਰੀ ਜਾ। ਕਹਿੰਦੇ ਨਹੀਂ, ਕਹਿੰਦੇ ਜਦੋਂ ਗਿਆਨ ਦੀ ਆਂधी ਤੇਰੇ ਜੀਵਨ ਵਿੱਚ ਆਏਗੀ ਨਾ, ਦੇਖੋ ਭਾਈ, ਗਿਆਨ ਕੀ ਆਈ ਆਂधी, ਸਭੇ ਉਡਾਨੀ ਭ੍ਰਮ ਕੀ ਟਾਟੀ, ਰਹੇ ਨਾ ਮਾਇਆ ਬਾਂਦੀ, ਦੁਚਿੱਤੀ ਕਈ ਦੋਇ ਥੂਨ ਗਿਰਾਨੀ, ਮੋਹ ਬਲੇਡਾ ਟੂਟਾ। ਮੋਹ ਦਾ ਜਿਹੜਾ ਬੀਮ ਸੀ ਉਹ ਟੁੱਟ ਗਿਆ। ਤ੍ਰਿਸ਼ਨਾ ਛਾਨ ਪਰੀ ਧਾਰੇ ਉੱਪਰ, ਦੁਰਮਤ ਭਾਂਡਾ ਫੂਟਾ। ਉਸ ਤੋਂ ਬਾਅਦ ਜਦੋਂ ਗਿਆਨ ਦੀ ਆਂधी ਆਏਗੀ ਨਾ, ਫਿਰ ਗੁਰੂ ਕਹਿੰਦੇ ਨੇ ਆਂधी ਪਾਛੇ ਜੋ ਜਲ ਬਰਖੈ, ਤੈ ਤੇਰਾ ਜਨ ਭੀਨਾ, ਕਹੋ ਕਬੀਰ ਮਨ ਭਇਆ ਪ੍ਰਗਾਸਾ, ਉਦੈ ਭਾਨ ਜਬ ਚੀਨਾ। ਜਦੋਂ ਗੁਰੂ ਦੇ ਗਿਆਨ ਦੀ ਰੋਸ਼ਨੀ ਜਦੋਂ ਫਿਰ ਮੇਰੇ ਜੀਵਨ ਵਿੱਚ ਆਈ ਨਾ, ਇਹ ਗਿਆਨ ਦੀ ਆਂधी ਤੋਂ ਬਾਅਦ ਭਰਮਾਂ ਦਾ ਜਾਣ ਦਾ ਇੱਕੋ ਸਾਧਨ ਹੈ। ਕਹਿੰਦੇ ਜਹ ਗਿਆਨ ਪ੍ਰਗਾਸ ਅਗਿਆਨ ਮਿਟਨ। ਗਿਆਨ ਜ਼ਿੰਦਗੀ ਵਿੱਚ ਆਏਗਾ, ਅਗਿਆਨਤਾ ਜ਼ਿੰਦਗੀ ਵਿੱਚੋਂ ਜਾਏਗੀ। ਸਾਡਾ ਮਨੋਂ ਇੱਕ ਸੁਭਾਅ ਬਣਿਆ ਹੋਇਆ ਹੈ, ਅਸੀਂ ਕੁਝ ਚੀਜ਼ਾਂ ਨੂੰ ਨਾ ਬੜੇ ਸਾਲਾਂ ਤੋਂ, ਕਈਆਂ ਨੇ ਤੇ ਬਚਪਨ ਤੋਂ, ਅਸੀਂ ਕਈ ਚੀਜ਼ਾਂ ਨੂੰ ਸਿੱਖੀ ਦੇ ਵਿਹੜੇ ਵਿੱਚ ਹੁੰਦਿਆਂ ਦੇਖ ਰਹੇ ਹਾਂ। ਸਾਨੂੰ ਕਈ ਵਾਰ ਫਿਰ ਜਦੋਂ ਬਾਣੀ ਪੜ੍ਹੀਏ, ਸੁਣੀਏ, ਵਿਚਾਰੀਏ ਨਾ, ਤੇ ਸਾਨੂੰ ਉਸ ਤੋਂ ਬਿਲਕੁਲ ਉਲਟ ਗੁਰੂ ਕੋਲੋਂ ਸਿੱਖਿਆ ਮਿਲਦੀ ਕਈ ਕੰਮਾਂ ਵਿੱਚ। ਲੇਕਿਨ ਅਸੀਂ ਨਾ ਜਿਹੜਾ ਕਨਵਿਕਸ਼ਨ ਨਹੀਂ ਕ੍ਰੀਏਟ ਕਰ ਪਾਉਂਦੇ। ਅਸੀਂ ਬਹੁਤ ਸਾਰੇ ਕੰਮ ਕਰੀ ਜਾ ਰਹੇ ਹਾਂ, ਨੰਗੇ ਪੈਰੀ ਬੰਦਾ ਜਾਈ ਜਾ ਰਿਹਾ। ਪੰਜ ਪਿਆਰੇ ਸੜਕਾਂ ਦੇ ਨੰਗੇ ਪੈਰੀ ਟੁੱਟੀ ਜਾਂਦੇ ਨੇ। ਅਸੀਂ ਨਾ ਅਸੀਂ ਜਿਹੜਾ ਜੋ ਕਰੇਜ ਆਫ ਕਨਵਿਕਸ਼ਨ ਗੈਦਰ ਕਰਨਾ ਸੀ ਨਾ, ਅਸੀਂ ਉਹ ਕਿਤੇ ਕਰ ਨਹੀਂ ਪਾ ਰਹੇ। ਜਿਹੜਾ ਗੁਰੂ ਕਹਿ ਰਿਹਾ ਸੀ, ਕਹਿੰਦੇ ਮਰ ਰੇ ਛਾਡੋ ਭਰਮ ਪ੍ਰਗਟ ਹੋਏ ਨਾਚੋ। ਜਿਸ ਗੱਲ ਦਾ ਕਨਵਿਕਸ਼ਨ ਹੋ ਜਾਏ ਨਾ ਜ਼ਿੰਦਗੀ ਵਿੱਚ, ਕਨਵਿਕਸ਼ਨ ਕਰਨ ਨੂੰ ਭਾਵੇਂ ਟਾਈਮ ਲਗਾਓ, ਕੋਈ ਗੱਲ ਨਹੀਂ, ਲੇਕਿਨ ਜੇ ਕਨਵਿਕਸ਼ਨ ਹੋ ਜਾਏ, ਕਹਿੰਦੇ ਮਨ ਰੇ ਛਾਡੋ ਭਰਮ। ਇੱਕ ਹੋਰ ਉਸੇ ਸ਼ਬਦ ਨਾਲ ਗੁੱਸਾ ਆ ਕੇ ਕਹਿੰਦੇ ਨੇ ਡਗਮਗ ਛਾੜ ਰੇ ਮਨ ਬੌਰਾ, ਅਬ ਤੋ ਜਰੇ ਮਰੇ ਸਿੱਧ ਪਾਈਐ ਲੀਨੋ ਹਾਦ ਸਿੰਧੋਰਾ।
once you are committed ना, फिर ਇਹ ਡਗਮਗ ਜਿਹੜੀ ਨਾ ਜ਼ਿੰਦਗੀ, ਜਿਹੜੀ ਗੱਲ ਗੁਰੂ ਕੋਲੋਂ ਗੁਰੂ ਦੀ ਸਮਝ ਆ ਜਾਵੇ ਨਾ, ਉਹਨੂੰ ਜ਼ਿੰਦਗੀ ਦੇ ਅੰਦਰ ਬਿਲਕੁਲ ਖੁੱਲੇ ਦਿਲ ਨਾਲ ਅਪਣਾ ਲੈਣਾ ਚਾਹੀਦਾ। ਅਸੀਂ ਉਹਨੂੰ ਵੀ ਫੇਲ ਆਵਰ ਗੁਰੂ, ਅਸੀਂ ਆਪਣੇ ਆਪ ਨੂੰ ਗੁਰੂ ਸ਼ਬਦ ਨੂੰ ਕਮਿਟ ਨਹੀਂ ਕਰ ਪਾ ਰਹੇ। ਅਸੀਂ ਨਾ ਗੁਰੂ ਕੀ ਕਹਿੰਦਾ ਹੈ? ਗੁਰੂ ਕਹਿੰਦਾ ਜਬ ਨਾਚੀ ਤਬ ਘੂੰਘਟ ਕੈਸਾ। ਜੇ ਤੂੰ ਠਾਂ ਨਹੀਂ ਲਿੱਤਾ ਮੈਂ ਨੱਚਣਾ ਹੈ, ਨਾਚ ਰੇਮਨ ਗੁਰ ਕੇ ਆਗੇ, ਜੇ ਤੂੰ ਠਾਂ ਨਹੀਂ ਲਿੱਤਾ ਹੈ ਫਿਰ ਘੂੰਘਟ ਰੱਖਣ ਦੀ ਕੀ ਲੋੜ ਪੈਗੀ। ਜਬ ਨਾਚੀ ਤਬ ਘੂੰਘਟ ਕੈਸਾ, ਮਟਕੀ ਫੋੜ ਨਿਰਾਰੀ। ਜੋ ਦੁਨੀਆਦਾਰੀ ਵਾਲੀ ਸਮਾਜ ਵਾਲੀ ਇੱਥੇ ਨਾ ਉਹ ਮੰਨੇ ਮਗ ਨਾ ਚੱਲੇ ਪੰਥ ਮੰਨੇ ਧਰਮ ਸੇਤੀ ਸਨ ਬੰਦ। ਇੱਕ ਰਸਤਾ ਬਣ ਚੁੱਕਿਆ, ਮੈਂ ਉਸੇ ਟੁਰੀ ਜਾ ਰਿਹਾ। ਵੇਖ ਉਹਦੇ ਚ ਧਰਮ ਹੈ ਜਾਂ ਨਹੀਂ ਹੈ। ਗੁਰੂ ਤੇਰਾ ਹਰ ਭਰਮ ਦੂਰ ਕਰੇਗਾ। ਅੱਛਾ, ਫਿਰ ਇਹ ਕਮਿਟਮੈਂਟ ਜ਼ਰੂਰੀ ਕਿਉਂ? ਜਿਨ੍ਹਾਂ ਨੇ ਗੁਰੂ ਨਾਲ ਕਮਿਟਮੈਂਟ ਕੀਤਾ ਨਹੀਂ ਨਾ, ਜਿਨ੍ਹਾਂ ਨੇ ਗੁਰੂ ਦੇ ਮਨੋ ਜੋ ਗੁਰੂ ਦੇ ਫੈਸਲੇ ਨੇ ਜਾਂ ਗੁਰੂ ਜੋ ਜੀਵਨ ਜਾਚ ਦੱਸਣਾ ਚਾਹੁੰਦਾ ਹੈ, ਜਿਨ੍ਹਾਂ ਨੇ ਉਹਨਾਂ ਨੂੰ ਸਮਝਣ ਤੋਂ ਬਾਅਦ ਵੀ ਗੁਰੂ ਨਾਲ ਕਮਿਟਮੈਂਟ ਨਹੀਂ ਨਿਭਾਈ ਨਾ, ਉਹਨਾਂ ਪ੍ਰਥਾਈ ਗੁਰੂ ਬੜੇ ਡਾਢੇ ਨੇ। ਗੁਰੂ ਕਹਿੰਦੇ ਵੀ ਜਿਨ ਗੁਰੂ ਗੋਪਿਆ ਆਪਣਾ ਤੇ ਨਰ ਬੁਰਿਆਰੀ, ਹਰ ਜਿਉ ਤਿਨਕਾ ਦਰਸ਼ਨ ਨਾ ਕਰੇ ਹੋ ਪਾਪਿਸ਼ਟ ਹਤਿਆਰੀ। ਗੁਰੂ ਗੋਪਿਆ ਆਪਣਾ, ਉਹ ਗੁਰਮਤਿ ਦੇ ਸਿਧਾਂਤਾਂ ਦੀ ਜਾਣਕਾਰੀ ਹੁੰਦਿਆਂ ਵੀ ਸ਼ੇਅਰ ਨਹੀਂ ਕੀਤਾ, ਲੋਕ ਲਾਜ ਵਿੱਚ ਹੀ ਮਰ ਗਏ। ਗੁਰੂ ਬੜੇ ਸਪਸ਼ਟ ਨੇ, ਕਹਿੰਦਾ ਜਿਨ ਗੁਰੂ ਗੋਪਿਆ ਆਪਣਾ ਤਿਸ ਠੌਰ ਨਾ ਠਾਓ, ਹਲਤ ਪਲਤ ਦੋਵੇ ਗਏ ਦਰਗਾ ਨਾ ਹੀ ਠਾਓ। ਜਿਨ ਗੁਰੂ ਗੋਪਿਆ ਆਪਣਾ ਸੇ ਲੈਂਦੇ ਧਾ ਫਿਰਾਈ, ਤਿਨ ਕੀ ਭੁੱਖ ਕਦੇ ਨਾ ਉਤਰੇ ਨਿਤ ਭੁੱਖਾ ਭੁੱਖ ਕੁਕਾਈ। ਔਰ ਜੇ ਅਸੀਂ ਆਸ ਲਾਈ ਬੈਠੇ ਹਾਂ ਕਿ ਸਾਡਾ ਜੋ ਪੇਡ ਪ੍ਰਚਾਰਕ ਵਰਗ ਹੈ ਨਾ, ਉਹ ਕਦੀ ਹਿੰਮਤ ਕਰ ਪਾਏਗਾ ਸੱਚਾਈ ਨੂੰ ਬਿਆਨ ਕਰਨ ਦੀ, ਇਹ ਸਾਡਾ ਭੁਲੇਖਾ ਹੈ। ਸਾਡੀ ਜਿਤਨੀ ਪੇਡ ਪ੍ਰਚਾਰਕ ਸ਼੍ਰੇਣੀ ਹੈ ਨਾ, ਉਹ ਵਿਚਾਰੇ, ਆਈ ਐਮ ਨੋਟ ਸੇਇੰਗ ਦੇ ਆਰ ਬੈਡ, ਲੇਕਿਨ ਬਹੁਤ ਮਜਬੂਰ ਨੇ। ਉਹਨਾਂ ਦਾ ਨਾ ਸਾਰਾ ਉਹ ਦਾਰੋਮਦਾਰ ਜਿਹੜਾ ਹੈ ਨਾ, ਉਹਨਾਂ ਦਾ ਸਾਰਾ ਮਨੋ ਘਰ ਦਾ ਨਿਰਵਾਹ ਜਿਹੜਾ ਹੈ ਨਾ, ਉਹ ਪ੍ਰਚਾਰ ਤੋਂ ਹੋ ਰਿਹਾ ਹੈ। ਪ੍ਰਚਾਰ, ਉਹ ਸਿਸਟਮ ਦੇ ਇਤਨੇ ਗੁਲਾਮ ਬਣ ਜਾਂਦੇ ਨੇ। ਸਿਸਟਮ ਨੂੰ ਡਰਾਈਵ ਕਰਨ ਵਾਲੇ ਜਿਹੜੇ ਬੰਦੇ ਨੇ, ਉਹ ਸਾਰੇ ਨੇ ਜਿਨ੍ਹਾਂ ਦਾ ਗੁਰਮਤਿ ਦੇ ਨਾਲ ਇੱਕ ਪੈਸੇ ਦਾ ਕੋਈ ਵਾਹ ਹੀ ਨਹੀਂ। ਉਹਦੇ ਜਿਹਨੂੰ ਕਹਿੰਦੇ ਵੱਡਾ ਹੋਇਆ ਦੁਨੀਦਾਰ, ਬਸ ਉਹ ਕੇਵਲ, ਔਰ ਉਹਨਾਂ ਕੋਲ ਬੰਦਾ ਕੀ ਉਮੀਦ ਰੱਖੇ। ਸੋ ਪ੍ਰਚਾਰਕ ਸ਼੍ਰੇਣੀ ਕੋਲ ਬਹੁਤ ਉਮੀਦ ਨਹੀਂ ਕੀਤੀ ਜਾ ਸਕਦੀ ਕਿ ਉਹ ਕਦੀ ਵੀ ਨਾ ਇਸ ਕਨਵਿਕਸ਼ਨ ਦੇ ਉੱਤੇ ਪੂਰੀ ਤਰ੍ਹਾਂ ਉਤਰਨਗੇ। ਸਾਡਾ ਉਹਨਾਂ ਨੂੰ ਕੋਈ ਉਲਾਂਭਾ ਨਹੀਂ। ਵੈਸੇ ਅੱਛੀ ਗੱਲ ਹੁੰਦੀ ਜੇ ਉਹ ਵੀ ਜੇ ਭਰੋਸਾ ਕਰਦੇ ਨਾ ਵੀ ਗੁਰੂ ਨੇ ਬਾਂਹ ਫੜਨੀ ਸੀ, ਰੱਬ ਬਾਂਹ, ਇਹ ਤੇ ਸਾਡੇ, ਅਸੀਂ ਤਾਂ ਕਹਿੰਦੇ ਇਹ ਮਾੜਾ ਹੋ, ਇਹ ਤੇ ਸਾਡੇ ਟੈਸਟ ਨੇ ਸਾਡੀ ਜ਼ਿੰਦਗੀ ਦੇ। ਅਸੀਂ ਕਹਿੰਦੇ ਇਹ ਠੀਕ ਨਹੀਂ ਹੋ ਰਿਹਾ, ਮੈਂ ਤੇ ਕਹਿੰਦਾ ਇਹ ਮੰਨੋ ਸਾਡੇ ਵਾਸਤੇ ਤੇ ਇਹ ਤੇ ਗੁਰਮੁਖ ਬਣਨ ਦੇ ਸਾਧਨ ਰੱਬ ਨੇ ਕ੍ਰੀਏਟ ਕੀਤੇ ਨੇ। ਜੋ ਤੇਰੇ ਸਾਹਮਣੇ ਮਨਮਤ ਹੋ ਰਹੀ ਹੈ ਨਾ, ਇਹ ਮੰਨੋ ਤੇਰੇ ਵਾਸਤੇ ਗੁਰਮੁਖ ਬਣਨ ਦਾ ਰੱਬ ਨੇ ਸਾਧਨ ਕ੍ਰੀਏਟ ਕੀਤਾ ਹੈ। ਰੱਬ ਦੇਖਣਾ ਚਾਹੁੰਦਾ ਤੂੰ ਗੁਰਮੁਖ ਬਣਨਾ ਹੈ ਜਾਂ ਨਹੀਂ ਬਣਦਾ। ਤੋ ਇਹ ਇੰਨੀ ਤੱਕ ਜਿਹੜੀ ਵਿਚਾਰ ਕੀਤੀ ਸੀ ਨਾ ਵੀ ਕਿਉਂ ਲੋੜ ਹੈ, ਵੀ ਇਸ ਵਿਸ਼ੇ ਤੇ ਵਿਚਾਰ ਦੀ ਲੋੜ ਕਿਉਂ ਹੈ। ਹੁਣ ਕੁਝ ਉਹ ਐਸਪੈਕਟਸ ਜੋ ਸਾਡੀ ਜ਼ਿੰਦਗੀ ਦਾ ਹਿੱਸਾ ਬਣ ਚੁੱਕੇ ਨੇ, ਜਦੋਂ ਅਸੀਂ ਆਸ-ਪਾਸ ਦੇਖੀਏ ਨਾ, ਵੀ ਆਮ ਤੌਰ ਦੇ ਵਿੱਚ ਜਿਤਨੇ ਦੇਖੋ ਅਸੀਂ ਸਾਰੇ ਪਰਿਵਾਰਿਕ ਸਾਰੇ ਜੀਆਂ, ਸਾਰੇ ਸਾਡੇ ਭਰਾ ਭੈਣ ਚਾਚਾ ਤਾਇਆ, ਸਾਡੇ ਵਿੱਚ ਧਾਰਮਿਕ ਕਿਰਿਆ ਕੀ ਬਣੀ ਹੋਈ ਹੈ। ਮੈਂ ਜੀ ਹਰ ਸਾਲ ਦਰਬਾਰ ਸਾਹਿਬ ਜਾਣਾ, ਮੈਂ ਜੀ ਹਰ ਪੂਰਨਮਾਸ਼ੀ ਮੈਂ ਇੱਥੇ ਜਾਣਾ, ਹਰ ਮੱਸਿਆ ਤੇ ਮੈਂ ਇੱਥੇ ਚੱਲਾ ਵਾਂ। ਅਸੀਂ ਤੀਰਥਾਂ ਤੇ ਜਾਣ ਨੂੰ ਇੱਕ ਧਾਰਮਿਕ ਕਿਰਿਆ ਬਣਾ ਕੇ ਰੱਖ ਦਿੱਤਾ ਹੈ। ਕਿਤੇ ਗੁਰਗਿਆਨ ਸਾਚਾ ਥਾਨ ਤੀਰਥ ਤੇ ਜਾਂਦੇ, ਗੁਰਗਿਆਨ ਮਜਨ ਅਪਰੰਪਰਾ ਹੋ ਜਾਣਾ ਸੀ। ਲੇਕਿਨ ਅਸੀਂ ਕਿੱਥੇ ਜਾ ਰਹੇ ਹਾਂ? ਗੁਰੂ ਜੀ ਨੂੰ ਕਹਿ ਰਿਹਾ ਸੀ ਜਲ ਕੇ ਮਜਨ ਜੇ ਕਤ ਹੋਵੇ, ਨਿਤ ਨਿਤ ਮੇਂਢਕ ਨਾਵੇ। ਗੁਰੂ ਜਦੋਂ ਗੱਲ ਕਰਦਾ ਨਾ, ਗੁਰੂ ਦਲੀਲ ਦੇ ਕੇ ਗੱਲ ਕਰਦਾ। ਗੁਰੂ ਐਵੇਂ ਗੱਲਾਂ ਨਹੀਂ ਕਰਦਾ। ਕਹਿੰਦਾ ਮੇਂਢਕ ਨੂੰ ਦੇਖ ਲਓ, ਕਹਿੰਦਾ ਜੇ ਪਾਣੀ ਚ ਇਸ਼ਨਾਨ ਕੀਤਿਆਂ ਗਤੀ ਹੁੰਦੀ, ਕਹਿੰਦਾ ਜਲ ਕੇ ਮਜਨ ਜੇ ਕਤ ਹੋਏ, ਨਿਤ ਨਿਤ ਮੇਂਢਕ ਨਾਵੇ, ਜੈਸੇ ਮੇਂਢਕ ਤੈਸੇ ਹੋਏ ਨਰ, ਫਿਰ ਜੂਨੀ ਆ। ਗੁਰੂ ਸਪਸ਼ਟ ਹੈ,
तीरथ नहाए ना उतरस मैल। मैल किहड़ी लानी सी? शरीर दे बाहर दी स्वच्छता एक अलग सब्जेक्ट है। गुरु दा विषय है ना, जो गुर दिया सो मन के काम। गुरु दा सारा संबोधन साडे मन नूं है। गुरु कह रहे सी, कहंदे मन मैले सब कुछ मैला। तन धोते मन हच्छा ना होए। शारीरिक इशनान करन दे नाल मन सुच्चा नहीं हो जाता, लेकिन है होया कि ये कहना ए जगत भरम भुलाया, ए जगत भरम भुलाया विरला बूझे को। कहते जय मार्ग पंडित गए पाछे पई बही। दुनिया, सारी दुनिया चली जा रही। साडे जेहड़े मनो साडे धार्मिक क्रियावां की होईयां ने, मैं जी हर साल जाना वा। गुरु कह रहे जी, कहते सोच करे दिनस हर रात, मन की मैल ना तन ते जात। तू रोज दिन रात नहांदा रह। सोच तो पाओ, कहते शौचालय ने सोच करे दिनस हर रात, मन की मैल ना तन ते जात। इस देही को बहु साधना करे, मन ते कबू ना बिखया टरे। जल धोवे बोधे अनीत, सुध कहां होए काची पी। शरीर ना, हाँ तू तीर्थां ते जाएगा ना, तेन उत्थे हो सकता है कोई स्वच्छ पानी का कोई स्रोत हो सकता है उत्थे। कबीर साहब कहते कबीर गंगा तीर जो घर कर है, पीवे निर्मल नीर। ਉਹਨੂੰ ਪੀਣ ਨੂੰ ਸਵੱਛ ਹੁਣ ਤੇ ਉਹ ਵੀ ਹਾਲਾਤ ਨਹੀਂ ਰਹੇ। ਬਾਕੀ ਉਹ ਕਹਿੰਦੇ ਨੇ ਵੀ ਜੇ ਉੱਥੇ ਵੱਧ ਤੋਂ ਵੱਧ ਤੈਨੂੰ ਕੀ ਮਿਲੇਗਾ, ਕਹਿੰਦਾ ਪੀਣ ਨੂੰ ਸਵੱਛ ਪਾਣੀ ਮਿਲ ਸਕਦਾ। गंगा तीर जो घर करे पीवे निर्मल नीर। लेकिन गुरु बड़ा स्पष्ट कहते ने बिन हर भगत ना मुक्त होए, इयों कह रवै कबीर। रब दी भगती तो बिना ना ਜਿਹੜੀ ਮੁਕਤੀ, ਉਹ ਇੱਕ ਪਾਸੇ ਗੁਰੂ ਕਹਿੰਦੇ ਨੇ ਵੀ ਉਹ ਮੁਕਤ ਬਪੜੀ ਵੀ ਗਿਆਨੀ ਤੇ ਅੱਗੇ, ਲੇਕਿਨ ਇੱਕ ਮੁਕਤੀ ਦੀ ਗੱਲ ਗੁਰੂ ਕਰਦੇ ਵੀ ਨੇ। ਵਿਕਾਰਾਂ ਤੋਂ ਮੁਕਤੀ, ਭਰਮਾਂ ਤੋਂ ਮੁਕਤੀ, ਇਹ ਰੱਬ ਦੀ ਭਗਤੀ ਤੋਂ ਬਿਨਾ ਤੇਰੇ ਜੀਵਨ ਵਿੱਚ ਨਹੀਂ ਆ ਸਕਦੀ। ਠੀਕ ਹੈ, ਤੀਰਥਾਂ ਵਾਲਾ ਭਰਮ ਜੋ ਸਾਡੇ ਵਿਹੜੇ ਵਿੱਚ ਬਹੁਤ ਆਪਣੇ ਪੈਰ ਜਮਾਈ ਬੈਠੇ ਹੈ। ਫਿਰ ਅਸੀਂ ਸਿੱਖੀ ਨੂੰ ਨਾ ਇੱਕ ਡਰੈਸ ਕੋਡ ਬਣਾ ਲਿੱਤਾ। ਤੁਸੀਂ ਕਿਸੇ ਨੂੰ ਪੁੱਛੋ ਇੱਕ ਸਿੱਖ ਨੂੰ ਡਿਫਾਈਨ ਕਰਨਾ ਕਿਵੇਂ ਡਿਫਾਈਨ ਕਰੋਗੇ, ਤੁਹਾਨੂੰ ਪਹਿਲੀ ਚੀਜ਼ ਕਹੇਗਾ ਸਿੱਖ ਪੰਜ ਕਕਾਰੀ ਹੁੰਦਾ। ਪੂਰੇ ਗੁਰੂ ਗ੍ਰੰਥ ਸਾਹਿਬ ਨੂੰ ਸਰਚ ਕਰਕੇ ਦੇਖ ਲਓ, ਕਿਤੇ ਗੁਰੂ ਗ੍ਰੰਥ ਸਾਹਿਬ ਨੇ ਪੰਜ ਕਕਾਰਾਂ ਦਾ ਜ਼ਿਕਰ ਕੀਤਾ। ਕਈ ਪ੍ਰਚਾਰਕ ਮਿਲ ਜਾਣਗੇ ਸਾਨੂੰ ਇਹ ਗੱਲ ਕਹਿੰਦੇ ਆ ਬਾਣੀ ਤੇ ਬਾਣਾ, ਬਾਣੀ ਤੇ ਬਾਣਾ। ਫਿਰ ਤੇ ਉਹ ਨਾਲ ਉਹ ਜੋੜ ਦੇਣਗੇ ਕਿ ਇਹ ਦੋ ਪੰਖ ਹੁੰਦੇ ਨੇ, ਇੱਕ ਪੰਖ ਟੁੱਟ ਜਾਏ। ਕਿਹੜਾ ਉਦਾਹਰਣ ਕਿਤੇ, ਜੋ ਉਦਾਹਰਣ ਦਈਏ ਨਾ ਉਹਦਾ ਸੋਰਸ ਗੁਰੂ ਗ੍ਰੰਥ ਸਾਹਿਬ ਚਾਹੀਦਾ ਸਾਨੂੰ। ਹੁਣ ਇੱਕ ਤੇ ਜੇ ਇਹਦੇ ਪੰਖੀ ਦਾ ਉਦਾਹਰਣ ਦੇ ਦੋ ਪੰਖ ਨੇ, ਜੇ ਟਰਾਈਪੋਡ ਤੇ ਤੀਜਾ ਪੈਰ ਵੀ ਆ ਜਾਏਗਾ ਤੇ ਇੱਥੇ ਨਾ ਦੇਖੋ, ਜਦੋਂ ਗੁਰੂ ਬਾਣੀ ਦੀ ਗੱਲ ਕਰਦੇ ਨਾ, ਬਾਣੀ ਦਾ ਕੀ ਸਟੇਟਸ ਹੈ, ਬਾਣੀ ਵਿੱਚੋਂ ਜਦੋਂ ਬਾਣੀ ਦਾ ਸਟੇਟਸ ਲੱਭੀ ਨਾ, ਗੁਰੂ ਕਹਿੰਦੇ ਨੇ ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੇਵੜ ਅਵਰ ਨਾ ਕੋ। ਇਹ ਬਾਣੀ ਉਸ ਰੱਬ ਦਾ ਹੀ ਸਰੂਪ ਹੈ। ਜਦ ਬੰਦਾ ਸਰਚ ਕਰੇ ਪੂਰੇ ਗੁਰੂ ਗ੍ਰੰਥ ਸਾਹਿਬ ਵਿੱਚ ਸਰਚ ਕਰੇ, ਬਾਣਾ ਹੈ। ਪੂਰੇ ਗੁਰੂ ਗ੍ਰੰਥ ਸਾਹਿਬ ਵਿੱਚ ਇੱਕੋ ਵਾਰ ਵਰਡ ਬਾਣਾ ਆਉਂਦਾ ਹੈ, ਪੂਰੇ ਗੁਰੂ ਗ੍ਰੰਥ ਸਾਹਿਬ ਵਿੱਚ। ਅੱਛਾ, ਕਿਸ ਪ੍ਰਥਾਈ ਆ ਰਿਹਾ ਉੱਥੇ? ਕਹਿੰਦਾ ਮਾਥੇ ਤਿਲਕ ਹੱਥ ਮਾਲਾ ਬਾਣਾ, ਲੋਗਨ ਰਾਮ ਖਿਲੌਣਾ ਜਾਣਾ। ਤੂੰ ਰੱਬ ਨੂੰ ਸਮਝ, ਤੈਨੂੰ ਲੱਗਦਾ ਹੈ ਕਿ ਰੱਬ ਤੇਰੇ ਵੇਸ਼ਭੂਸ਼ਾ ਤੇ ਖੁਸ਼ ਹੋ ਜਾਏਗਾ? ਤੂੰ ਕਿਸੇ ਡਰੈਸ ਕੋਡ ਨੂੰ ਪਹਿਨ ਲੇਗਾ ਤੇ ਰੱਬ ਖੁਸ਼ ਹੋ ਜਾਏਗਾ? ਰੱਬ ਐਸਾ ਨਹੀਂ ਹੈ। ਰੱਬ ਕੋਈ ਖਿਡੌਣਾ ਥੋੜੀ ਨਾ। ਉਹ ਕਹਿੰਦਾ ਰੱਬ ਕੈਸਾ ਹੈ? ਕਹਿੰਦਾ ਉਪਾਉ ਸਿਆਣਪ ਸਗਲ ਤੇ ਰਹਿਤ, ਸਭ ਕੁਛ ਜਾਣੇ ਆਤਮ ਕੀ ਰਹਿਤ। ਤੇਰਾ ਅੰਦਰਲਾ ਰੱਬ ਜੋ ਦੇਖਦਾ ਨਾ, ਉਹ ਤੇਰੇ ਅੰਦਰ ਦਾ ਜੀਵਨ ਦੇਖਦਾ। ਜਾਣਨ ਹਾਰ ਪ੍ਰਭੂ ਪ੍ਰਭੀਨ, ਬਾਹਰ ਭੇਖ ਨਾ ਕਾਹੂ ਪੀ। ਰੱਬ ਨੂੰ ਤੇਰੇ ਬਾਹਰ ਦੀ ਵੇਸ਼ਭੂਸ਼ਾ ਤੋਂ ਕੋਈ ਲੈਣਾ ਦੇਣਾ ਨਹੀਂ। ਜਦੋਂ ਬਾਹਰ ਦੀ ਵੇਸ਼ਭੂਸ਼ਾ ਦੀ ਗੱਲ ਆਏਗੀ ਨਾ, ਗੁਰੂ ਕਹਿੰਦਾ ਛੋਡੋ ਵੇਸ ਭੇਖ ਚਤਰਾਈ, ਦੁਬਿਧਾ ਇਹ ਫਲ ਨਹੀਂ ਜੀਓ। ਇਸ ਦੁਬਿਧਾ ਨੂੰ ਫਲ ਨਹੀਂ ਲੱਗਦੇ। ਵਿਪਲ ਬਸਤਰ ਜੇਤੇ ਹੈ ਬੈਰੇ, ਕਿਆ ਬਨ ਮੱਦੇ ਬਾਸਾ। ਪਜਾਮਾ ਪਾਈਏ ਜਾਂ ਪਜਾਮਾ ਲਾਈਏ, ਦਾੜੀ ਬੰਦੀਏ ਜਾਂ ਦਾੜੀ ਖੁੱਲੀ ਰੱਖੀਏ,
पग गोल बनी है या पग केड़ी बंदी है, वो रब कोई खिडौना नहीं है। वो गुरु क्यों कहते जोग ना भगवी कपड़े कपड़ी, जोग ना मैले वेश, नानक घर बैठिया जोग पाइए सतगुर कै उपदेश। गुर कहा मान निज निधान सच जान मंत्र, जो गुरु कहंदे ना जो गुर कहे सोई पल मानो, नानक घर बैठिया जोग पाइए सतगुर कै उपदेश। गुरु बाहर दी वेशभूषा नाल खुश नहीं होंदे। गुरु दे कहंदे ने जिन पट अंतर, पट कहंदे ने रेशम नूं, उन्हें जिन पट अंतर कहंदे ने बाहर गुदड़ ते भले संसार। गुरु बाहर दी वेशभूषा तो खुश नहीं होंदा। एक ਅਸੀਂ ਤੇ ਵੀ ਆਰ ਟ੍ਰਾਈਂਗ ਟੂ ਡਿਸਕਸ ਹੋਰ ਜਿਤਨਾ ਵੈਸੇ ਹਰ ਬੰਦਾ ਇਸ ਤੇ ਆਪਣਾ ਆਪਣੀ ਇਨਪੁਟ ਜਿਹੜਾ ਹੈ ਨਾ ਗੁਰੂ ਗ੍ਰੰਥ ਸਾਹਿਬ ਨੂੰ ਜਿਤਨੀ ਬੰਦਾ ਪੜ੍ਹੇ ਉਤਨੀ ਕਲੈਰਿਟੀ ਹੋਰ ਆਂਦੀ ਜਾਂਦੀ ਹੈ। ਇਹ ਜੋ ਸਾਡੇ ਵਿੱਚ ਪੈ ਚੁੱਕੀਆਂ ਨੇ, ਸਾਡੇ ਵਿੱਚ ਨਾ ਬਹੁਤ ਸਾਰੇ ਕਰਮ ਕਾਂਡ। ਅੱਛਾ ਸਾਡੇ ਵਿੱਚ ਬਾਬਾ ਜੀ ਨੇ, ਮੋਨੀ ਬਾਬਾ ਜੀ, ਤੇ ਗੁਰਮਤਿ ਨੂੰ ਪੁੱਛੇ ਬੰਦਾ ਅੱਛਾ ਮੋਨੀ ਬਾਬਾ ਜੀ, ਫਿਰ ਅੱਛਾ ਬੰਦੇ ਉਹ ਨਗਰ ਕੀਰਤਨ ਤੋਂ ਪਹਿਲਾਂ ਪ੍ਰਭਾਤ ਫੇਰੀਆਂ ਨਿਕਲਦੇ ਨੇ, ਬੰਦਿਆਂ ਨੇ ਹੱਥ ਵਿੱਚ ਆਸਾ ਦੀ ਵਾਰ ਦਾ ਗੁਟਕਾ ਫੜਿਆ ਹੈ, ਨਾਲ ਪੜੀ ਜਾਂਦੇ ਨੇ ਪੱਗੋ ਪੈਤਾਨਾ ਆਪਣਾ ਕੀਆ ਕਮਾਨਾ, ਨਾਲ ਨੰਗੇ ਪੈਰੂ ਤੁਰੀ ਜਾ ਰਿਹਾ। ਬਾਣੀ ਕਰਨ ਨੂੰ ਕੀ ਕਹਿੰਦੀ, ਅਸੀਂ ਕਰ ਕੀ ਰਹੇ ਹਾਂ? ਵੀ ਉਹ ਬੋਲਾਂ ਗੁਰੂ ਕੀ ਕਹਿ ਰਹੇ, ਕਹਿੰਦੇ ਬੋਲੇ ਨਹੀਂ ਹੋਏ ਬੈਠਾ ਮੋਨੀ, ਅੰਤਰ ਕਲਪ ਭੁਆਈਏ ਜੂਨੀ। ਅਸੀਂ ਜੀ ਵਰਤ ਰੱਖਿਆ, ਸਾਡੇ ਵਿੱਚ ਵੀ ਬੜਾ ਪ੍ਰਚਲਿਤ ਹੈ। गुरु कह रहे कि भाई अन्न ते अन्न अनाज, अन्न ते रहता देही दुख सहता, हुक्म ना बूझे व्यापिया ममता। गल ते सारी सी रब नूं प्रवान होने दा साधन इक्को है। गुरु ग्रंथ साहिब जी का सब तो पहला सवाल किव सचियारा हुई है, किव कूड़ा टुटा पाल। आंसर सी हुक्म रजाई चलना। सचियार होने दा साधन इक्को है। जब लग वो गुरु तो बिना हुक्म, रब दा हुक्म है कि उसकी सोझी नहीं होनी। जब लग हुक्म ना बूझता तब हीलो दुखिया, गुर मिल हुक्म पछानिया। रब की जे रब चाहना मेरा तीर्थां दे इशनान करना ते मैं रज रज के नहांदा। गुरु कहंदे भी तीरथ नहावा जे तिस भावा। मैं तीर्थ जे रब नूं भाउंदा ते मैं क्यों ना तीर्थां दे इशनान करदा। धर्म दे पिछे सोच ते इक्को है ना रब नूं प्रसन्न करन दी। तीरथ नहावा जे तिस भावा, कहंदे विण भाणे। जे रब नूं नहीं भाउंदा ते मैं तीर्थां ते इशनान करके की कर लेना। हुक्म ना बूझे व्यापिया ममता। कहंदे कोई बोले राम राम, कोई खुदाए, कोई से गुसैया। अखीर पंक्तियां ने कहो नानक जिन्हों हुक्म पछाता। कि रब्बी हुक्म है नंगे पैरी जाओ, कि रब्बी हुक्म है वर्त रखो। वो बड़ा शब्द ये कहते आद पुरख ते होए अनाद, अनाद तो पाओ अनाज। जपिए नाम अन्न कै साध, जपिए नाम जपिए अन्न, अंबे कै संग नीका वन। अन्ने बाहर जो, अन्ने तो पाओ अनाज तो बिना जो अनाज नहीं खांदा। अन्ने बाहर जो नर होवे, तीन भवन में अपनी खोवे। छोड़े अन्न करे पाखंड, ना ओ सुहागन ना ओ रांड। जग में बकते दूधा धारी, गुप्ती खावे वटका सारी। अन्ने बिना ना होए सुकाल, तजिए अन्न ना मिले गोपाल। ਇਹ ਗੁਰੂ ਦੇ ਫੈਸਲੇ ਨੇ। ਔਰ ਇਹਨਾਂ ਵਿੱਚ ਅਸਪਸ਼ਟਤਾ ਕਿੱਥੇ ਵੇ? ਗੁਰੂ ਇੰਨਾ ਸਪਸ਼ਟ ਕਹਿੰਦਾ ਹੋਵੇ ਤੇ ਉਹ ਅੰਨੇ ਬਿਨਾ ਨਾ ਸੁਕਾ ਕਾਲ ਕਹਿੰਦੇ ਸਮੇਂ ਨੂੰ। ਕਹਿੰਦੇ ਜੇ ਰੋਟੀ ਨਹੀਂ ਖਾਏਗਾ ਬੜਾ ਟਾਈਮ ਖਾ ਜਰਾ, ਬਿਨਾ ਰੋਟੀ ਖਾਦੇ ਤੇ ਤੇਰਾ ਟਾਈਮ ਕਿਵੇਂ ਅੱਛਾ ਪਾਸ ਹੋ ਸਕਦਾ ਹੈ? अन्ने बिना न होए सुकाल, तजिए अन्न ना मिले गोपाल। ये जेडी सारी ना ये वर्त रखना, नंगे पैरी जाना, देखो आशा दी वार अंदर कितना क्लियर गुरु साहब इको कहंदा लिख लिख पढ़िया। तेता कड़िया बहु तीरथ भविया, तेतो लविया बहु भेख किया, देही दुख दिया। गुरु की कह रहे ने सो होवे जिया अपना किया। जेड़ा अपना कीता कराया सह हुण इहदे परिणाम ही भुगत। सोवे जिया अपना किया, अन्न न खाया साध गवाया। बहु दुख पाया दूजा पाया, वस्त्र ना पहरे। जी कपड़े नहीं पावांगे जी।
ਵਸਤਰ ਨਾ ਪਹਿਰੇ ਅਹਨਸ ਕਹਿਰੇ, ਜਿਹੜਾ ਮੌਸਮ ਦਾ ਕਹਿਰ ਦਿਨ ਰਾਤ ਉਹਨੂੰ ਤੂੰ ਬਰਦਾਸ਼ਤ ਕਰਨਾ ਹੈ। ਵਸਤਰ ਨਾ ਪਹਿਰੇ ਐਨਸ ਕਹਿਰੇ ਮੋਨ ਵਿਗੂਤਾ, ਕਿਉਂ ਜਾਗੇ ਗੁਰਬਿਨ ਸੂਤਾ, ਪਗੋ ਪੈਤਾਨਾ, ਚੱਪਲ ਨਹੀਂ ਪਾਵਾਂਗੇ, ਗੁਰਦੁਆਰੇ ਨੰਗੇ ਪੈਰੀ ਜਾਵਾਂਗੇ। ਅਸੀਂ ਤੇ ਸਾਡੀ ਉਹ ਲਿਮਿਟ, ਅਸੀਂ ਪੰਜਾਂ ਪਰੇ ਨੂੰ ਕਹਿੰਦੇ ਨੰਗੇ ਪੈਰੀ ਟੁਰੋ। ਜੋ ਉਹਨਾਂ ਨੂੰ ਸੜਕਾਂ ਦੇ ਉੱਤੇ, ਜਿੱਥੇ ਪਤਾ ਨਹੀਂ ਕਿਹੜਾ ਜਾਨਵਰ ਕੱਲ ਉੱਥੇ ਟੱਟੀ ਪਿਸ਼ਾਬ ਕਰਕੇ ਗਿਆ ਹੋਵੇ, ਅੰਦਰ ਧਰਮ ਕਿੱਥੇ ਵੇ? ਬੰਦਾ ਢੂੰਡੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦਾ ਕਿਹੜਾ ਫਲਸਫਾ ਜਿਹੜਾ ਇਹਦੇ ਨਾਲ ਉਹ ਜਿੱਥੇ ਵਿਛਾਈ ਹੋਈ ਉੱਥੇ ਬੰਦਾ ਨੰਗੇ ਪੈਰੀ ਜਾਵੇ। ਗੱਲ ਬਿਲਕੁਲ ਲੌਜੀਕਲ ਹੈ। ਪਗੋ ਪੈਤਾਨਾ ਆਪਣਾ ਕੀਆ ਕਮਾਨਾ, ਅਲਮਲ ਖਾਈ ਸਿਰ ਛਾਈ ਪਾਈ, ਮੂਰਖ ਅੰਧੇ ਪਤ ਗਵਾਈ, ਵਿਣ ਨਾਵੇ ਕਿਛ ਥਾਏ ਨਾ ਪਾਈ, ਨਾਨਕ ਕੇ ਕਰ ਕੇਵਲ ਨਾਮ। ਇਹ ਕਰਮ ਕਾਂਡਾਂ ਦੀ ਇੱਥੇ ਕੋਈ ਜਗ੍ਹਾ ਨਹੀਂ। ਮੰਨੇ ਨਾਉ ਸੋਈ ਜਿਣ ਜਾਏ, ਅਵਰੀ ਕਰਮ ਨਾ ਲੇਖੇ ਲਾਏ। ਰੱਬ ਦੇ ਅੱਗੇ ਉਹਦੀ ਕੋਈ ਵੈਲਿਊ ਹੀ ਨਹੀਂ। ਤੂੰ ਜਿਤਨਾ ਮਰਜ਼ੀ ਕਰਮ ਕਾਂਡ ਕਰੀ ਜਾ, ਪਰ ਨਾਮ ਕੇਵਲ ਗੁਰੂ ਕਹਿੰਦੇ। ਬਾਬਾ ਮੂਰਖ ਹਾਂ ਮੈਂ, ਆਪਣੇ ਸਿਆਣਪਾਂ ਚਤਰਾਈਆਂ ਨਾਲ ਮੈਂ ਸਮਝਦਾ ਨਹੀਂ ਇਹ ਕੰਮ ਠੀਕ ਹੈ, ਮੈਨੂੰ ਚੰਗਾ ਲੱਗਦਾ ਜੀ। ਮੈਂ ਹਰ ਪੂਰਨਮਾਸ਼ੀ ਤੇ ਇੱਥੇ ਜਾਣਾ, ਮੈਨੂੰ ਸਾਡੀ ਕੀ, ਹੂ ਆਰ ਵੀ ਟੂ ਡਿਸਾਈਡ ਤੇਰੀ ਹਾਲਤ ਕੀ ਹੋਣੀ ਚਾਹੀਦੀ ਸੀ? ਬਾਬਾ ਮੂਰਖ ਹਾਂ, ਨਾਵੇਂ ਬਲ ਜਾਉ, ਤੂੰ ਕਰਤਾ ਤੂੰ ਦਾਨਾ, ਬੀਨਾ ਤੇਰੇ ਨਾਮ ਤਰਾਉ। ਸਾਰੀ ਖੇਡ ਦਾ ਰਚయిਤਾ ਤੇ ਤੂੰ ਹੈ। ਮੈਂ ਨਿਯਮ ਤੇਰੇ ਕੋਲੋਂ ਪੁੱਛਾਂ ਆਇਆ, ਮੈਂ ਆਪਣੇ ਮਨਮਰਜ਼ੀ ਦੇ ਨਿਯਮ ਬਣਾ ਲਵਾਂ। ਨਾਨਕ ਕੇ ਕਰ ਕੇਵਲ ਨਾਮ। ਅੱਛਾ ਨਾਮ ਕੀ? ਕਹਿੰਦਾ ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਜੀਵ। ਜੋ ਰੱਬੀ ਹੁਕਮ ਨੇ ਨਾ, ਅੱਛਾ ਹੁਕਮ ਕਿੰਨੇ ਸਪਸ਼ਟ ਨੇ ਗੁਰਬਾਣੀ ਵਿੱਚ। ਜੇ ਅਸੀਂ ਪੜ੍ਹਨੇ ਪਿਆ, ਇਹ ਹੁਕਮ ਹੀ ਪੜ੍ਹਨੇ ਪਿਆ ਨਾ, ਫਰੀਦਾ ਬੁਰੇ ਦਾ ਭਲਾ ਕਰ, ਹੁਕਮ ਹੈ, ਚੋਇਸ ਨਹੀਂ ਤੇਰੇ ਵਾਸਤੇ। ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਅਹਰਕਵਾਦ ਨਾ ਕੀਜੇ ਰੇ ਮਨ, ਸੁਕ੍ਰਿਤ ਕਰ ਕਰ ਲੀਜੇ ਰੇ ਮਨ। ਇਹ ਰੱਬ ਦੇ ਹੁਕਮ ਨੇ। ਉਹ ਕਹਿੰਦੇ ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ। ਜਦੋਂ ਰੱਬ ਨਿਰਗੁਣ ਸਰੂਪ ਤੋਂ ਸਰਗੁਣ ਸਰੂਪ ਵਿੱਚ ਆਇਆ, ਉਹਨੇ ਨਾਲੋਂ ਨਾਲ ਸ੍ਰਿਸ਼ਟੀ ਦੇ ਨਿਯਮ ਕਾਇਮ ਕਰ ਦਿੱਤੇ। ਨਾ ਰੱਬ ਬਦਲੀ ਹੁੰਦਾ, ਨਾ ਨਿਯਮ ਬਦਲੀ ਹੋਣਗੇ। ਰੱਬ ਨੇ ਹੁਕਮ ਕਰ ਦਿੱਤਾ, ਰੱਬ ਨੇ ਨਿਯਮ ਬਣਾ ਦਿੱਤਾ। ਜਿਸ ਅੰਤਰ ਤਾਤ ਪਰਾਈ ਹੋਵੇ, ਤਿਸ ਦਾ ਕਦੇ ਨਾ ਹੋਈ ਭਲਾ। ਉਹਨੇ ਨਿਯਮ ਬਣ ਗਿਆ, ਨਿਯਮ ਬਦਲੀ ਨਹੀਂ ਹੋ ਸਕਦਾ। ਆਪਣੀ ਭਲਾਈ ਵਾਸਤੇ ਤੂੰ ਆਪਣੇ ਜੀਵਨ ਨੂੰ ਬਦਲੀ ਕਰ ਸਕਣਾ। ਜੋ ਰੱਬੀ ਨਿਯਮ ਨੇ ਨਾ, ਹੁਣ ਰੱਬ ਦਾ ਹੁਕਮ ਹੈ, ਅਨਕ ਅਡੰਬਰ ਮਾਇਆ ਕੇ ਬਿਰਥੇ, ਇਨਸਿਓ ਪ੍ਰੀਤ ਘਟਾਓ। ਇਹ ਲੱਖਾਂ ਕਰੋੜਾਂ ਰੁਪਏ ਦੇ ਵਿਆਹ ਸ਼ਾਦੀਆਂ ਪਾਰਟੀਆਂ, ਗੁਰੂ ਕੀ ਕਹਿ ਰਿਹਾ? ਹੁਕਮ ਕਰ ਰਿਹਾ ਤੈਨੂੰ, ਅਨਕ ਅਡੰਬਰ ਮਾਇਆ ਕੇ ਬਿਰਥੇ, ਇਨਸਿਓ ਪ੍ਰੀਤ ਘਟਾਓ, ਜੋ ਆਪਨੋ ਸੁਆਮੀ ਸੁਖ ਮਾਨੈ, ਤਾਂ ਮੈਂ ਸ਼ੋਭਾ ਪਾਉ। ਤੇਰੇ ਵਾਸਤੇ ਹੁਕਮ ਹੈ, ਨਿੰਦਾ ਭਲੀ ਕਿਸੇ ਕੀ ਨਾਹੀ, ਮਨ ਮੁਖ ਮੁਗਧ ਕਰਨ, ਮੂੰਹ ਕਾਲੇ ਤਿਨ ਨਿੰਦਕਾਂ, ਨਰਕੇ ਘੋਰ ਪਵਨ। ਤੇਰੇ ਵਾਸਤੇ ਹੁਕਮ ਸੀ, ਪਰ ਤੇਰਾ ਰੂਪ ਨਾ ਪੇਖੇ ਨੇ, ਤਾਂ ਤੇਰੇ ਵਾਸਤੇ ਹੁਕਮ ਸੀ। ਏਕੋ ਨਾਮ ਹੁਕਮ ਹੈ, ਨਾਨਕ ਕੇ ਕਰ ਕੇਵਲ ਨਾਮ। ਅਸੀਂ ਹੁਕਮ ਨਹੀਂ ਬੁੱਝ ਰਹੇ, ਅਸੀਂ ਲੜੀਵਾਰ ਪਾਠ, ਅਖੰਡ ਪਾਠ ਕਰੀ ਜਾ ਰਹੇ ਹਾਂ। ਤਾਂ ਗੁਰੂ ਸਾਨੂੰ ਜੋ ਕਹਿੰਦਾ ਸੀ ਨਾ, ਉਹ ਕਹਿੰਦੇ ਪੜ੍ਹੀਏ ਨਾ ਹੀ ਭੇਵ, ਬੁਝੇ ਪਾਵਨਾ। ਇੱਕ ਸਾਡੇ ਵਿੱਚ ਹੋਰ ਇੱਕ ਮਨੋ ਇੱਕ ਜੋ ਸਿਸਟਮ ਬਣ ਚੁੱਕੇ ਨੇ, ਪਾਠ ਕਰੀ ਜਾ ਰਿਹਾ। ਮੈਂ ਰੋਜ਼ ਸੁਖਮਨੀ ਸਾਹਿਬ ਦਾ ਪਾਠ ਕਰਨਾ ਜੀ, ਮੇਰਾ ਇਤਨਾ ਵੱਡਾ ਨੇਮ ਹੈ। ਗੁਰੂ ਕਹਿੰਦਾ ਪੜ੍ਹੀਏ ਨਾ ਹੀ ਭੇਦ, ਬੁਝੇ ਪਾਵਨਾ। ਜੋ ਗੁਰੂ ਕਹਿ ਰਿਹਾ ਗੱਲ ਸਮਝ ਆ ਰਹੀ ਹੈ। ਤੇ ਦੇਖੋ ਗੁਰੂ ਜਿਹੜਾ ਨਾ, ਗੁਰੂ ਬੇਮੋਹਤਾਜ ਹੈ, ਗੁਰੂ ਬੇਪਰਵਾਹ। ਗੁਰੂ ਜਦੋਂ ਗੁਰੂ ਗੱਲ ਕਰਦਾ ਹੈ ਨਾ, ਗੁਰੂ ਬੇਲਿਹਾਜੀ ਨਾਲ ਗੱਲ ਕਰਦਾ ਹੈ, ਕਿਉਂਕਿ ਜੇ ਗੁਰੂ ਲਿਹਾਜ਼ ਰੱਖੇਗਾ ਤਾਂ ਅਸੀਂ ਤਾਂ ਡੁੱਬ ਜਾਵਾਂਗੇ। ਜਿਹੜੇ ਬਿਨਾਂ ਪੜ੍ਹੇ, ਜਿਹੜੇ ਬਿਨਾਂ ਬੁਝਿਆ ਹੀ ਪਾਠ ਕਰੀ ਜਾਣ, ਗੁਰੂ ਨਾ ਪਤਾ ਕੀ ਕਹਿ ਰਹੇ ਨੇ। ਜੀ ਪਾਤਸ਼ਾਹ ਦਾ ਸ਼ਬਦ ਹੈ, ਕਹਿੰਦਾ ਪਾਠ ਪੜ੍ਹੇ ਨਾ ਬੂਝਈ,
ਤੂੰ ਕਰਨਾ ਕੀ ਪਿਆ? ਕਹਿੰਦਾ ਭੇਖੀ ਭਰਮ ਭੁਲਾਏ। ਗੁਰੂ ਸਪਸ਼ਟ ਹੈ, ਸਾਡੀ ਆਪਣੀ ਤਿਆਰੀ ਨਹੀਂ, ਸਾਡਾ ਆਪਣਾ ਕਨਵਿਕਸ਼ਨ ਨਹੀਂ ਹੋ ਪਾ ਰਿਹਾ। ਪੜ ਗੱਡੀ ਲਦੀਏ, ਪੜ ਭਰੀਏ ਸਾਧ, ਪੜ ਬੇੜੀ ਪਾਈਏ, ਪੜ ਗੜੀਏ ਖਾਦ, ਪੜੀਏ ਜੇਤੇ ਬਰਸ ਬਰਸ, ਪੜੀਏ ਜੇਤੇ ਮਾਸ, ਪੜੀਏ ਜੇਤੀ ਆਰਜਾ, ਪੜੀਏ ਜੇਤੇ ਸਾਸ, ਨਾਨਕ ਲੇਖੇ ਇੱਕ ਗੱਲ। ਹੁਕਮਾਂ ਦੀ ਸੋਝੀ ਤੇ ਆ ਨਹੀਂ ਰਹੀ, ਜੀਵਨ ਵਿੱਚ ਕ੍ਰਾਂਤੀ ਨਹੀਂ ਆ ਰਹੀ, ਜੀਵਨ ਟਰਾਂਸਫਾਰਮ ਨਹੀਂ ਹੋ ਰਿਹਾ। ਕਿੱਥੇ ਜੇ ਅਸੀਂ ਜੋ ਸਾਡਾ ਗੁਰਮਤਿ ਦਾ ਵਿਸ਼ਾ ਹੈ ਨਾ, ਜੇ ਅਸੀਂ ਉਹਨੂੰ ਕਿੱਥੇ ਮੈਡੀਟੇਸ਼ਨ ਤੋਂ ਹਟਾ ਕੇ ਐਜੂਕੇਸ਼ਨ ਸਮਝ ਲੈਂਦੇ। ਹਾਲਾਂਕਿ ਗੁਰੂ ਨੇ ਕਸਰ ਨਹੀਂ ਛੱਡੀ, ਗੁਰੂ ਸਾਨੂੰ ਸੰਬੋਧਨ ਵੀ ਸਿੱਖ ਕਰਕੇ ਕਰਦਾ ਪਿਆ, ਸਟੂਡੈਂਟ ਕਰਕੇ ਕਹਿੰਦਾ ਪਿਆ। ਸਾਡੇ ਇਸ਼ਟ ਦਾ ਨਾਮ ਵੀ ਗੁਰੂ ਹੈ, ਟੀਚਰ ਹੈ। ਤੇ ਜਦੋਂ ਗੁਰੂ ਨੇ ਕਸਰ ਨਹੀਂ ਸੀ ਛੱਡੀ, ਜੇ ਅਸੀਂ ਕਿਤੇ ਗੁਰਬਾਣੀ ਗੁਰਮਤਿ ਨੂੰ ਐਜੂਕੇਸ਼ਨ ਸਮਝ ਲੈਂਦੇ ਨਾ, ਸਾਡੇ ਬਹੁਤ ਸਾਰੇ ਮਿਸਕਨਸੈਪਸ਼ਨ ਜਿਹੜੇ ਨਾ ਬਿਲਕੁਲ ਕਲੀਅਰ ਹੋ ਸਕਦੇ ਨੇ। ਇੱਕ ਮਤਲਬ ਨਾ ਇੱਕ ਥੋੜਾ ਜਿਹਾ ਇੱਕ ਅਸੀਂ ਕੁਝ ਚੀਜ਼ਾਂ ਜਿਹੜੀਆਂ ਐਪਰੋਪਰੀਏਟ ਨੇ, ਅਸੀਂ ਉਹਨਾਂ ਨੂੰ ਸੇਕਰਡ ਬਣਾ ਦਿੰਦੇ ਹਾਂ। ਇਸ ਵਿਸ਼ੇ ਤੇ ਅੱਗੇ ਵੀ ਆਵਾਂਗੇ। ਅਸੀਂ ਸਾਡੇ ਵਿੱਚੋਂ ਇੱਕ ਵੱਡੀ ਗਿਣਤੀ ਤੋਂ ਮੈਂ ਜੀ ਨਿਤਨੇਮ ਦਾ ਬੜਾ ਪੱਕਾ ਵਾਂ। ਜਦੋਂ ਬੰਦਾ ਗੁਰੂ ਨੂੰ ਪੁੱਛੇ, ਗੁਰੂ ਕੀ ਕਹਿ ਰਿਹਾ? ਕਹਿੰਦਾ ਵਰਤ ਨੇਮ ਸੰਜਮ ਮੈਂ ਰਹਿਤਾ। ਜੋ ਰਹਿੰਦੇ ਨੇ ਵਰਤ ਨੇਮ ਸੰਜਮ में रहता, तिनका आड़ ना पाया। ਅੱਧੀ ਕੋੜੀ ਕੀਮਤ ਨਹੀਂ ਮਿਲਣੀ ਰੱਬ ਦੇ ਨਜ਼ਰਾਂ ਵਿੱਚ। ਕਹਿੰਦਾ ਆਗੇ ਚਲਨ ਔਰ ਹੈ ਭਾਈ, ਉਹਾਂ ਕਾਮ ਨਾ ਆਇਆ। ਵਰਤ ਨੇਮ ਨਿਤਾ ਪ੍ਰਦ ਪੂਜਾ। ਗੁਰੂ ਕੀ ਕਹਿ ਰਿਹਾ? ਬਿਨ ਬੂਝੇ ਸਭ ਭਾਵ ਹੈ ਦੂਜਾ। ਤੇ ਜਦੋਂ ਅਸੀਂ ਵਿਸ਼ਕਾਰ ਇੱਕ ਪੰਕਤੀ ਸ਼ੇਅਰ ਕਰਕੇ ਆਏ ਹਾਂ, ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨ ਨੇ। ਜਦੋਂ ਗੁਰੂ ਕਿਸੇ ਮੁਸਲਮਾਨ ਨੂੰ ਸੰਬੋਧਨ ਕਰਦਾ ਹੈ ਨਾ, ਮੁਸਲਮਾਨ ਨੂੰ ਦੇਖਦਾ ਉਹ ਆਪਣਾ ਨਿਤਨੇਮ ਕਰੀ ਜਾ ਰਿਹਾ ਹੈ, ਗੁਰੂ ਹੀ ਵਾਂਟਸ ਟੂ ਸ਼ੇਅਰ ਸਮਥਿੰਗ, ਉਹ ਸ਼ੇਅਰ ਕਰਦਾ ਉਹਦੇ ਨਾਲ। ਗੁਰੂ ਕੀ ਕਹਿੰਦਾ ਉਹਨੂੰ? ਕਹਿੰਦਾ ਪੰਜ ਨਿਵਾਜਾਂ, ਵਕਤ ਪੰਜ, ਪੰਜਾਂ ਪੰਜੇ ਨਾਉ। ਉਹਨਾਂ ਦੇ ਫਦਰ ਦੀ ਨਮਾਜ਼ ਹੈ, ਜੋ ਵੀ ਵੱਖ-ਵੱਖ ਉਹ ਨਾਮ ਰੱਖੇ ਨੇ ਉਹਨਾਂ ਨੇ। ਪੰਜ ਨਿਵਾਜਾਂ, ਵਕਤ ਪੰਜ, ਪੰਜਾਂ ਪੰਜੇ ਨਾਉ। ਗੁਰੂ ਕਹਿੰਦੇ ਨਮਾਜ਼ ਹੋਵੇਗੀ। ਕਹਿੰਦਾ ਪਹਿਲਾ ਸੱਚ, ਹਲਾਲ ਦੋਏ। ਹਲਾਲ ਤੋਂ ਮਤਲਬ ਹੱਕ ਹਲਾਲ ਦਾ। ਪਹਿਲਾ ਸੱਚ ਹਲਾਲ ਦੋਏ, ਤੀਜਾ ਖੈਰ ਖੁਦਾਏ, ਚੌਥੀ ਨੀਅਤ ਰਾਸ ਕਰ, ਪੰਜਵੀਂ ਸਿਫਤ ਸੁਨਾਏ, ਕਰਨੀ ਕਲਮਾ ਆਖ ਕੇ ਤਾਂ ਮੁਸਲਮਾਨ ਸਦਾਏ, ਨਾਨਕ ਜੇਤੇ ਕੂੜੀਆਰ ਕੂੜੇ ਕੂੜੀ ਪਾਏ। ਕਰਨੀ ਕਾਬਾ, ਤੂੰ ਮੰਨੀ बैठे है तेरा कोई केंद्रीय स्थान बड़ा पवित्र है। गुरु कह रहे नहीं, तेरी करनी दे हिसाब दे कोई चीज पवित्र या अच्छी तो माड़ी हो सकती है। करनी काबा, सच पीर, कलमा करम निवाज, तस्बी सा तिस भाव। कि तस्बी फेर ਉਹ ਕਰਮ ਕਰ ਜੋ ਰੱਬ ਨੂੰ ਭਾਉਂਦੇ ਨੇ। ਜੋ ਰੱਬ ਨੂੰ ਭਾਉਂਦਾ ਉਹ ਸਾਨੂੰ ਭਾ ਨਹੀਂ ਰਿਹਾ। ਰੱਬ ਨੂੰ ਕੀ ਭਾਉਂਦਾ? ਵਰਤਰਿਆ ਰੂਪ ਨਾ ਪੇਖੇ ਨੇਤਰ, ਫਰੀਦਾ ਬੁਰੇ ਦਾ ਭਲਾ ਕਰ। ਇਹ ਰੱਬ ਨੂੰ ਭਾਉਂਦਾ, ਇਹ ਸਾਨੂੰ ਭਾ ਨਹੀਂ ਰਿਹਾ। ਤਸਬੀਹ, ਤੇਰੀ ਤਸਬੀਹ ਕੀ ਹੋਵੇ? ਤਸਬੀਹ ਸਾ ਤਿਸ ਭਾਵ ਸੀ ਨਾਨਕ ਰੱਖੇ ਲਾਜ। ਜਿਹੜੀ ਉਹ ਅਲਟੀਮੇਟਲੀ ਜਿਹੜਾ ਕੋਈ ਸਾਡਾ ਜਿਹੜਾ ਮਤਾ ਅਸੀਂ ਸਮਝੀਏ ਕਿ ਮੈਂ ਬਹੁਤ ਪਾਠ ਕਰਨਾ ਵਾ, ਉਹ ਜਿਹੜਾ ਜੋ ਨਿਬੇੜਾ ਹੈ ਨਾ ਤੇਰਾ, ਉਹ ਅਲਟੀਮੇਟਲੀ ਜਿਹੜਾ ਨਾ ਉਹ ਤੇਰੇ ਉਹ ਕਹਿੰਦਾ ਕਰਮਾਂ ਉੱਪਰ ਨਿਬੜੇ। ਜੇ ਲੋਚੇ ਸਭ ਕੋਈ। ਸਾਡੀ ਰੱਬ ਤੋਂ ਦੂਰੀ ਜਾਂ ਨੇੜਤਾ ਕਿਵੇਂ ਹੁੰਦੀ ਹੈ? ਕਹਿੰਦਾ ਕਰਮੀ ਆਪੋ ਆਪ ਨਹੀਂ, ਕੇ ਨੇੜੇ ਕੇ ਦੂਰ। ਰੱਬ ਤੋਂ ਵਿਛੜੇ ਕਿਉਂ ਸੀ? ਕਹਿੰਦਾ ਕਿਰਤ ਕਰਮ ਕੇ ਵਿਛੜੇ। ਤੂੰ ਕਰੀਏ ਕੀ ਜੇ ਰੱਬ ਦੀ ਨੇੜਤਾ ਚਾਹਨਾ ਹੈ? ਕਹਿੰਦਾ ਫਰੀਦਾ ਜੇ ਤੂੰ ਅਕਲ ਲਤੀਫ, ਕਾਲੇ ਲਿਖ ਨਾ ਲੇਖ। ਉਹ ਕਿਉਂਕਿ ਇਹ ਸਿਧਾਂਤ ਹੈ, ਜਿਹਾ ਬੀਜੇ ਸੋ ਲੁਣੇ। ਕਰਮਾ ਸੰਦੜਾ ਖੇਤ, ਬੀਜੇ ਬਿਖ ਮੰਗੇ ਅੰਮ੍ਰਿਤ, ਵੇਖੋ ਇਹ ਨਿਆਓ। ਜੋ ਬੀਜੇ ਸੋ ਖਵਲਾਵੇਗੋ। ਅਮਲ ਕਰ ਧਰਤੀ,
बीज शब्दों कर सच की आब नित दे पानी, होए किरसान ईमान जमाइलै पिश्त दोजक मूड़े, एव जानी मत जान शह गली पाया। ਸਾਡਾ ਸਾਡਾ ਸਾਡੇ ਦੇਖੋ ਕਰਮਕਾਂਡ ਕਿਤੇ ਕਿਤੇ ਤੱਕ ਲੋਕਲ ਗੁਰਦੁਆਰੇ ਤੇ ਛੱਡੋ, ਸਾਡਾ ਜਿਹੜਾ ਸਾਡੇ ਸਭ ਤੋਂ ਵੱਡੇ ਕੇਂਦਰੀ ਸਥਾਨ ਨੇ, ਅਸੀਂ ਕਹਿੰਦੇ ਉੱਥੇ ਹੁੰਦਾ ਪਿਆ, ਇੱਥੇ ਵੀ ਕਰਾਂਗੇ। ਗੱਲ ਉਹ ਉੱਥੇ ਮਾਲਕ ਕੌਣ ਹੈ? ਉੱਥੇ ਵੀ ਮਾਲਕ ਗੁਰੂ ਗ੍ਰੰਥ ਸਾਹਿਬ ਹੈ। ਜਿਹੜੀ ਬਾਣੀ ਕਹਿੰਦੀ ਹੋਵੇ ਦੂਧ ਤਾਂ ਬਛਰੇ ਥਨੋਂ ਬਿਟਾਰਿਓ, ਫੂਲ ਭਵਰ ਜਲ ਮੀਨ ਬਿਗਾਰਿਓ, ਅਸੀਂ ਇਹ ਸ਼ਬਦ ਉਸੇ ਸਥਾਨ ਤੋਂ ਪੜ੍ਹਦੇ ਹੋਈਏ ਔਰ ਫਿਰ ਉਹਦੀ ਸਫਾਈ ਲਈ ਦੁੱਧ ਦਾ ਇਸਤੇਮਾਲ ਕਰਦੇ ਹੋਈਏ। ਦੁੱਧ ਦੇ ਨਾਲ ਦਰਬਾਰ ਸਾਹਿਬ ਧੋਤਾ ਜਾਂਦਾ ਹੈ। ਇਹ ਸੇਕਰੇਟ ਦੇ ਛੱਡੋ, ਇਹ ਤੇ ਐਪਰੋਪਰੀਏਟ ਵੀ ਨਹੀਂ ਹੈ। ਦੁੱਧ ਕੋਈ ਡਿਟਰਜੈਂਟ ਹੈ, ਲੇਕਿਨ ਅਸੀਂ ਅੱਛਾ ਹਾਂ ਕਿਤਨੀ ਵਾਰ ਸਾਨੂੰ WhatsApp ਤੇ ਆਣਗੇ, ਇਹ ਫਲਾਣਾ ਗੁਰਪੁਰਬ ਜੀ ਦਰਬਾਰ ਸਾਹਿਬ ਦੇ ਉੱਤੇ ਫਲਾਣੇ ਬੰਦੇ ਨੇ 2 ਕਰੋੜ ਰੁਪਏ ਦੇ ਫੁੱਲਾਂ ਦੀ ਸੇਵਾ ਕਰਤੀ। दरबार साहब तो शब्द पढ़ने हैं, पाती तोरे मालनी पाती पाती जियो, जिस पाहन को पाती तोरे सो पाहन निर्जियो, भूली मालनी है एओ। साडे एफर्ट्स किथे लगे हुए ने? संगमरमर लगा लो, सोना ला दो, कि गुरु ए चाहता सी साडे कोलों। गुरु जो चाहता सी, गुरु वो कहते सतगुर साचा क्या करे जो सिखा में चूक, घाट कमी साडे विच है। गुरु की चाहता सी? नीचा अंदर नीच जात, नीची हूं अत नीच, नानक तिनके संग साथ, बड़िया स्यों क्या रीस, जिथे नीच संभालियन तिथे नदर तेरी बख्शीश। लेकिन असी की कर रहे हैं? कहे प्रभ अवर अवर किच कीजै। रब करन कोई होर कहंदा है, रब्बी हुक्म कुछ होर है। कहे प्रभ अवर अवर किच कीजै, सब बाद श्रृंगार फोकट फोकटैया, किए श्रृंगार मिलन के ताई, प्रभ लियो सुहागन थूक मुख पईया। जे गुरु नूं पुछे बिना तू समझेगा मैं कर्मकांड कहने किनू आ, जिन्हों समझिए धर्म लेकिन वो धर्म होवे ना। कुछ चीज़ां जिहड़ियां ना असी एक कन्फ्यूजन विच आ। असी एप्रोप्रिएट और सेक्रेट जिहड़ा है ना, एक उचित होंदा है और एक पवित्र होंदा है। कुछ चीज़ां उचित जरूर ने, एप्रोप्रिएट जरूर ने। हुण देखो अज लंगर कह लो, कड़ा प्रसादी देग कह लो, लंगर एक उचित एक बंदियां ने संगत वास्ते आना है, घर जाके फिर किते प्रबंध करनगे खान पीन दा। लेकिन असी बना के दिता उन्होंने, असी लंगर नूं पवित्र मेरे घर दे जी मेरा बच्चा मूँह ला लेगा उन्होंने। कड़ा प्रसादी देग उचित भोजन है, पवित्र भोजन नहीं है। पवित्र भोजन केड़ा है? गुरु कहंदे ने जो किसी मुसलमान नूं संबोधन करदे ना, उन्होंने कहंदे ने हक हलाल बखोरो खाना। अपने हक दा कमा के खाधा होया भोजन पवित्र भोजन। माड़ा भोजन केड़ा है? कहंदे कूड़ बोल मुर्दार खाए। असी एप्रोप्रिएट और सेक्रेट सवेरे उठना या नहीं उठना, हुण कोई समा अपने आप विच पवित्र नहीं है, लेकिन एप्रोप्रिएट समा जरूर है। डिफरेंस है ना, असी जिहड़ा डिफरेंशिएट करना सी बिटवीन एप्रोप्रिएट एंड सेक्रेट, असी किते ना किते वो मिक्स हो गए। नेम चंगा सी जीवन विच, नेम केड़ा धारण करना सी? कहंदा सच वरत नेम ना काल संतावे। सच नूं अपनी जिंदगी दा वर्त, सच नूं अपनी जिंदगी दा नेम बना लै। जे किते असी गुरु नूं एज टीचर समझ के असी आप एज स्टूडेंट ਉਹਦੇ ਕੋਲ सवाल करना शुरू कर देना कि लाइन लग उत्थे कोई ओकेजन है जी रुमाले भेट आ यार, गुरुद्वारियां कोल जगह नहीं रुमाले रखण दी। कितने वीडियोस ਤੁਹਾਨੂੰ मिल जाएंगे जिथे रुमाले और ਜਿਹੜੇ रुमाले ने उन्होंने अगन भेट करी जा रहे हैं।
ਸਾਨੂੰ ਕਿਤੇ ਭਰਮ ਪੈ ਗਿਆ। ਨਾਲ ਉਹ ਸ਼ਬਦ ਪੜ੍ਹਦੇ ਨੇ, ਉਹ ਪ੍ਰੇਮ ਪਟੋਲਾ ਤੈ ਸ਼ਹਿ ਦਿੱਤਾ ਢੱਕਣ ਕੂਪਤ ਮੇਰੀ, ਦਾਣਾ ਬੀਨਾ ਸਾਈਂ ਮੈਂਡਾ ਨਾਨਕ ਸਾਰ ਨਾ ਜਾਣਾ ਤੇਰੀ। ਇੱਥੇ ਇੱਥੇ ਗੱਲ ਕੀ ਸੀ? ਅਕਲੀ ਸਾਹਿਬ ਸੇਵੀਏ, ਅਕਲੀ ਪਾਈਏ ਮਾਨ, ਅਕਲੀ ਪੜ੍ਹ ਕੇ ਬੁਝੀਏ, ਅਕਲੀ ਕੀ ਚੈਦਾਨ। ਸਾਡੇ ਸਮਾਜ ਦੇ ਸਿਕਲੀਗਰ ਬੱਚੇ ਹੋਣ, ਹੈ ਵੈਸੇ ਸਾਰਿਆਂ ਵਾਸਤੇ, ਲੇਕਿਨ ਜਿਹੜੇ ਤੁਹਾਡੇ ਆਪਣੇ ਵਿਹੜੇ ਦੇ ਬੱਚੇ ਨੇ ਉਹ ਭੁੱਖੇ ਨੰਗੇ ਨੇ। ਉਹ ਪਿਓ ਖੁਸ਼ ਹੋਏਗਾ 2 ਕਰੋੜ ਰੁਪਏ ਦਾ ਚੰਦੋਆ ਲਗਾ ਕੇ ਰੋਜ਼ ਨਵਾਂ। ਅਸੀਂ ਉਹਨਾਂ ਨੂੰ ਐਜੂਕੇਟ ਨਹੀਂ ਕਰ ਪਾਏ। ਫਰਕ ਕੀ ਹੈ ਸਾਡੇ ਵਿੱਚ ਔਰ ਸਿਕਲੀਗਰਾਂ ਵਿੱਚ? ਫਰਕ ਕੀ ਹੈ? ਕੇਵਲ ਐਜੂਕੇਸ਼ਨ ਦਾ ਫਰਕ ਹੈ। ਗੁਰੂ ਦੀ ਗੱਲ ਨੂੰ ਵੈਸੇ ਮੇਰੇ ਕੋਲ ਆਈ ਥਿੰਕ 8:45 ਤੱਕ ਦਾ ਟਾਈਮ ਹੈ। 1-2 ਮਿੰਟਾਂ ਚ ਆਈਲ ਐਂਡ ਅਪ, ਤਾਂ ਕਿ ਜਿਹੜਾ ਸਵਾਲ ਜਵਾਬ ਵਿੱਚ ਉਹ ਵੀ ਜਿਤਨੇ ਮੈਂ ਕਵਰ ਕਰ ਪਾਇਆ ਉਹਨੇ ਕਰਾਂਗਾ। ਚਰਨ ਧੂੜ ਦਾ ਇੱਕ ਸਾਡੇ ਵਿੱਚ ਜਿਹੜਾ ਮਿਸਕਨਸੈਪਸ਼ਨ, ਚਰਨ ਕਿਹੜੇ ਸਨ? ਹੁਣ ਗੁਰੂ ਜਿਹੜਾ ਨਾ ਇੱਥੇ ਗੁਰੂ ਵੀ ਸੂਖਸ਼ਮ, ਰੱਬ ਵੀ ਸੂਖਸ਼ਮ, ਸਿੱਖ ਵੀ ਸੂਖਸ਼ਮ। ਸ਼ਬਦ ਗੁਰੂ ਸੁਰਤ ਧੁਨ ਚੇਲਾ ਹੈ। ਸ਼ਬਦ ਗੁਰੂ ਹੈ ਤੇ ਜਿਤੇ ਗੁਰੂ ਸ਼ਬਦ ਹੈ, ਤੂੰ ਸਿੱਖ ਵੀ शारीरिक तौर पर नहीं, तेरी सुरत जितना गुरु के शब्द ਨੂੰ ग्रहण करेगी उतना तू सिख बनेगा। चरण की सन गुरु दे? हिरदे चरण शब्द सतगुरु को, नानक बांधे ओ पाल। ਅਸੀਂ ਉਹਨੂੰ ਕੋਈ ਐਸੇ ਸ਼ਬਦ ਮਿਲ ਜਾਣਗੇ, ਕਹਿੰਦੇ ਸਾਧ ਕੀ ਧੂੜ ਕਰੋ ਇਸ਼ਨਾਨ, ਫਿਰ ਕੀ ਕਰਾਂਗੇ? ਕਿਸੇ ਸਾਧ ਨੂੰ ਤੁਰਾਣਾ ਪਏਗਾ, ਉਹ ਸਾਰਾ ਧੂੜ ਇੱਕ ਬਾਲਟੀ 'ਚ ਇਕੱਠੀ ਕਰਨੀ ਪਏਗੀ। ਅੱਛਾ, ਇੱਥੇ ਤੱਕ ਸ਼ਬਦ ਨੇ, ਸਤ ਸੰਗਤ ਕੀ ਧੂਰ ਪਰੀ ਉਡ ਨੇਤਰੀ, ਸਭ ਦੁਰਮਤ ਮੈਲ ਗਵਾਈ। ਦੁਰਮਤ ਦੀ ਮੈਲ ਦੂਰ ਕਰਨ ਵਾਸਤੇ ਕੀ ਇਲਾਜ ਦੱਸਿਆ ਗੁਰੂ ਨੇ? ਸਤ ਸੰਗਤ ਕੀ ਧੂਰ ਪਰੀ ਉਡ ਨੇਤਰੀ। ਫਿਰ ਸਾਨੂੰ ਫੈਨ ਲਗਾਣਾ ਪਏਗਾ, ਸੰਗਤ ਨੂੰ ਟੁਰਾਣਾ ਪਏਗਾ, ਉਹ ਤੋਂ ਫੈਨ ਲਗਾਣਾ ਪਏਗਾ। ਲੋਕਾਂ ਨੇ ਕਹੇਗਾ ਇਹ ਅੱਖਾਂ ਖੋਲ ਕੇ ਰੱਖੋ। ਸੁੱਚ ਪਿੱਟਦਾ ਸਾਡੇ ਵਿੱਚ ਜਿਹੜਾ ਮਨੋ ਇੱਕ ਜਿਹੜਾ ਪੈ ਗਿਆ। ਗੁਰੂ ਕਹਿ ਰਹੇ ਸੀ, ਕਹੋ ਪੰਡਤ ਸੂਚਾ ਕੌਣ ਥਾਨ ਥਾਉ, ਜਹਾਂ ਬੈਸ ਹੋ ਭੋਜਨ ਖਾਓ। ਜਿਹੜਾ ਗੁਰਮਤ ਦਾ ਜਿਹੜਾ ਕਹਿੰਦੇ ਵੀ ਤਨ ਸੂਚਾ ਸੋ ਆਖੀਏ ਜਿਸਮੇ ਸਾਚਾ ਨਾ ਹੋ। ਸਫਾਈ ਵੱਖ ਚੀਜ਼ ਹੈ, ਸੁਚਮਤਾ ਵੱਖਰੀ ਚੀਜ਼ ਹੈ। ਗੁਰੂ ਦਾ ਬੜਾ ਇੱਕ ਸੂਚੇ ਇਹ ਨਾ ਆਖੀਏ ਬਹਿਨ ਜੇ ਪਿੰਡਾ ਧੋਏ, ਸੂਚੇ ਸਹੀ ਨਾਨਕਾ ਜਿਨ ਮਨ ਵਸਿਆ ਸੋ। ਜਿਹੜੀ ਬਾਣੀ ਕਹਿੰਦੀ ਹੋਵੇ ਭੰਡ ਜੰਮੀਏ ਭੰਡ ਨਿਮੀਏ, ਭੰਡ ਮੰਗਣ ਵਿਆਓ, ਭੰਡੋ ਹੋਵੇ ਦੋਸਤੀ, ਉਹ ਜਨਾਨੀਆਂ ਨੂੰ ਦਰਬਾਰ ਸਾਹਿਬ ਤੋਂ ਕੀਰਤਨ ਨਹੀਂ ਕਰਨ ਦਿੱਤਾ ਜਾਂਦਾ। ਅੱਛਾ, ਕੀਰਤਨ ਨਹੀਂ ਕਰਨ ਦਿੱਤਾ, ਉਹਨਾਂ ਨੂੰ ਉੱਥੇ ਸੇਵਾ ਨਹੀਂ ਕਰਨ ਦਿੱਤੀ ਜਾਂਦੀ। ਤੇ ਨਾਲ ਦੱਸਿਆ ਕੀ ਜਾਂਦਾ, ਉੱਥੇ ਜੀ ਪਜਾਮਾ ਲਾ ਕੇ ਸੇਵਾ ਕਰਦੇ ਨੇ। ਕਿਆ ਤਰੀਕੇ ਬਣਾਤੇ ਨਾ, ਅਸੀਂ ਨਹੀਂ ਚਾਹੁੰਦੇ ਸੀ ਉੱਥੇ ਜਨਾਨੀਆਂ ਸੇਵਾ ਕਰਨ। ਜਾਂ ਪਜਾਮਾ ਪਾਉਣ ਵਿੱਚ ਔਰ ਪਜਾਮਾ ਲਾਉਣ ਵਿੱਚ ਧਰਮ ਨੂੰ ਢੂੰਡਦੇ ਰਹਿ ਜਾਓ, ਢੂੰਡ ਨਹੀਂ ਸਕੋਗੇ। ਪਜਾਮਾ ਪਾਉਣਾ ਜਾਂ ਪਜਾਮਾ ਲਾਉਣ ਵਿੱਚ ਧਰਮ ਕਿੱਥੇ? ਅਸੀਂ ਸ਼ਰਾਧ ਕਹਿ ਲੋ, ਜੋ ਅਸੀਂ ਇਤਨਾ ਬੜਾ ਕੁਝ ਅਸੀਂ ਆਪਣੇ ਆਪ ਵਿੱਚ ਵਾੜ ਲਿੱਤਾ। ਮੈਂ ਆਪਣੇ ਆਪ ਨੂੰ ਤਾਂ ਸੰਕੋਚ ਲਵਾਂਗਾ ਤਾਂ ਕਿ ਹੋਰ ਜੇ 5-6-7 ਮਿੰਟ ਹਨ ਤੇ ਜੇ ਅੱਗੇ ਕੋਈ ਹੋਰ देयर इज इंटेंशन बिल्कुल ਇਹ ਨਹੀਂ ਕਿ ਕਿਸੇ ਨੂੰ ਕੋਈ ਹਰਟ ਹੋਵੇ। ਲੇਕਿਨ ਗੁਰੂ ਦੀ ਗੱਲ ਨਾ ਕੀਤੀ ਜਾਏ, ਜਿਨ ਗੁਰੂ ਗੋਪੇ ਆਪ ਨਾ ਸੇ ਨਰ ਬੁਰਿਆਰੀ। ਸੋ ਇਸ ਤੋਂ ਅੱਗੇ ਵੀਰ ਜੀ ਭਾਵੇਂ ਉਹਨੂੰ ਲੈ ਲੈਣ ਤੇ ਜੇ ਕੋਈ ਸਵਾਲ ਜਾਂ ਕੋਈ ਹੋਰ ਕੋਈ ਸੁਝਾਅ ਜਾਂ ਕੋਈ ਹੋਰ ਆਪਣੀ ਰਾਏ ਵੀ ਜ਼ਰੂਰ ਰੱਖਣਾ ਚਾਹੇ ਤੇ ਜ਼ਰੂਰ ਰੱਖ ਲੈਣ ਜੀ। ਹਾਂਜੀ ਵੀਰ ਜੀ। ਹਾਂਜੀ ਵੀਰ ਜੀ, ਇਹਨੂੰ ਅੱਗੇ ਹੁਣ ਕੋਡ ਕੰਡਕਟ ਕਰੇਗਾ ਇਸ ਪ੍ਰੋਗਰਾਮ ਨੂੰ। ਹਾਂਜੀ ਵੀਰ ਜੀ। एक दो क्वेश्चंस आ रहे थे, कैन आई आस्क द क्वेश्चन? आवाज नहीं आ रही भैन जी आपकी। मेरे को एक दो क्वेश्चंस काफी दिन, देयर 2-3 क्वेश्चंस इन माय माइंड, कैन आई रेज देम? आवाज नहीं बिल्कुल करो जी, करो, सवाल पूछो जी, सवाल पूछो तुसी। मेरी सारू आवाज आ रही है। ओके, वीर जी नु नहीं आ रही बिकॉज़ ही हैज टू आंसर मी, दैट्स द थिंग। हाँ मैं दिल्ली ਦੇ ਬਹੁਤ ਵੱਡੇ ਗੁਰਦੁਆਰੇ ਵਿੱਚ ਕੋਈ 15 ਦਿਨ ਪਹਿਲੇ ਗਈ ਸੀ ਤੇ ਜਦੋਂ ਪ੍ਰਸ਼ਾਦ ਵਰਤਾਇਆ ਜਾ ਰਿਹਾ ਸੀ ਤੇ ਮੈਂ ਹੱਥ ਕੀਤਾ, ਉਹਨਾਂ ਨੇ ਕਿਹਾ ਤੁਹਾਨੂੰ ਨਹੀਂ ਮਿਲੇਗਾ, ਸਿੰਘਾਂ ਨੂੰ ਮਿਲੇਗਾ। ਵਾਟਸ ਦਿਸ ਰੈਲੇਵੈਂਸ? ਬਾਕੀ ਸਾਰਿਆਂ ਨੂੰ ਆਵਾਜ਼ ਆ ਰਹੀ ਹੈ ਜੀ?
ਤੁਹਾਡੀ ਆ ਰਹੀ ਹੈ ਜੀ, ਹੁਣ ਬਿਲਕੁਲ ਆ ਰਹੀ आ ਹੈ। रही है जी, आ रही है जी। ਇਹ ਥੋੜੀ ਆਵਾਜ਼ ਨਹੀਂ ਆ ਰਹੀ ਕਰੀਬ ਕਰੀਬ। ਤੁਸੀਂ फिर जी आप जी headphone अपनी ਲਗਾ ਲਓ। वायर देख लो एक बारी, वायर चेक कर लो एक बारी। ਇੱਕ ਮਿੰਟ। हुन आ रही है? ਸਾਨੂੰ ਆ ਰਹੀ ਹੈ ਵੀਰ ਜੀ, ਤੁਹਾਡੀ ਆਵਾਜ਼ ਆ ਰਹੀ ਹੈ। ਹੁਣ ਪਤਾ Can ਹੀ you ਲੱਗ ਰਿਹਾ, hear ਹੁਣ me? ਪਤਾ ਹੀ ਲੱਗ ਰਿਹਾ ਨਾ। Can you hear me? Can you hear me? मैं क्वेश्चन रिपीट कर रही हूँ। आप सुन पा रहे हो मनु? ਸਾਨੂੰ ਤੇ ਸੁਣਾਈ ਦੇ ਰਹੀ ਹੈ ਵੀਰ ਜੀ। पर उन्होंने जवाब देना ना ऐसा ਹੁਣ ਆਣਾ ਤੁਸੀਂ ਸ਼ੁਰੂ ਹੋ ਗਈ। ਹਾਂਜੀ सुन पा रहे हो जी? ਹੁਣ ਸੁਣ Okay. ਪਾ ਰਹੇ, ਹੁਣ ਆਵਾਜ਼ ਬਿਲਕੁਲ ਕਲੀਅਰ ਆ ਰਹੀ, ਵਿਚਕਾਰ ਆਣੀ ਬੰਦ ਹੋ मैं ਗਈ। बहुत ਵੱਡਾ ਦਿੱਲੀ ਦੇ ਮੇਨ ਗੁਰਦੁਆਰੇ ਦੇ ਅੰਦਰ ਗਈ ਸੀ ਕੋਈ 15 ਦਿਨ ਪਹਿਲੇ, और जैसे देग ਵਰਤਾਨ ਲੱਗੇ ਤੇ ਮੈਂ ਇੰਜ ਹੱਥ ਕੀਤਾ ਤੇ ਉਹਨਾਂ ਨੇ ਕਿਹਾ ਨਹੀਂ ਤੁਹਾਨੂੰ ਨਹੀਂ ਮਿਲੇਗਾ। ਮੈਂ ਇੰਜ ਹੀ ਕਰਦੀ ਰਹਿ ਗਈ। ਉਹਨਾਂ ਨੇ ਕਿਹਾ ਨਹੀਂ ਸਿੰਘਾਂ ਨੂੰ ਮਿਲੇਗਾ। व्हाट इज दिस? ਮੈਨੂੰ ਇਹ ਤੇ ਕੋਈ ਗੱਲ ਸਮਝ ਨਹੀਂ ਆਈ। ਤੁਸੀਂ ਦਰਬਾਰ ਸਾਹਿਬ ਜਾਓ, ਤੁਸੀਂ ਪਾਲਕੀ ਨੂੰ ਮੋਢਾ ਦੇਣ ਦੀ ਕੋਸ਼ਿਸ਼ ਕਰੋ ਐਜ਼ ਅ ਲੇਡੀ। ਨਹੀਂ ਧੱਕਾ ਦੇ ਕੇ ਤੁਹਾਨੂੰ ਸੁੱਟ ਦਿੰਦੇ ਨੇ ਪਰ ਪਾਸੇ। ਨਾ ਮੈਂ ਤੇ ਇੰਜ ਹੀ ਕਰਦੀ ਰਹਿ ਗਈ। ਪ੍ਰਸ਼ਾਦ ਵੀ ਭਾਈ ਸਾਹਿਬ ਪ੍ਰਸ਼ਾਦ, ਉਹਨੇ ਕਿਹਾ ਨਹੀਂ। ਵੀ ਹੈਵ ਟੂ, ਅਸੀਂ ਨਾ ਇਹ ਪੁਜਾਰੀ ਵਰਗੇ ਨੂੰ ਦੋਨਾਂ ਨੂੰ ਛੱਡ ਕੇ ਚੱਲਣਾ ਪਏਗਾ, ਹੋਰ ਕੋਈ ਇਲਾਜ ਨਹੀਂ ਹੈ। Okay, second question is कि ਇਹ ਅਰੇਬੀ ਕਛਹਿਰਾ ਅਰੇਬੀ ਹੋਣਾ ਚਾਹੀਦਾ। What is this? ਅਰੇਬੀ ਇਹ ਜਿਹੜੇ ਕਛਹਿਰੇ ਮਿਲਦੇ ਨੇ ਰੇਬ ਵਾਲੀ ਅਰੇਬੀ ਕਟਿੰਗ ਹੋਣੀ ਚਾਹੀਦੀ। ਰੇਬ ਕਹਿੰਦੇ ਨੇ। ਇਹਦੇ ਧਰਮ ਨਹੀਂ ਢੂੰਡ ਸਕਦੇ ਤੁਸੀਂ। ਕੁਝ ਚੀਜ਼ਾਂ ਸ਼ਾਇਦ ਫੈਸਲੇ ਜਿਹੜੇ ਨੇ ਨਾ, ਜਦੋਂ ਗੁਰੂ ਕਿਸੇ ਮੁਸਲਮਾਨ ਜਦੋਂ ਜੋਗੀ ਨੂੰ ਸੰਬੋਧਨ ਕਰਦਾ ਪਿਆ, ਗੁਰੂ ਕੀ ਕਹਿੰਦਾ ਹੈ? ਮੁੰਦਾ ਸੰਤੋਖ ਸਰਮਪਤ ਝੋਲੀ ਧਿਆਨ ਕੀ ਕਰੇ ਵਿਭੂਤ। ਚੀਜ਼ਾਂ ਨੂੰ ਧਰਮ ਬਣਾ ਲਿੱਤਾ ਹੈ। ਅੱਛਾ, ਇੱਥੇ ਤੱਕ ਉਹ ਕਛਹਿਰਾ ਪਾਣਾ ਲਾਣਾ ਕਿਵੇਂ ਉਹ ਸਾਡੇ ਧਰਮ ਦਾ ਹਿੱਸਾ ਬਣ ਗਿਆ। ਇੱਕ ਪੈਰੋਂ ਕਛਹਿਰਾ ਲਾਣਾ ਹੈ, ਦੂਜੇ ਗਿੱਲਾ ਲਾਣਾ ਹੈ, ਉਸੇ ਪੈਰ ਵਿੱਚ ਸੁੱਕਾ ਪਾਣਾ ਹੈ, ਤਾਂ ਦੂਜੇ ਪੈਰੋਂ ਲਾਣਾ। ਮੈਨੂੰ ਨਹੀਂ ਸਮਝ ਆਈ। ਮੈਨੂੰ ਵੀ ਸਮਝ ਨਹੀਂ ਆਈ ਗੱਲਾਂ। ਇੱਕ ਕੁਐਸਚਨ ਮੇਰਾ ਹੈਗਾ ਵਾਹਿਗੁਰੂ ਜੀ। ਮੇਰਾ ਇਹ ਕੁਐਸਚਨ ਹੈਗਾ, ਥਰਡ ਵਾਲਾ ਕੁਐਸਚਨ ਹੈਗਾ। ਕੁਐਸਚਨ ਮੈਂ ਇਹ ਜਿਹੜੀ ਨਹਾਣ ਲੱਗਿਆ, ਇਸ਼ਨਾਨ ਕਰਨ ਲੱਗਿਆ, ਕਿਰਪਾਨ ਜਿਹੜੀ ਹੈ ਤੇ ਮੱਥੇ ਤੇ ਬੰਨੋ, ਲਾਣ ਕੇ ਰੱਖ ਨਹੀਂ ਸਕਦੇ। ਵਾਟ ਇਜ਼ ਦੈਟ? ਇਹ ਵੀ ਥੋੜਾ ਕਲੈਰੀਫਾਈ ਕਰੋ। ਮੈਂ ਆਈ ਥਿੰਕ ਕੁਐਸਚਨ which are not based on ਗੁਰੂ ਗ੍ਰੰਥ ਸਾਹਿਬ ਜੀ, ਇਹਨਾਂ ਦਾ ਕੋਈ ਆਨਸਰ ਨਹੀਂ। ਇਹਨਾਂ ਨੂੰ ਇਹ ਕਦੋਂ ਸਾਡੇ ਜ਼ਿੰਦਗੀ ਦਾ ਹਿੱਸਾ ਬਣੇ ਨੇ, ਕਦੋਂ ਇਹਨਾਂ ਨੂੰ ਧਰਮ ਬਣਾ ਦਿੱਤਾ ਗਿਆ। ਹਰ ਇੱਕ ਚੀਜ਼ ਐਪਰੋਪ੍ਰੀਏਟ ਹੈ, ਇੱਕ ਚੀਜ਼ ਸੈਕਰਡ। ਅਸੀਂ ਜਿਹੜੀ ਚੀਜ਼ ਐਪਰੋਪ੍ਰੀਏਟ ਸੀ ਨਾ, ਅਸੀਂ ਆਪਣੇ ਕੋਲ ਸ਼ਸਤਰ ਰੱਖਦੇ, ਅਸੀਂ ਸ਼ਸਤਰ ਨੂੰ ਚਲਾਣਾ ਸਿੱਖਦੇ, ਲੋੜ ਪੈਣ ਦੇ ਉੱਤੇ ਅਸੀਂ ਆਪਣਾ ਸੈਲਫ, ਉਹ ਕਈਆਂ ਨੇ ਤੇ ਜੋ ਬੰਦੇ ਨੇ ਨਾ, ਉਹਨਾਂ ਦੀ ਸ਼ਾਇਦ ਕਿਰਪਾਨ ਮਿਆਨ ਤੋਂ ਬਾਹਰ ਵੀ ਨਹੀਂ ਨਿਕਲਦੀ ਹੋਣੀ। ਉਹਨਾਂ ਨੇ ਸ਼ਸਤਰ ਚਲਾਣਾ ਨਹੀਂ ਸਿੱਖਿਆ, ਲੇਕਿਨ ਉਸ ਨੂੰ ਐਜ਼ ਅ ਸਿੰਬਲ, ਐਜ਼ ਅ ਪਵਿੱਤਰ ਸਿੰਬਲ ਅਸੀਂ ਉਹਨੂੰ ਰੱਖਣਾ ਸ਼ੁਰੂ ਕਰ ਦਿੱਤਾ। ਲਾਸਟ ਕੁਐਸਚਨ ਜਿਹੜੇ ਮੇਰਾ ਕਛਹਿਰੇ ਨੇ ਨਾ, ਇਹ ਲੱਠੇ ਦੇ ਕੱਪੜੇ ਦੇ ਹੋਣੇ ਚਾਹੀਦੇ। ਵਾਹਿਗੁਰੂ ਇੱਕ ਕੁਐਸਚਨ ਮੇਰਾ ਹੈਗਾ ਵੀਰ ਜੀ। ਮੈਂ ਨਾ ਕੀਰਤਨ ਵੀ ਕਰਨੀ ਆ ਤੇ ਵਾਹਿਗੁਰੂ ਦੀ ਕਿਰਪਾ ਨਾਲ ਕੀਰਤਨ ਸਿਖਾਉਂਦੀ ਆ ਜਿਹੜੇ ਗੁਰਦੁਆਰੇ ਬੱਚੇ ਹੁੰਦੇ ਨੇ ਸੇਵਾਦਾਰਾਂ ਦੇ। ਤੇ ਅੱਜ ਵੈਸੇ ਰੋਜ਼ ਹੀ ਮਿਸ ਹਫਤੇ ਦੀ 2 ਕਲਾਸਿਸ ਲੈਣੀ ਆ। ਤੇ ਅੱਜ ਵੀ ਮਿਸ ਬੈਠੇ ਹੋਏ ਸੀ, ਉਹ ਸੇਵਾਦਾਰ ਬਹੁਤ ਦੁਖੀ ਸੀ। ਮੈਂ ਕਿਹਾ ਕੀ ਗੱਲ ਹੋ ਗਈ? ਕਹਿੰਦੀ ਮੈਂ ਬਿਮਾਰ ਹੋਈ, ਮੇਰਾ ਬੜਾ ਖਰਚਾ ਹੋ ਗਿਆ ਦੀਦੀ। ਮੈਂ ਕਿਹਾ ਅੱਛਾ। ਤੇ ਕਹਿੰਦੇ ਨੇ 3100 ਰੁਪਇਆ ਮੈਨੂੰ ਦਿੰਦੇ ਨੇ ਇਹ ਲੋਕ ਮਹੀਨੇ ਦਾ। ਉੱਤੋਂ ਕਹਿੰਦੇ ਨੇ ਕਿ ਇਹ ਦੇਖੋ ਅਸੀਂ ਤੁਹਾਨੂੰ ਬਿਜਲੀ ਦੇ ਰਹੇ ਹਾਂ, ਪਾਣੀ ਦੇ ਰਹੇ ਹਾਂ, ਤੁਹਾਨੂੰ ਲੰਗਰ ਫ੍ਰੀ ਹੈ, ਤੁਹਾਨੂੰ ਕਮਰਾ ਦੇ ਰਹੇ ਹਾਂ, ਤੁਹਾਡੇ 10,000 ਦਾ ਕਮਰਾ ਹੈ। ਮਿਸ ਵਾਟ ਇਜ਼ ਦਿਸ? ਇਹ ਕੀ ਮਤਲਬ ਹੋਇਆ? ਮਿਸ ਗੁਰਦੁਆਰੇ ਦਾ ਹੈ, ਇਹ ਗੁਰਦੁਆਰੇ ਦੀ ਸੇਵਾ ਹੈ, ਗੁਰਦੁਆਰੇ ਦਾ ਪੈਸਾ ਹੈ, ਗੁਰੂ ਦੀ ਗੋਲਕ ਵਿੱਚੋਂ ਆ ਰਿਹਾ ਹੈ ਕਿ ਤੁਸੀਂ ਇੰਨੇ ਪ੍ਰਧਾਨ ਬਣ ਜਾਂਦੇ ਹੋ ਕਿ ਤੁਸੀਂ ਇਹਨਾਂ ਲੋਕਾਂ ਨੂੰ ਨਾ ਟੌਰਚਰ ਕਰਦੇ ਹੋ। ਕਹਿੰਦੇ ਦੀਦੀ ਦੇਖੋ ਬੱਚਿਆਂ ਨੂੰ ਦੁੱਧ ਪਿਆਉਣ ਦਾ ਵੀ 3100 ਰੁਪਇਆ ਸਾਡਾ। ਮਿਸ ਕਿੰਨਾ ਮੁਸ਼ਕਿਲ ਹੈ ਸਾਡੇ ਵਾਸਤੇ। ਇੰਨਾ ਰੋਈ ਉਹ ਮੇਰੇ ਸਾਹਮਣੇ, ਤਾਂ ਮੈਨੂੰ ਬੜਾ ਫੀਲ ਹੋਇਆ ਕਿ ਇੰਨੇ ਨੇ ਲੰਗਰ ਲਾਣੀਆਂ, ਇੰਨੇ ਬਾਹਰ ਲੋਕਾਂ ਨੂੰ ਖਾਣ ਲੱਗੇ, ਆਪਣੇ ਬੱਚਿਆਂ ਨੂੰ। ਇਹ ਵੀ ਤੇ ਬੱਚੇ ਨੇ ਸਾਡੇ ਛੋਟੇ ਛੋਟੇ, ਇੰਨੇ ਪਿਆਰ ਨਾਲ ਕੀਰਤਨ ਕਰਦੇ ਨੇ, ਬੜਾ ਆਨੰਦ ਆਉਂਦਾ। ਉਹ ਸੈਟਰਡੇ ਅਸੀਂ ਕੀਰਤਨ ਕਰਨੇ ਆ ਉਹਨਾਂ ਦੇ ਨਾਲ ਤੇ ਬਹੁਤ ਅੱਛਾ ਲੱਗਦਾ ਹੈ। ਉਹਨਾਂ ਨੂੰ ਬੜਾ ਚਾਅ ਵੀ ਹੁੰਦਾ ਕਿ ਦੀਦੀ ਆਏ ਸਿਖਾਉਣ। ਤੇ ਬੜਾ ਫੀਲ ਹੋਇਆ ਕਿ ਬਈ ਇੰਨੀ ਇਹਨਾਂ ਦੀ ਘੱਟ ਕਿਉਂ ਤਨਖਾਹ ਹੈ। ਇਹਨਾਂ ਪ੍ਰਬੰਧਕ ਕਮੇਟੀਆਂ ਵਾਲਿਆਂ ਨੇ ਕੋਈ ਨਹੀਂ ਇਹਨਾਂ ਬਾਰੇ ਸੋਚਦੇ। ਕਹਿੰਦੇ ਦੀਦੀ ਅਸੀਂ ਕੋਸ਼ਿਸ਼ ਕਰਨੇ ਆ ਕਿ ਹੁਣ ਅਸੀਂ ਕਦੇ ਵੀ ਆਪਣੇ ਬੱਚਿਆਂ ਨੂੰ ਸੇਵਾਦਾਰ ਨਹੀਂ ਬਣਾਵਾਂਗੇ, ਨਾ ਕੀਰਤਨੀਏ ਬਣਾਵਾਂਗੇ। ਇਹ ਲੋਕ ਪੈਸੇ ਨਹੀਂ ਬਿਲਕੁਲ ਕੱਢਦੇ ਨੇ। ਅੱਜ ਅਸੀਂ ਜੋ ਸਟਰਗਲ ਕਰ ਰਹੇ ਹਾਂ, ਅਸੀਂ ਨਹੀਂ ਚਾਹੁੰਦੇ ਕਿ ਸਾਡੇ ਬੱਚੇ ਐਵੇਂ ਬਣਨ। ਤੇ ਐਵੇਂ ਤੇ ਸਾਡੀ ਕਿਸ ਤਰ੍ਹਾਂ ਇਹ ਚੱਲੇਗਾ?
ਮੈਨੂੰ ਬੜਾ ਫੀਲ ਹੋਇਆ ਇਸ ਗੱਲ ਤੇ SSM ਮਾੜਾ ਲੱਗਿਆ ਨਾ, ਬਹੁਤ ਫੀਲ ਹੋਇਆ, ਬਹੁਤ ਮਾੜਾ ਲੱਗਿਆ ਨਾ। ਆਵਾਜ਼ ਚੁੱਕੋ। ਬੋਲ ਸੁ ਧਰਮੜੀਆ ਮੋਨ ਕਤ ਧਾਰੀ ਰਾਮ। ਅਸੀਂ ਇਸ ਚੀਜ਼ ਦੇ ਜਵਾਬਦਾਰ ਆ। ਅਸੀਂ ਗੱਲ ਨਹੀਂ ਕਰਦੇ। ਤੁਹਾਡੀ ਦਸਮੰਦ ਤੁਸੀਂ ਉਸ ਜਗ੍ਹਾ ਤੇ ਲਾਓ ਜਿਹੜੀ ਤੁਹਾਨੂੰ ਠੀਕ ਲੱਗਦੀ ਹੈ। ਜਿਸ ਇਹ ਚੀਜ਼ ਜੇ ਸਾਰਿਆਂ ਨੂੰ ਮਾੜੀ ਲੱਗਦੀ ਪਈ ਹੈ ਤੇ ਫਿਰ ਕਿਉਂ ਚੱਲੀ ਜਾ ਰਹੀ ਹੈ ਅਜੇ ਤੱਕ? ਕਿਉਂ ਅਸੀਂ ਹਜੇ ਕਰੇਜ ਆਫ ਕਨਵਿਕਸ਼ਨ ਨਹੀਂ ਕਰ ਪਾਏ? ਤੁਹਾਨੂੰ ਮਾੜਾ ਲੱਗਦਾ ਹੈ? ਤੁਸੀਂ ਜਾ ਕੇ ਜਦੋਂ 10 ਬੰਦਾ ਗੱਲ ਕਰੇਗਾ, 20 ਬੰਦਾ ਗੱਲ ਕਰੇਗਾ, 50 ਬੰਦਾ ਗੱਲ ਕਰੇਗਾ ਨਾ, ਚੀਜ਼ ਹਾਲਾਤ ਬਦਲੀ ਹੋਣਗੇ। ਗੁਰੂ ਨਹੀਂ ਕਰ ਬਹਿ ਗਏ। ਉਹ ਕਿਉਂ ਕਹਿੰਦੇ ਠਾਂ ਟੱਕਰਾਂ ਕਿਉਂ ਖਾਦੀਆਂ ਨੇ? ਕਹਿੰਦੇ ਪਾਪੀ ਭਗਤ ਨਾ, ਸਾਡੀ ਭਗਤੀ ਕਿਹੜੀ ਹੋਣੀ ਚਾਹੀਦੀ ਸੀ? ਅਸੀਂ ਇਹ ਆਵਾਜ਼ ਚੁੱਕਦੇ, ਇਹ ਸਾਡੀ ਸੱਚੀ ਭਗਤੀ ਸੀ ਜੋ ਇਹਨਾਂ ਨੂੰ ਪਸੰਦ ਨਹੀਂ ਆਣੀ। ਬਟ ਵੀਰ ਜੀ ਜੋ ਵੀਰ ਜੀ ਆਵਾਜ਼ ਚੁੱਕਦੇ ਨੇ ਨਾ, ਉਹਨੂੰ ਇਹ ਲੋਕ ਨਿਕਾਲ ਦਿੰਦੇ ਨੇ। ਹਰਦੇਵ ਸਿੰਘ ਜੀ ਨੂੰ ਬੋਲਣ ਦਿਓ ਜੀ। ਹਰਦੇਵ ਸਿੰਘ ਜੀ ਵਾਰੀ ਦਿਓ ਹੁਣ। ਹਾਂਜੀ, ਵਾਹਿਗੁਰੂ ਜੀ। ਬੋਲੋ ਵੀ। ਵਾਹਿਗੁਰੂ ਫਤਿਹ। ਵਾਹਿਗੁਰੂ ਜੀ ਫਤਿਹ ਜੀ। ਮੈਂ ਵੀਰ ਹਰਵਿੰਦਰ ਸਿੰਘ ਜੀ ਨੂੰ ਬੇਨਤੀ ਕਰਾਂਗਾ ਕਿ ਮੇਰੇ ਐਕਚੁਅਲੀ ਦੇਖਣ ਤੋਂ ਪਹਿਲਾਂ ਮੈਂ ਟੌਪਿਕ ਨਹੀਂ ਦੇਖ ਸਕਿਆ, ਲੇਕਿਨ ਇਹਨਾਂ ਦਾ ਜਿਹੜਾ ਲੈਕਚਰ ਸੁਣਨ ਤੋਂ ਬਾਅਦ ਮੈਂ ਅੰਦਾਜ਼ਾ ਲਗਾਇਆ ਕਿ ਇਹ ਖਾਲਸਾ ਨਿਰੂਪਣ ਦੀ ਗੱਲ ਕਰ ਰਹੇ ਨੇ, ਕਿ ਖਾਲਸੇ ਦੇ ਪ੍ਰੋਬਲਮ ਇਹ ਉਹਦੇ ਪਰ ਗੱਲ ਕਰ ਰਹੇ ਨੇ। ਲੇਕਿਨ ਮੈਂ ਹੁਣ ਦੇਖ ਰਿਹਾ ਕਿ ਜਿਹੜਾ ਜਿਸ ਤਰ੍ਹਾਂ ਟੌਪਿਕ ਲਿਆ ਗਿਆ ਨਾ, ਇਹ ਕਈ ਪਾਰਟਸ ਵਿੱਚ ਟੌਪਿਕ ਲਿਆ ਜਾ ਸਕਦਾ, ਕਿਉਂਕਿ ਤੁਸੀਂ ਸਮਝੋ ਕਿ ਇੱਕਦਮ ਨਿਪਟਾਰਾ ਇਹਨਾਂ ਚੀਜ਼ਾਂ ਦਾ ਇੱਕ ਇੱਕ ਕਦਮ ਦੇ ਉੱਪਰ ਜਿਹੜਾ ਉਹ ਨਹੀਂ ਹੋ ਪਾਏਗਾ। ਤੇ ਮੈਂ ਬੇਨਤੀ ਕਰਾਂਗਾ ਵੀਰ ਜੀ ਨੂੰ ਕਿ ਉਹ ਥੋੜਾ ਜਿਹਾ 3-4 ਸਬਜੈਕਟ ਵਿੱਚ ਅਲੱਗ-ਅਲੱਗ ਕਰਕੇ ਇਹ ਦੇਣ, ਕਿਉਂਕਿ ਜਿੱਥੇ ਮੈਂ ਪਹਿਲੇ ਸੁਣ ਰਿਹਾ, ਸਭ ਤੋਂ ਪਹਿਲੇ ਮੈਂ ਵਰਡ ਸੁਣਿਆ ਕਿ ਸਿੱਖ ਕੌਣ ਹੈ ਤੇ ਇਹਦੀ ਗੁਰਬਾਣੀ ਵਿੱਚ ਮੈਨੂੰ ਪਤਾ ਲੱਗਣਾ ਚਾਹੀਦਾ। ਤੇ ਉਹੋ ਜਿਹੀ ਚੀਜ਼ਾਂ ਅਗਰ ਇੱਕ ਇੱਕ ਚੀਜ਼ ਨੂੰ ਵਾਚਣ ਲੱਗੀਏ ਨਾ, ਤੇ ਫਿਰ ਮੈਂ ਸਮਝਦਾ ਡਿਸਪਲਿਨਰੀ ਐਕਸ਼ਨ ਜਿਹੜੀ ਹੈਗਾ ਨਾ ਸਾਡਾ, ਜੋ ਉਹ ਕੁਝ ਵੀ ਨਜ਼ਰ ਨਹੀਂ ਆਏਗਾ। ਤੇ ਸਿੱਖ ਕੌਣ ਹੈ, ਗੁਰਬਾਣੀ ਜੋ ਪੜ੍ਹਦੀ ਹੈ। ਹਾਂ, ਇਹ ਗੱਲ ਹੈ ਕਿ ਸਿੱਖ ਨੂੰ ਗੁਰਬਾਣੀ ਤੋਂ ਬਗੈਰ ਕਿਤੇ ਨਹੀਂ ਚੱਲਣਾ ਚਾਹੀਦਾ, ਦਾएं बाएं नहीं होना चाहिए। लेकिन सिख कौन है दी डेफिनेशन तो शुरू होता है, तो फिर मैं समझा कि कन्फ्यूजन बढ़ते जाएंगे। तो ये टॉपिक जिहड़े तुहाडे कोल क्वेश्चन जिवें आ रहे हैं, क्वेश्चन बहुत आ जाएंगे, भावें कछहरे की गल आवे, भावें किरपान की गल आवे, ते भावें कोई माया की गल। हुण जिवें बीबी जी, मैं समझ रहा था गोरा जी बैठे ने, इन्हां दा क्वेश्चन सी कि भई वो बीबी जी ने जिवें पैसिਆਂ की गल कीती है, उन्हां तो गुजर नहीं होया। मैं ये समझना कि सिख कौम दे विच मैं समझना अज दे दिन हर गली गली विच गुरुद्वारा साहब बने ने, उन्हां दी बड़ी वड्डियां बिल्डिंगां बणीਆਂ ने। ये क्यों बणीਆਂ ने? ਉਹਦੇ ਵਿੱਚ ਇੰਨਾ ਸਟਾਫ ਰੱਖਣਾ ਪੈ ਰਿਹਾ। ਕਿਉਂ ਰੱਖਣਾ ਪੈ ਰਿਹਾ? ਕਿਉਂਕਿ ਸਾਡਾ ਆਪਣਾ ਫਰਜ਼ ਨਹੀਂ ਸੀ ਕਿ ਜਿਹੜਾ ਅਸੀਂ ਸੇਵਾ ਕਰਦੇ, ਅਸੀਂ ਆਪ ਸੇਵਾ ਨਹੀਂ ਕਰਦੇ, ਉਹਦੇ ਬਦਲੇ ਅਸੀਂ ਹੋਰਨਾਂ ਨੂੰ ਐਮਪਲੋਏ ਕਰਕੇ ਉਤੋਂ ਉਹਨਾਂ ਤੋਂ ਸੇਵਾ ਲੈਣਾ ਚਾਹੁੰਦੇ ਹਾਂ, ਤੇ ਫਿਰ ਪ੍ਰੋਬਲਮਸ ਤੇ ਆਉਣਗੀਆਂ। ਕਿਉਂਕਿ ਸੰਗਤ ਇਕੱਠੀ ਨਹੀਂ ਹੈ। ਹਰ ਗਲੀ ਵਿੱਚ ਤੁਸੀਂ ਮੈਨੇਜ ਕਰ ਲਓ ਇੱਕ ਗੁਰਦੁਆਰਾ ਸਾਹਿਬ ਦਾ ਤੇ ਪੂਰਾ ਕਰ ਲਈਏ, 4 ਸਿੰਘ ਬੈਠੇ ਹੁੰਦੇ ਨੇ, ਜਦ ਕਿ ਸੰਗਤ ਭਰਪੂਰ ਹੋਣੀ ਚਾਹੀਦੀ, ਹਾਲ ਭਰਿਆ ਹੋਣਾ ਚਾਹੀਦਾ ਹੈ। ਲੇਕਿਨ 4-4 ਸਿੰਘ ਦਾ ਡਿਵਾਈਡ ਕਰਕੇ ਅਸੀਂ ਉਹ ਨਹੀਂ, ਸਿਸਟਮ ਸਾਡਾ ਪੰਥਕ ਸਿਸਟਮ ਜਿਹੜਾ ਉਹ ਐਵੇਂ ਚਰਮਰਾ ਗਿਆ ਕਿ ਮੈਂ ਸਮਝਦਾ ਬੜੇ ਵੱਡੇ ਪੱਧਰ ਦੀ ਗੱਲ ਹੈ। ਔਰ ਮੈਂ ਕਹਿੰਦਾ ਇਹਦੇ 4-5 ਸਬਜੈਕਟ ਵੀ ਲੈ ਕੇ ਅਗਰ ਤੁਸੀਂ ਟੌਪਿਕ ਲਓ ਤਾਂ ਬੈਟਰ ਰਹੇਗਾ, ਕਿਉਂਕਿ ਇਹ ਓਵਰਆਲ ਇਹਨੂੰ ਤੁਸੀਂ ਕਲੀਨ ਨਹੀਂ ਕਰ ਪਾਓਗੇ। ਔਰ ਮੈਂ ਜਿਹੜਾ ਕਮੈਂਟ ਕੀਤਾ ਹੈ, ਭਾਵੇਂ ਬੜਾ ਵਧੀਆ ਇਹਨਾਂ ਨੇ ਲੈਕਚਰ ਦਿੱਤਾ ਹੈ, ਬੜੀਆਂ ਚੀਜ਼ਾਂ ਇਹਨਾਂ ਨੇ ਕਲੀਅਰ ਕੀਤੀਆਂ ਨੇ, ਆਮ ਬੰਦੇ ਜਿਹੜੀਆਂ ਨਹੀਂ ਸਾਨੂੰ ਪਤਾ ਸਨ ਉਹ ਵੀ ਪਤਾ ਚੱਲੀਆਂ ਨੇ। ਲੇਕਿਨ ਇਹਨਾਂ ਦੇ ਟੌਪਿਕ ਅਗਰ 4-5 ਪਾਰਟਸ ਵਿੱਚ ਕਰੋਗੇ ਤੇ ਮੈਂ ਸਮਝਦਾ ਕੁਐਸਚਨ ਆਨਸਰ ਦੇਣੇ ਜਿਹੜਾ ਸੌਖੇ ਹੋਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਵੀਰ ਜੀ, ਗੁਰਦੀਪ ਸਿੰਘ ਵੀਰ ਜੀ। ਵੀਰ ਜੀ, ਗੁਰਦੀਪ ਸਿੰਘ ਵੀਰ ਜੀ। ਹਾਂਜੀ, ਗੱਲ ਕਰ। ਮੈਂ ਜਿਹੜੀ ਉਹਨੇ ਗੱਲ ਕਰ, ਉਹਨਾਂ ਦੀ ਗੱਲ ਨਾਲ ਸਹਿਮਤ ਹਾਂ ਵੀ ਵਿਸ਼ਾ ਇੰਨਾ ਵਿਸ਼ਾਲ ਹੈ ਜਿਹੜਾ ਉਹ ਢੇਰ ਡਿਸਕਸ ਕਰਨ ਲਈ ਦਾ ਸਮਾਂ ਬਹੁਤ ਘੱਟ ਹੈ।
ਪਰ ਆਪਾਂ ਚਾਹੇ ਇੱਕ ਕਲਾਸ ਵਿੱਚ ਆ ਰਹੀਏ ਤੇ ਚਾਹੇ ਆਪਾਂ 10 ਕਲਾਸਾਂ ਵਿੱਚ ਆ ਰਹੀਏ ਕਿ ਉਹਨਾਂ ਤੋਂ ਨਿਪਟਾ वीर जी आवाज नहीं आ रही आपसे जी। उसने म्यूट कर वीर जी आवाज नहीं आ रही। हाँ जी, हाँ जी, किसी और ਨੂੰ हाँ किसी और ਨੂੰ को चालू करें क्योंकि ਉਹਨਾਂ ਦਾ नेटवर्क ਦਾ इशू लग रहा है हाँ जी, हाँ जी। किसी और ने कोई गल करनी है जी? वीर जी नेट नहीं आ रहा है, आवाज नहीं आ रही आपकी दी। और पता है क्या ठीक है जी। हाँ जी प्रदीप सिंह ਤੁਸੀਂ ਕੰਟਰੋਲ ਕਰੋ ਪਰ ਤੁਸੀਂ प्रदीप सिंह जी प्रदीप सिंह जी आप कर लो डिस्कस प्रदीप सिंह जी को किसी और ने गल करनी है जी? किसी और ने कोई गल करनी है, कोई क्वेश्चन पूछना है? ਇਹ ਦੇਖੋ ਇਹਨਾਂ ਦੀ ਇਹ ਭੈਣ ਜੀ ਜਿਹੜਾ ਭੈਣ ਜੀ ਨੇ ਕੁਐਸਚਨ ਪੁੱਛਿਆ ਸੀ ਨਾ, ਇਹ ਭੈਣ ਜੀ ਹੈਗੇ ਸੋਨੀਆ ਭੈਣ ਜੀ ਕ੍ਰਿਸ਼ਨਾ ਨਗਰ ਤੋਂ। ਹਰਦੇਵ ਸਿੰਘ ਵੀਰ ਜੀ ਹੈਗੇ ਨਾਲ ਕਲਾਸ ਦੇ ਅੰਦਰ। ਵੀਰ ਜੀ ਦੇ ਗੁਰਦੁਆਰੇ ਮਤਲਬ ਜਿੱਥੇ ਵੀਰ ਜੀ ਹੈਗੇ ਉੱਥੇ ਸ਼ਬਦ ਦੇ ਵਿਚਾਰ ਵਾਸਤੇ ਆਉਂਦੇ ਹੁੰਦੇ ਸੀ। ਇੱਕ ਦਿਨ ਵੀਰ ਜੀ ਨੇ ਇਹਨਾਂ ਦੇ ਨਾਲ ਗੱਲ ਕਰਾਈ ਤੇ ਵੀਰ ਜੀ ਕਹਿੰਦੇ ਵੀ ਇਹਨਾਂ ਦੇ ਗੁਰਦੁਆਰੇ ਵੀ ਸਹਿਜ ਪਾਠ ਆਰੰਭ ਕਰਾਓ। ਭੈਣ ਜੀ ਉਸ ਵੇਲੇ ਥੋੜਾ ਸੋਚਦੇ ਸੀ ਕਿ ਮੈਂ ਕਿਵੇਂ ਕਰਾਂਗੀ, ਕੀ ਕਰਾਂਗੀ, ਪਰ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਮਤਲਬ ਤੁਸੀਂ ਇਹ ਲਗਾ ਲਓ ਅੱਜ ਇਹਨਾਂ ਦੇ ਗੁਰਦੁਆਰੇ ਸ਼ਬਦ ਦੀ ਵਿਚਾਰ ਹੁੰਦੀ ਹੈ, ਅੱਛੀ ਖਾਸੀ ਸੰਗਤ ਹੁੰਦੀ ਹੈ, ਪਰ ਸਾਰਾ ਕੁਝ ਜਿਹੜਾ ਹੈ ਮੈਨੇਜ ਭੈਣ ਜੀ ਕਰਦੇ ਹੈ। ਬਹੁਤ ਸੰਗਤ ਬਹੁਤ ਖੁਸ਼ ਹੁੰਦੀ ਹੈ। ਮਿਸ 2017 ਤੋਂ ਅਸੀਂ ਸ਼ੁਰੂ ਕੀਤਾ ਪਾਠ ਔਰ ਬੜੀ ਚਾਅ ਨਾਲ ਸੰਗਤ ਆ ਰਹੀ ਹੈ ਔਰ ਬਹੁਤ ਪਿਆਰੀ ਸੰਗਤ ਹੈਗੀ ਹੈ ਔਰ ਚਾਅ ਨਾਲ ਅਸੀਂ ਪੜ੍ਹਨੇ ਆ। ਭਾਈ ਜੀ ਪੂਰੀ ਵਿਆਖਿਆ ਕਰਦੇ ਨੇ ਤਾਂ ਤੁਸੀਂ ਮੰਨੋਗੇ ਲੋਕਾਂ ਦੇ ਜੀਵਨ ਬਦਲ ਗਏ ਨੇ। ਮਿਸ ਤੁਸੀਂ ਜਿਹੜੀ ਗੱਲ ਕੀਤੀ ਸੀ ਕਿ ਪ੍ਰੈਕਟੀਕਲ ਜੀਵਨ ਵਿੱਚ ਲੋਕ ਸੰਗਤ ਨੌਨ ਸਿੱਖ ਵੀ ਹੈਗੇ ਨੇ, ਸਿੱਖ ਵੀ ਹੈਗੇ ਨੇ, ਜੋ ਪ੍ਰੈਕਟੀਕਲ ਜੀਵਨ ਵਿੱਚ ਲੈਣ ਲੱਗ ਗਏ ਨੇ ਐਸ ਵਾਲੀ ਬਾਬਾ ਜੀ ਦੀ ਬਾਣੀ। ਔਰ ਕਈ ਲੋਕਾਂ ਦੀ ਕਿੰਨੀਆਂ ਬਿਮਾਰੀਆਂ, ਕਿੰਨੀ ਪ੍ਰੋਬਲਮਸ, ਕੋਈ ਉਲਝਾ ਲੈਂਦੇ ਸੀ ਡਿਪਰੈਸ਼ਨ ਵਗੈਰਾ ਦੀ, ਉਹ ਕਹਿੰਦੇ ਕਿ ਬਾਣੀ ਨਾਲ ਜੁੜ ਕੇ ਸਭ ਕੁਝ ਸਾਡਾ ਛੁੱਟ ਗਿਆ, ਅਸੀਂ ਆਪਣੇ ਜੀਵਨ ਵਿੱਚ ਉਹਨੂੰ ਪ੍ਰੈਕਟੀਕਲ ਜੀਵਨ ਵਿੱਚ ਕਰ ਦਿੱਤਾ। ਤੇ ਬਹੁਤ ਬਹੁਤ ਪਿਆਰੀ ਸੰਗਤ ਹੈਗੀ ਹੈ ਵੀਰ ਜੀ। ਹੁਣ ਥੋੜਾ ਬਹੁਤ ਬੰਦ ਕੀਤਾ ਸੀ, ਹੁਣ ਫਿਰ ਦੁਬਾਰਾ ਸ਼ੁਰੂ ਕੀਤਾ ਹੈ। 2017 ਤੋਂ ਲੈ ਕੇ 2 ਪਾਠ ਹੋ ਚੁੱਕੇ, ਹੁਣ ਦੂਜਾ ਚੱਲਦਾ ਪਿਆ ਤੇ ਬਹੁਤ ਹੀ ਸੰਗਤ ਜੁੜੀ ਹੋਈ ਚਾਹ ਨਾਲ ਆਉਂਦੀ ਹੈ। ਲਾਈਕ 12 ਵਜੇ ਨੇ, ਪੌਣੇ 12 ਵਜੇ ਸੰਗਤ ਬੜੇ ਚਾਹ ਨਾਲ ਆ ਕੇ ਸੰਥਿਆ ਪੂਰੀ 1 ਘੰਟੇ ਦਾ ਪਾਠ ਹੁੰਦਾ ਸਾਡਾ ਔਰ ਬਹੁਤ ਲੋਕਾਂ ਦੇ ਲਾਈਫ ਵਿੱਚ ਚੇਂਜ ਆਇਆ ਹੈ ਔਰ ਸੰਗਤ ਖੁਦ ਕਹਿੰਦੀ ਹੈ ਅਸੀਂ ਬਾਬਾ ਜੀ ਨਾਲ ਪਤਾ ਨਹੀਂ ਕਿਹੜੀ ਬਾਬਾ ਜੀ ਦੀ ਕਿਰਪਾ ਹੋਈ ਕਿ ਸੰਗਤ ਅਸੀਂ ਜੁੜੇ तो बहुत ही आनंद आया। बोले सोनिहाल बहुत ज्यादा ਵਧਾਈ ਵਾਲੇ, ਬਹੁਤ ਵਧਾਈ ਦੀ ਗੱਲ ਹੈ ਭੈਣ ਜੀ, ਬਹੁਤ ਵਧੀਆ ਗੱਲ ਹੈ। ਹਾਂਜੀ ਔਰ ਵੀਰ ਜੀ ਹੈਗੇ ਇੱਕ ਫਤਿਹ ਸਿੰਘ ਜਿਹੜਾ ਕਸ਼ਮੀਰ ਤੇ ਜੁੜਾ ਹੋਇਆ ਹੈਗੇ ਆ। ਵੀਰ ਜੀ ਕੋਈ ਗੱਲ ਕਰਨੀ ਹੈ? 1 ਮਿੰਟ ਕੁਝ ਪੁੱਛਣਾ ਹੈ, ਪੁੱਛ ਲਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ 2017 ਦੇ ਵਿੱਚ ਲਗਭਗ 10 ਵੀਰ ਜੀ ਨਾਲ ਮਿਲੇ ਸੀ ਰਜੌਰੀ ਗਾਰਡਨ ਤੇ ਦਾਸ ਡਿਸਟ੍ਰਿਕਟ ਅਨੰਤਨਾਗ, ਇੱਕ ਛੋਟਾ ਜਿਹਾ ਪਿੰਡ ਹੈ ਸਿੰਘਪੁਰਾ, ਤੇ ਉੱਥੇ ਇੱਥੋਂ ਇਹਨਾਂ ਦੇ ਕੋਲੋਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀਆਂ 45 ਸੰਚੀਆਂ ਸਾਹਿਬ ਲੈ ਕੇ ਗਏ ਸੀ। ਤੇ ਜਿਹੜੀਆਂ ਅੱਜ ਲਗਭਗ ਉਹ ਹਰ ਡਿਸਟ੍ਰਿਕਟ ਦੇ ਵਿੱਚ 3 ਜਾਂ 4 ਪਿੰਡਾਂ ਦੇ ਵਿੱਚ ਉਹਨਾਂ ਦਾ ਪਾਠ ਹੋ ਰਿਹਾ ਤੇ ਸੰਗਤ ਬੜੀ ਸੋਹਣੀ ਚਾਹ ਦੇ ਨਾਲ ਹਰ ਫਰਾਈਡੇ ਨੂੰ ਸੁਖਮਨੀ ਸਾਹਿਬ ਦਾ ਪਾਠ ਨਾਲੇ ਘਰ ਬਹਿ ਕੇ ਆਪਣੇ ਪਾਠ ਕਰਦੇ ਹਨ। ਉਹਨਾਂ ਦੀ ਪਾਠ ਦੀ ਪੂਰੀ ਜਿਹੜੀ ਰਿਕਾਰਡਿੰਗ ਆ ਉਹ ਡਾਇਰੀ ਵਿੱਚ ਕਰਕੇ ਦਾਸ ਨੂੰ ਭੇਜਦੇ ਹਨ ਤੇ ਦਾਸ ਕਦੇ ਦੇਖ ਕੇ ਫਿਰ ਇਹਨਾਂ ਨਾਲ ਉਹ ਸ਼ੇਅਰ ਕਰਦੇ ਹਨ ਤੇ ਇਹਨਾਂ ਦੀ ਤੇ ਵਾਹਿਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਅੱਜ ਸਾਡੀ ਲੜੀ ਜਿਹੜੀ ਆ ਬਰਾਬਰ ਚੱਲ ਰਹੀ ਹੈ। ਤੇ ਹੁਣ ਸਾਨੂੰ ਥੋੜੀ ਜਿਹੀ ਹੁਣ ਜਿਹੜੀ ਇੱਕ ਕੇਸ ਹੋ ਗਿਆ ਸੀ ਬੱਚੀ ਦਾ, ਤੇ ਸਾਡੇ ਹੋਰ ਬਾਕੀ ਪਿੰਡ ਜਿਹੜੇ ਨੇ ਉੱਥੇ ਵੀ ਵਿਦਿਆਲੇ ਸ਼ੁਰੂ ਕਰਵਾ ਦਿੱਤੇ ਹਨ ਤੇ ਕਿਤਾਬਾਂ ਦੀ ਬਹੁਤ ਘਾਟ ਹੈ ਕਸ਼ਮੀਰ ਦੇ ਵਿੱਚ ਕਿਉਂਕਿ ਪੰਜਾਬੀ ਪ੍ਰਿੰਟਿੰਗ ਪ੍ਰੈਸ ਨਹੀਂ ਹੈ। ਤੇ ਦਾਸ ਇਹਨਾਂ ਦੇ ਕੋਲੋਂ ਕਾਫੀ ਬੁੱਕਾਂ ਹੋਰ ਵੀ ਚੀਜ਼ਾਂ ਲੈ ਕੇ ਗਿਆ ਸੀ, ਪਰ ਉਹ ਪੂਰੇ ਪਿੰਡਾਂ ਦੇ ਵਿੱਚ ਅਸੀਂ ਨਹੀਂ ਦੇ ਸਕਦੇ। ਤੇ ਜੇ ਇਹਨਾਂ ਨਾਲ ਹੋਰ ਅਸੀਂ ਕੰਟੈਕਟ ਕੀਤਾ, ਪਰ ਦਾਸ ਸਿਸਟਮ ਭੋਪਾਲ ਹੈ, ਜਦ ਦਿੱਲੀ ਆਊਗਾ ਤਾਂ ਫਿਰ ਲੈ ਕੇ ਜਾਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। बोले सोनिहाल।
ਵੀਰ ਜੀ ਜਦੋਂ ਮਰਜੀ ਆਓ, ਮੋਸਟ ਵੈਲਕਮ। ਮਤਲਬ ਵਾਹਿਗੁਰੂ। ਜੋ ਲਿਟਰੇਚਰ ਪ੍ਰਦੀਪ ਸਿੰਘ ਜੀ ਵੀਰ ਜੀ ਨੇ ਬਹੁਤ ਪ੍ਰਦੀਪ ਸਿੰਘ ਜੀ ਜੀ ਮੈਂ ਇੱਕ ਬੇਨਤੀ ਕਰ ਰਿਹਾ ਕਿ ਸੋਨੀਆ ਕੌਰ ਜੀ ਦਾ ਵੀ ਕੁਐਸਚਨ ਹੈ, ਤੇ ਉਸ ਤੋਂ ਪਹਿਲੇ ਭੈਣ ਜੀ ਨੇ ਵੀ ਗੱਲ ਕੀਤੀ ਕਛਹਿਰੇ ਉੱਪਰ, ਕਿਰਪਾਨ ਦੇ ਉੱਪਰ ਜਾਂ ਇਹ ਪ੍ਰਸ਼ਾਦ ਲੈਣ ਦੇ ਉੱਪਰ। ਇਹਨਾਂ ਨੂੰ ਅਲੱਗ ਜੇ ਜਿੱਥੇ ਵੀ ਹੈਗੇ ਇਹਨਾਂ ਦਾ ਲੈ ਲਓ ਐਡਰੈਸ ਵਗੈਰਾ, ਤੇ ਇੱਥੇ ਜਦ ਵੀ ਤੁਸੀਂ ਜਾਓ ਤੇ ਇਹਨਾਂ ਦੇ ਕੁਐਸਚਨ ਬੜੇ ਵੈਲਿਡ ਹੈਗੇ ਨੇ। ਕੋਈ ਇਹਨਾਂ ਨੂੰ ਕਿਸੇ ਦਿਨ ਜਾ ਕੇ ਮਿਲਾਂਗਾ ਜਾਂ ਇਹਨਾਂ ਦੇ ਨਾਲ ਫੋਨ ਤੇ ਗੱਲ ਕਰ ਲਾਂਗਾ, ਹੈ ਨਾ। ਅਲੱਗ-ਅਲੱਗ ਟੌਪਿਕ ਵਾਈਜ਼ ਸਮਝਾ ਦਿਓ, ਕਿਉਂਕਿ ਬਹੁਤ ਵੱਡਾ ਹੈ ਤੇ ਇਹਨੂੰ ਬੜੇ ਪਿਆਰ ਨਾਲ ਬੈਠ ਕੇ ਸਮਝਾ ਦਿਓ। ਮੈਂ ਸਭ ਬੜਾ ਕੋਈ ਜ਼ਿਆਦਾ ਵਧੀਆ, ਅੱਜ ਕੱਲ ਸਭ ਪੜ੍ਹੇ ਲਿਖੇ ਬੰਦੇ ਨੇ, ਬੜੀ ਈਜ਼ੀ ਸਮਝ ਜਾਂਦੇ, ਕੋਈ ਦਿੱਕਤ। ਹਾਂਜੀ ਹਾਂਜੀ। जोगिंदर सिंह सर जी, आप जी आ जाओ। हाँ जी, कुछ बोलो। हाँ जी, हाँ जी। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਖੋ ਇਹ ਜਿਹੜਾ ਪਲੇਟਫਾਰਮ ਹੈਗਾ ਸੰਗਤ ਦਾ ਪਲੇਟਫਾਰਮ ਹੈਗਾ, ਤੇ ਕੋਈ ਵੀ ਵੀਰ ਭੈਣ ਆਪਣੇ ਵਿਚਾਰ ਵੀ ਦੇ ਸਕਦਾ ਹੈ। ਤੇ ਇੱਧਰ ਅਸੀਂ ਜਿਹੜਾ ਦੇਖੋ ਜਿਹੜੀ ਬੀਜੀ ਗੱਲ ਕੀਤੀ ਨਾ, ਜਿਹੜੀ ਆਪਣੀ ਗੱਲ ਕਰੋ ਜਾ ਕੇ। ਮੈਂ ਤੁਹਾਨੂੰ ਛੋਟੀ ਜੀ ਗੱਲ ਸੁਣਾਣਾ, ਇੱਕ ਛੋਟੀ ਜੀ ਗੱਲ ਐਕਸ਼ਨ ਕੀ ਕਰ ਸਕਦਾ ਹੈ। ਸਰਦਾਰ ਜਸ਼ਪਾਲ ਸਿੰਘ ਜੀ ਹੈਗੇ ਨੇ, ਉਹ ਵੀ ਪ੍ਰਚਾਰ ਕਰਦੇ ਨੇ, ਉਹ ਆਪਣੀ ਛੋਟੀ ਜੀ ਗੱਲ ਸੁਣਾਉਂਦੇ ਨੇ। 1 ਮਿੰਟ ਦੀ ਗੱਲ ਦੱਸਣੀ ਤੁਹਾਨੂੰ ਮੈਂ। ਉਹ ਸਟੇਸ਼ਨ ਤੇ ਖੜੇ ਸੀ, ਪੰਜਾਬ ਦੇ ਇੱਕ ਸਟੇਸ਼ਨ ਤੇ ਖੜੇ ਸੀ, ਤੇ ਉੱਥੇ ਉਹਨਾਂ ਨੇ ਵੇਖਿਆ ਕਿ ਹਿੰਦੀ ਚ ਅਨਾਉਂਸਮੈਂਟ ਹੋਈ, ਤੇ ਉਹਨਾਂ ਨੇ ਉਹ ਚਲੇ ਗਏ ਸਟੇਸ਼ਨ ਮਾਸਟਰ ਗਏ, ਕਹਿੰਦੇ ਨੇ ਮੈਂ ਸਾਰੀ ਵਰਲਡ ਘੁੰਮਿਆ, ਹਰ ਸਟੇਟ ਚ ਗਿਆ ਇੰਡੀਆ ਦੀ, ਪਹਿਲੇ ਜਿਹੜੀ ਭਾਸ਼ਾ ਹੁੰਦੀ ਹੈ ਉਹ ਪੰਜਾਬ, ਉਸ ਭਾਸ਼ਾ ਚ ਲੈਂਗੁਏਜ, ਲੋਕਲ ਲੈਂਗੁਏਜ ਬੋਲਿਆ ਜਾਂਦਾ ਹੈ। ਭਾਵੇਂ ਤਮਿਲਨਾਡੂ ਤਮਿਲ ਹੀ ਬੋਲਿਆ ਜਾਂਦਾ, ਨਾਲ ਫਿਰ ਹਿੰਦੀ ਚ ਬੋਲਿਆ ਜਾਂਦਾ ਹੈ, ਤੇ ਤੁਸੀਂ ਪੰਜਾਬੀ ਕਿਉਂ ਨਹੀਂ ਬੋਲ ਰਹੇ। ਮੇਰੀ ਉਹਨਾਂ ਨੇ ਕਿਹਾ ਜੀ ਠੀਕ ਹੈ ਅਸੀਂ ਪੰਜਾਬੀ ਬੋਲਾਂਗੇ। ਉਹਨਾਂ ਦੀ ਟ੍ਰੇਨ ਲੇਟ ਹੋ ਗਈ, ਉਹ ਦੁਬਾਰਾ ਚਲੇ ਗਏ ਅੱਧੇ ਘੰਟੇ ਬਾਅਦ। ਕਹਿੰਦੇ ਤੁਸੀਂ ਮੇਰੀ ਗੱਲ ਨਹੀਂ ਸੁਣੀ, ਗੋਲੀ ਨਹੀਂ ਮੈਂ ਤੁਹਾਨੂੰ ਤੁਸੀਂ ਕਿਹਾ, ਤੁਸੀਂ ਫਿਰ ਹਿੰਦੀ ਬੋਲੀ ਜਾਂਦੇ ਹੋ। ਤੇ ਕਹਿੰਦੇ ਨੇ ਮੇਰੀ ਕੰਪਲੇਂਟ ਦਰਜ ਕਰੋ। ਕੰਪਲੇਂਟ ਦਰਜ ਕੀਤੀ ਉਹਨਾਂ ਨੇ। ਤੁਸੀਂ ਮੰਨੋਗੇ 1 ਮਹੀਨੇ ਬਾਅਦ ਜਵਾਬ ਆਇਆ, ਸਾਰੇ ਪੰਜਾਬ ਦੇ ਵਿੱਚ ਉਹ ਚੀਜ਼ ਇੰਪਲੀਮੈਂਟ ਹੋ ਗਈ, ਐਂਡ ਹਰ ਜਗ੍ਹਾ ਪੰਜਾਬੀ ਪਹਿਲੇ ਬੋਲੀ ਜਾਣ ਲੱਗ ਪਈ। ਯਾਨੀ ਜੇ ਤੁਸੀਂ ਐਕਸ਼ਨ ਨਹੀਂ ਲੈਂਦੇ ਤੇ ਤੁਸੀਂ ਰਿਜ਼ਲਟ ਨਹੀਂ ਕੱਢ ਸਕਦੇ। ਜਾਂ ਤੇ ਅਸੀਂ ਆਈਦਰ ਵੀ ਆਰ ਪਲੇਅਰਸ ਔਰ ਵੀ ਆਰ ਟॉयਜ਼, ਜਾਂ ਅਸੀਂ ਖਿਡੌਣੇ ਆ ਜਾਂ ਅਸੀਂ ਪਲੇਅਰ ਆ। ਜਿਹੜੇ ਪਲੇਅਰਸ ਹੁੰਦੇ ਨਾ, ਸਾਰੀ ਬਾਣੀ ਖੇਡਣ ਦੀ ਗੱਲ ਕਰ ਰਹੀ ਹੈ। ਜੋ ਤੋਂ ਪ੍ਰੇਮ ਖੇਲਣ ਕਾ ਚਾਓ, ਖੇਡਣ ਦੀ ਗੱਲ ਹੈ। ਜੇ ਵੀਜੀ ਗੱਲ ਕੀਤੀ, ਜੇ ਤੁਸੀਂ ਆਵਾਜ਼ ਉਠਾਓ, ਜੇ ਤਾਂ ਕੋਈ ਗਲਤ ਕਰ ਰਿਹਾ ਤੇ ਆਵਾਜ਼ ਉਠਾਓ ਜਾ ਕੇ, ਇਹ ਗਲਤ ਹੋ ਰਿਹਾ। ਜੇ ਆਵਾਜ਼ ਨਹੀਂ ਉਠਾ ਰਹੇ ਤੇ ਅਸੀਂ ਗੁਰੂ ਦੀ ਗੱਲ ਨਹੀਂ ਕਰ ਰਹੇ, ਗੁਰੂ ਨੂੰ ਗੋਪ ਰਹੇ ਹਾਂ। ਤੇ ਬੜੀ ਵਧੀਆ ਵੀਜੀ ਨੇ ਕਥਾ ਕੀਤੀ ਹੈ, ਬਹੁਤ ਹੀ ਪਿਆਰ ਨਾਲ ਕੀਤੀ ਹੈ। ਹਾਂ ਵੀਜੀ, ਡੈਫੀਨੇਟਲੀ ਵੀਜੀ ਜਿਹੜੀ ਗੱਲ ਕਰ ਰਹੇ ਨੇ, ਜਿਹੜੀ ਉਹ ਹਰਦੇਵ ਸਿੰਘ ਜੀ ਨੇ ਵੀ ਕਿਹਾ, ਅਸੀਂ ਮਿਲ ਜੁਲ ਕੇ, ਦੂਜੀ ਗੱਲ ਤੁਹਾਨੂੰ ਅਸੀਂ ਅਗਲੀ ਵਾਰੀ ਬੁਲਾਵਾਂਗੇ। ਸਾਡੇ ਸਾਰੇ ਜਿਹੜੀ ਟੀਮ ਹੈਗੀ ਨਾ ਵੀਜੀ, ਸਾਰੇ ਜਿਹੜੇ ਗੁਰੂ ਦੇ ਸਿੱਖ ਜੁੜੇ ਹੋਏ ਨੇ, ਉਹ ਸਾਰੇ ਹੀ ਕੋਈ ਨਾ ਕੋਈ ਪ੍ਰਚਾਰ ਕਰਦੇ ਪਏ ਨੇ। ਹੁਣ ਭੈਣ ਜੀ ਨੂੰ ਬੁਲਾਵਾਂਗੇ, ਉਹ ਭੈਣ ਜੀ ਹੈਗੇ ਨੇ ਸਾਡੇ ਚੰਡੀਗੜ੍ਹ ਤੋਂ, ਤੇ ਅਗਲੀ ਵਾਰੀ 10 ਮਿੰਟ ਔਨ ਟਾਈਮ ਦਾਂਗੇ, ਉਹ ਕਿਵੇਂ ਬੱਚਿਆਂ ਨਾਲ ਇੰਟਰੈਕਟ ਕਰਦੇ ਨੇ ਉੱਥੇ, ਤੇ ਉਹ ਵੀ ਅਸੀਂ ਗੱਲ ਕਰਾਂਗੇ। ਅਸੀਂ ਮਿਲ ਜੁਲ ਕੇ ਆਪਣਾ ਟਾਈਮ ਲਓ ਤੇ ਇਹ ਪਲੇਟਫਾਰਮ ਤੇ ਸ਼ੇਅਰ ਕਰੋ। ਦੇਖੋ ਜਿਹੜਾ ਅਗਰ ਕੋਈ ਗਲਤ ਹੋ ਰਿਹਾ, I am responsible, ਇਹ ਲੈ ਕੇ ਚੱਲਣਾ ਪਏਗਾ। ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਨੇ ਤੁਹਾਡੇ ਹਵਾਲੇ ਕਰਕੇ ਗਏ ਸੀ ਪੰਥ ਨੂੰ। ਅਗਰ ਤੁਸੀਂ ਆਪਣਾ ਉਹ ਫਰਜ਼ ਨਹੀਂ ਨਿਭਾ ਰਹੇ, ਤੁਹਾਨੂੰ ਬੱਚਿਆਂ ਦੀ ਕੁਰਬਾਨੀ ਦੇਣ ਦੀ ਲੋੜ ਨਹੀਂ। ਇਸ ਟਾਈਮ ਤੇ ਤੁਹਾਨੂੰ ਤਤੀ ਤਵੀ ਦੇ ਪੈਰ ਦੀ ਲੋੜ ਨਹੀਂ ਹੈਗੀ, ਪਰ ਤੁਹਾਨੂੰ ਅੱਜ ਇਹ ਤੇ ਹੈਗੀ ਹੈ ਨਾ ਕਿ ਅਸੀਂ ਆਪਣੇ ਇਲਾਕੇ ਜਾ ਕੇ ਆਪਣੇ ਲੋਕਾਂ ਨਾਲ ਗੱਲ ਕਰੀਏ। ਕਦੀ ਸੋਚਣਾ ਕਰੋ ਕਿਹੜਾ ਧਰਮ ਦਾ ਬੰਦਾ ਹੈ, ਕੌਣ ਹੈ। ਕੋਈ ਵੀ ਬੰਦਾ ਹੈਗਾ ਜੀ, ਸਾਡੀ ਲੈਂਗੁਏਜ ਗਲਤ ਹੈਗੀ, ਅਸੀਂ ਸੋਚਦੇ ਹਾਂ ਕਿ ਇਹ ਹਿੰਦੂ ਧਰਮ ਦਾ ਹੈ, ਇਹ ਮੁਸਲਿਮ ਧਰਮ ਦਾ ਹੈ। ਗੁਰੂ ਦੀ ਲੈਂਗੁਏਜ ਇਹ ਨਹੀਂ ਸੀ। ਗੁਰੂ ਕਹਿੰਦਾ ਸੀ ਬਈ ਅਗਰ ਕੋਈ ਬੰਦੇ ਨੂੰ ਗਿਆਨ ਦੀ ਨੌਲੇਜ ਨਹੀਂ ਹੈਗੀ, ਉਹਨੂੰ ਗੁਰੂ ਨੇ ਗਿਆਨ ਦਿੱਤਾ। ਉਹਨੂੰ ਉਹ ਕਹਿੰਦੇ ਸੀ ਜਿਵੇਂ ਸੱਜਣ ਹੋ ਗਏ ਨੇ, ਸੱਜਣ ਠੱਗ ਨਹੀਂ ਬੋਲਿਆ, ਸੱਜਣ ਭੁੱਲਿਆ, ਉਹਨੂੰ ਠੀਕ ਕੀਤਾ ਜਾ ਸਕਦਾ। ਤੇ ਮਿਲ ਜੁਲ ਕੇ ਕਰੀਏ। ਇੱਥੇ ਦੇਖੋ ਜਿਹੜੀ ਵੀ ਤੁਹਾਨੂੰ ਸੈਂਚੀਆਂ ਨੇ, ਜਿੱਥੇ ਪ੍ਰਦੀਪ ਸਿੰਘ ਜੀ ਬੈਠੇ ਨੇ, ਪੂਰਾ ਭਰਿਆ ਪਿਆ ਪਿੱਛੇ। ਜਿੰਨੀਆਂ ਵੀ ਸੈਂਚੀਆਂ ਲਓ, ਜਿੰਨੀਆਂ ਵੀ ਕਿਤਾਬਾਂ ਗੁਰਮਤਿ ਦੀਆਂ ਲਓ, ਸਭ ਫ੍ਰੀ ਆਫ ਕਾਸਟ ਹੈਗੀਆਂ ਨੇ। ਅਸੀਂ ਪੰਜਾਬੀ ਦੀ ਕਲਾਸ ਵੀ ਲਾਉਂਦੇ ਹਾਂ ਇਸ ਪਲੇਟਫਾਰਮ ਤੋਂ, ਇੱਕ ਸੰਥਿਆ ਦੀ ਕਲਾਸ ਵੀ ਲਾਉਂਦੇ ਹਾਂ, ਪਲੱਸ ਇੱਕ ਅਸੀਂ ਜਿਹੜੀ ਗੁਰਬਾਣੀ ਵਿਚਾਰ ਦੀ ਕਲਾਸ ਵਿਜੀ ਨੀਤੀ ਅੱਜ ਲਾਉਂਦੇ ਹਾਂ। ਇਹ 3 ਕਲਾਸਾਂ ਫਿਕਸ ਹੈਗੀਆਂ ਨੇ। ਇਹਨਾਂ ਦੇ ਇਲਾਵਾ 7 ਤੋਂ ਲੈ ਕੇ ਰਾਤੀ 11 ਵਜੇ ਤੱਕ ਤੁਸੀਂ ਕਿਤੇ ਪੰਜਾਬੀ ਸਿਖਾਣੀ ਹੈ, ਅੱਧੇ ਘੰਟੇ ਵੀ ਪੰਜਾਬੀ ਸਿਖਾਤੀ ਆਦੀ, ਬੇਸਿਕ ਪੰਜਾਬੀ ਸਿਖਾਦੇ ਹਾਂ ਅੱਧੇ ਘੰਟੇ 'ਚ। ਤੇ ਉਹ ਅਸੀਂ ਤੁਹਾਨੂੰ ਪੰਜਾਬੀ ਜੋ ਮਰਜ਼ੀ ਟਾਈਮ ਲਓ, ਰਿੰਗ ਕਰੋ ਪ੍ਰਦੀਪ ਸਿੰਘ ਜੀ ਨੂੰ, ਤੁਹਾਨੂੰ ਟਾਈਮ ਦੇ ਦੇਣਗੇ। ਉਸ ਟਾਈਮ ਤੇ ਭਾਵੇਂ ਆਗਰਾ ਦੇ ਬੈਠੇ ਨੇ, ਜੰਮੂ 'ਚ ਬੈਠੇ ਹਾਂ ਅਸੀਂ, ਜ਼ੂਮ ਦਾ ਫਾਇਦਾ ਉਠਾਓ। ਬੜੀ ਸਾਰੀ ਸੰਗਤ ਪੰਜਾਬੀ ਸਿੱਖ ਸਕਦੀ ਹੈ, ਗੁਰਬਾਣੀ ਨਾਲ ਜੁੜ ਸਕਦੀ ਹੈ, ਕਿਉਂਕਿ ਇਹ ਪਲੇਟਫਾਰਮ ਹੈਗਾ ਜ਼ੂਮ ਦਾ। ਤੇ ਮਿਲ ਜੁਲ ਕੇ ਕੰਮ ਕਰੀਏ। ਤੇ ਇਹ ਬੜੀ ਚੜ੍ਹਦੀ ਕਲਾ ਦੀ ਅੱਜ ਵੀਰ ਜੀ ਨੇ ਬੜਾ ਵਧੀਆ ਪੂਨੇ ਤੇ ਲੈਕਚਰ ਦਿੱਤਾ ਵੀਰ ਜੀ ਨੇ,
ਬਹੁਤ ਪਿਆਰ ਨਾਲ ਰਵਿੰਦਰ ਵੀਰ ਜੀ ਨੇ ਦਿੱਤਾ ਤੇ ਮੈਂ ਚਾਹਾਂਗਾ ਉਹ ਵੀ ਲੈਕਚਰ ਦੇਣ। ਔਰ ਜਿਹੜੀ ਸਾਡੇ ਵੀਰ ਜੀ ਹੈਗੇ ਨੇ ਦਿੱਲੀ ਵਾਲੇ ਵੀਰ ਜੀ, ਉਹਨੇ ਕਹਿ ਰਹੇ ਸੀ ਕਿ ਸਾਨੂੰ ਵੀ ਇਹ 4 ਪਾਰਟੀ ਡਿਵਾਈਡ ਕਰੋ ਲੈਕਚਰ ਨੂੰ। ਲੈਕਚਰ ਬਹੁਤ ਵਧੀਆ ਹੈ। ਤੇ ਉਹ ਜਿਹੜੇ ਵੀਰ ਜੀ ਆਪਣੇ ਕੀ ਨਾਮ ਭੁੱਲ ਗਿਆ ਵੀਰ ਜੀ ਦਾ, ਹਰਦੇਵ ਜੀ ਤੇ ਹਰਦੇਵ ਸਿੰਘ ਜੀ ਤੇ ਤੁਸੀਂ ਮਿਲ ਜੁਲ ਕੇ ਕਰੀਏ। ਤੇ ਮੈਂ ਚਾਹਨਾ ਕਿ ਤੁਸੀਂ ਸੰਗਤ ਦੇ ਚੋਂ ਸਾਰੇ ਲੋਕ ਪਾਰਟਿਸਿਪੇਟ ਕਰਨ। ਇੱਥੇ ਬੜੇ ਵੀਰ ਭੈਣ ਹੈਗੇ ਜੇ ਜਿਹੜੇ ਆਪਣਾ ਪ੍ਰਚਾਰ ਵੀ ਕਰ ਰਹੇ ਨੇ ਔਰ ਸਾਰਾ ਕੰਮ ਨਾਲ ਨਾਲ ਚੱਲਣਾ ਸਾਡਾ। ਤੇ ਇਹ ਬਸ ਇਹ ਹੈਗੀ ਬੜੀ ਚੜ੍ਹਦੀ ਗੱਲ ਮਹਿਸੂਸ ਹੋ ਰਹੀ ਹੈ ਅੱਜ ਕਿ ਭੈਜੀ ਨੇ ਇਹਨੇ ਕੁਛ ਮੁਝੇ ਵਧੀਆ ਤੇ ਵੀਰ ਜੀ ਤੁਸੀਂ ਦੁਬਾਰਾ ਵੀ ਸਾਨੂੰ ਟਾਈਮ ਦਿਓ, ਇੱਕ ਵਾਰੀ ਟਾਈਮ ਦੁਬਾਰਾ ਵੀ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਤੁਸੀਂ ਕੋਈ ਮੈਸੇਜ ਦੇਣਾ ਚਾਹੋ? ਨਿਮਲ ਵੀਰ ਜੀ ਕੋਈ ਮੈਸੇਜ ਦੇਣਾ ਚਾਹੋ? ਅਗਲੇ ਮੰਗਲਵਾਰ ਪ੍ਰੋਫੈਸਰ ਬਲਵਿੰਦਰਪਾਲ ਸਿੰਘ ਜੀ ਨੇ ਐਗਰੀ ਕਰ ਲਿੱਤਾ ਹੈ, ਉਹ ਚਰਚਾ ਕਰਨਗੇ ਤੇ ਆਪਣੇ ਵਿਚਾਰ ਰੱਖਣਗੇ ਕਿਉਂਕਿ ਉਹ ਬਹੁਤ ਹਿਸਟੋਰੀਅਨ ਨੇ। ਮੈਂ ਇੱਕ ਹੋਰ ਤੋਂ ਦੱਸਣਾ ਚਾਹਨਾ ਕਿ ਮੈਂ ਥੋੜਾ ਜਿਹਾ, ਕਿਉਂਕਿ ਸਾਡੇ ਕੋਲ ਕਰਮ ਸਿੰਘ ਹਿਸਟੋਰੀਅਨ ਸਾਡੇ ਹੋਏ ਨੇ, ਮੈਂ 1 ਮਿੰਟ 'ਚ ਵਾਈਂਡ ਅਪ ਕਰਾਂਗਾ ਸਿਰਫ। ਤੇ ਮੈਂ ਕਿਸ ਜਗ੍ਹਾ ਜ਼ਿਕਰ ਕੀਤਾ ਵੀ ਲੇਖਕ ਤੇ ਹਿਸਟੋਰੀਅਨ 'ਚ ਫਰਕ ਕੀ ਹੈਗਾ। ਜਾਂ ਲੇਖਕ ਕਹਿੰਦਾ ਉਹ ਇੱਧਰੋਂ ਉੱਧਰੋਂ ਫੜ ਕੇ ਸਮਾਨ ਲਿਖ ਕੇ ਲਿਖ ਦਿੰਦਾ, ਹਿਸਟੋਰੀਅਨ ਹੋਏਗਾ ਉਹ ਰਿਸਰਚ ਕਰਦੇ ਨੇ ਤੇ ਉਹ ਕਾਫੀ ਜ਼ਿਆਦਾ ਆਪਣੀ ਹਿਸਟਰੀ ਤੇ ਰਿਸਰਚ ਕਰ ਰਹੇ ਨੇ ਤੇ ਉਹ ਕਿਤਾਬਾਂ ਵੀ ਲਿਖਦੇ ਨੇ। ਤੇ ਅਗਲੀ ਵਾਰੀ ਉਹ ਆਉਣਗੇ ਤੇ ਆਪਾਂ ਗੁਰੂ ਸਾਹਿਬ ਬਖਸ਼ਿਸ਼ ਕਰਨ ਤੇ ਆਪਾਂ ਉਹਨਾਂ ਨੂੰ ਉਹ ਐਗਰੀ ਕਰ ਗਏ ਨੇ ਅਗਲੀ ਵਾਰੀ ਆਉਣ ਦਾ, ਤੇ ਆਪਾਂ ਉਹਨਾਂ ਦਾ ਸੈਸ਼ਨ ਕਰਾਂਗੇ ਜੀ ਅਗਲੀ ਵਾਰੀ। ਆਪਾਂ ਵਾਈਂਡ ਅਪ ਕਰੀਏ ਜੀ, ਫਤਿਹ ਬੁਲਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰਦੀਪ ਜੀ ਇੱਕ ਲਾਸਟ ਅਨਾਉਂਸਮੈਂਟ ਕਰ ਦਿਓ। ਬੰਦ ਕਰਨ ਤੋਂ ਪਹਿਲਾਂ ਮੈਂ ਸੋਚ ਰਹੀ ਸੀ ਕਿ ਵੀਰ ਜੀ ਨੇ ਬਹੁਤ ਕੁਝ ਐਗਜ਼ਾਮਪਲ ਦਿੱਤੇ ਨੇ ਆਸਾ ਦੀ ਵਾਰ ਤੋਂ। ਸੋ ਵੀਰ ਜੀ ਮੈਂ ਤੁਹਾਨੂੰ ਰਿਕੁਐਸਟ ਕਰਨੀ ਹੈ ਕਿ ਤੁਸੀਂ ਆਸਾ ਦੀ ਵਾਰ ਟੇਕ ਅਪ ਕਰੋ ਪਲੀਜ਼। ਵੀਰ ਜੀ ਤੁਸੀਂ ਬਹੁਤ ਹੀ ਵਧੀਆ ਐਗਜ਼ਾਮਪਲਸ ਦੇ ਕੇ ਸਾਨੂੰ ਸਮਝਾਇਆ ਹੈ ਜੋ ਸਾਡੇ ਦਿਮਾਗ ਵਿੱਚ ਬਿਲਕੁਲ ਪੈ ਗਿਆ। ਅੱਛਾ ਲੱਗਿਆ ਕਿ ਤੁਹਾਡੇ ਨਾਲ ਸਾਡੀ ਸਾਂਝ ਕਰਕੇ ਤੁਹਾਡਾ ਸੁਣ ਕੇ ਸਾਡਾ ਲੈਕਚਰ ਬਹੁਤ ਹੀ ਸਾਨੂੰ ਹੋਰ ਵੀ ਗਿਆਨ ਆਇਆ ਹੈ, ਬਹੁਤ ਹੀ ਅੱਛਾ ਲੱਗਾ। ਪ੍ਰਦੀਪ ਸਿੰਘ ਜੀ ਅਨਾਉਂਸਮੈਂਟ ਕਰ ਦਿਓ, ਕਲਾਸਾਂ ਦੀ ਅਨਾਉਂਸਮੈਂਟ ਕਰ ਦਿਓ, ਕਿ ਸੇਵਾਵਾਂ ਦੀ ਅਨਾਉਂਸਮੈਂਟ ਕਰ ਦਿਓ, ਕੋਈ ਸੰਗਤ ਵਿੱਚ ਨੰਬਰ ਅਨਾਉਂਸ ਕਰ ਦਿਓ ਤਾਂ ਕਿ ਕੋਈ ਵੀ ਸੰਗਤ। ਮੈਨੂੰ ਪੂਨੇ ਦੇ ਇੱਕ ਵੀਰ ਦਾ ਫੋਨ ਵੀ ਆਇਆ ਸੀ, ਅਸੀਂ ਸਹਿਜ ਪਾਠ ਦੀਆਂ ਸੈਂਚੇ ਵੀਰ ਜੀ ਅਗਰ ਤੁਸੀਂ ਉੱਥੇ ਕਰਨਾ ਚਾਹੋ ਤੁਹਾਨੂੰ ਸੈੱਟ ਭੇਜ ਦਾਂਗੇ, ਪੂਰੇ 100-200 ਸੈੱਟ ਭੇਜ ਦਾਂਗੇ ਪੂਰੇ ਪੂਨੇ ਦੇ ਵਿੱਚ। ਤੁਸੀਂ ਅਗਰ ਪਟਾਉਣ ਜੋੜੋ ਤੇ ਸੈਂਚੀਆਂ ਦਾ ਤੁਹਾਨੂੰ ਪੂਰਾ ਟਰੱਕ ਭਰ ਕੇ ਭੇਜ ਦਾਂਗੇ ਜੇ ਤੁਸੀਂ ਗੁੰਮ ਕਰੋਗੇ। ਜੀ ਵੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ। ਪ੍ਰਦੀਪ ਜੀ ਅਨਾਉਂਸ ਕਰ ਦਿਓ ਇੱਕ ਵਾਰੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ। ਜਿਵੇਂ ਕਿ ਸਭ ਤੋਂ ਪਹਿਲੇ ਮਤਲਬ ਸਮੂਹ ਸੰਗਤ ਦਾ ਬਹੁਤ ਬਹੁਤ ਧੰਨਵਾਦ ਜੀ, ਜਿਨ੍ਹਾਂ ਨੇ ਆ ਕੇ ਗੁਰਬਾਣੀ ਦੇ ਨਾਲ ਮਤਲਬ ਆਪ ਜੁੜੇ ਤੇ ਸਾਨੂੰ ਵੀ ਜੁੜਨ ਦਾ ਮੌਕਾ ਬਖਸ਼ਿਆ ਜੀ। ਤੇ ਜਿਵੇਂ ਕਿ ਆਪ ਜੀ ਨੂੰ ਪਤਾ ਹੈ ਵਿਵੇਕ ਟਰਸਟ ਵੱਲੋਂ ਕਲਾਸਾਂ ਲੱਗਦੀਆਂ ਹੈ। ਮੰਗਲਵਾਰ ਦੀ ਕਲਾਸ ਫਿਕਸ ਕਾਫੀ ਲੰਬੇ ਟਾਈਮ ਤੇ ਹੈਗੀ ਹੈ। ਇਸ ਦੇ ਇਲਾਵਾ ਫਰਾਈਡੇ, ਬੁੱਧਵਾਰ, ਵੈਡਨਸਡੇ 5 ਤੋਂ 6 ਸੁਖਮਨੀ ਸਾਹਿਬ ਦੀ ਵਿਚਾਰ ਹੁੰਦੀ ਹੈ। ਔਰ ਇਸ ਕਲਾਸ ਦੇ ਅੰਦਰ ਜਿਨ੍ਹਾਂ ਨੂੰ ਪੰਜਾਬੀ ਘੱਟ ਆਉਂਦੀ ਹੈ ਉਹਨਾਂ ਵਾਸਤੇ ਵੀ ਇਹ ਕਲਾਸ ਹੈਗੀ ਹੈ। ਉਸ ਕਲਾਸ ਦੇ ਅੰਦਰ ਥੋੜਾ ਜਿਹਾ ਸਿੰਪਲ ਤਰੀਕੇ, ਕਿਉਂਕਿ ਉਸਦੇ ਨਾਲ ਨਾ ਕੋਟਾ ਰਾਜਸਥਾਨ ਤੇ ਆਗਰਾ ਤੇ ਉਹ ਸੰਗਤ ਵੀ ਥੋੜੀ ਜੁੜੀ ਹੋਈ ਹੈਗੀ ਹੈ ਤੇ ਉਹ ਆਪ ਜੀ। ਉਸ ਤੋਂ ਇਲਾਵਾ ਪੰਜਾਬੀ ਦੀ ਕਲਾਸ 6:30 ਤੋਂ ਲੈ ਕੇ 7:10 ਤੱਕ ਲੱਗਦੀ ਹੈ ਜੀ ਫਰਾਈਡੇ। ਉਹਦੇ ਅੰਦਰ ਪੰਜਾਬੀ ਸਿਖਾਈ ਜਾਂਦੀ ਹੈ। ਇਸ ਤੋਂ ਇਲਾਵਾ ਕਦੇ ਵੀ ਕਿਸੇ ਵੀਰ ਭੈਣ ਨੂੰ ਸੰਥਿਆ ਲੈਣ ਦੀ ਲੋੜ ਹੈ, ਕਿਸੇ ਵੀ ਕਲਾਸ ਦੀ ਲੋੜ ਹੈ, ਆਪ ਜੀ ਫੋਨ ਕਰ ਸਕਦੇ ਹੋ, ਫੋਨ ਕਰਕੇ ਟਾਈਮ ਲੈ ਸਕਦੇ ਹੋ। ਔਰ ਜਿੰਨੀ ਕੋ ਸਾਨੂੰ ਸਮਰੱਥਾ ਹੈ ਉਸ ਦੇ ਹਿਸਾਬ ਦੇ ਨਾਲ ਜੋ ਕੁਝ ਵੀ ਆਪ ਜੀ ਕੁਝ ਪੁੱਛਣਾ ਚਾਹੋਗੇ ਉਹ ਅਸੀਂ ਕੋਸ਼ਿਸ਼ ਕਰਾਂਗੇ ਉਹਦੇ ਬਾਰੇ ਕਿ ਦੱਸਣ ਦੀ ਸਾਂਝ ਪਾਈਏ, ਆਪਾਂ ਆਪਸ ਦੇ ਅੰਦਰ ਗੱਲ ਕਰੀਏ। ਤੇ ਇਹ ਸਾਰੀ ਸੇਵਾ ਸਾਰੀ ਭੇਟਾ ਰਹਿਤ ਹੁੰਦੀਆਂ ਹੈ, ਇਹਦੀ ਕੋਈ ਸੇਵਾ ਨਹੀਂ ਹੁੰਦੀ। ਸੈਂਚੀਆਂ ਭੇਟਾ ਰਹਿਤ ਮਿਲਦੀਆਂ ਹੈ। 4 ਪਾਰਟ ਵਾਲੀ ਪੋਥੀ ਹੈਗੀ ਜਿਹਨੂੰ ਸ਼ਬਦਾਰਥ ਪੋਥੀ ਕਹਿੰਦੇ ਨੇ, 2 ਪਾਰਟ ਵਾਲੀ ਪੋਥੀ ਹੈਗੀ ਜਿਹਨੂੰ ਸੰਧਿਆ ਪੋਥੀ ਕਹਿੰਦੇ ਨੇ, ਔਰ ਹਿੰਦੀ ਦੀ ਪੋਥੀ ਵੀ ਆਪਣੇ ਕੋਲ ਹੈਗੀ ਹੈ। ਇਸ ਤੋਂ ਇਲਾਵਾ ਸਟੀਕਾਂ ਕੁਝ ਸਾਡੇ ਕੋਲ ਹੈਗੀਆਂ, ਜਿਵੇਂ ਆਸਾ ਕੀ ਵਾਰ ਹੈ, ਜਪਜੀ ਸਾਹਿਬ ਹੈ, ਸੁਖਮਨੀ ਸਾਹਿਬ ਦੀ ਸਟੀਕ ਹੈ, ਸਿੱਧ ਗੋਸ਼ਟ ਹੈ, ਇਹ ਵੀ ਸਾਡੇ ਕੋਲੋਂ ਮਿਲਦੀਆਂ। ਆਪ ਜੀ ਕਦੇ ਵੀ ਜਦੋਂ ਵੀ ਕਿਸੇ ਨੂੰ ਚਾਹੀਦੀ ਹੈ ਕਿਸੇ ਵੀ ਏਰੀਆ ਦੇ ਅੰਦਰ ਆਪ ਜੀ ਲੈ ਸਕਦੇ ਹੋ ਜੀ। ਤੇ ਇੰਨੇ ਕੀ ਬੇਨਤੀ ਪ੍ਰਵਾਨ ਕਰਨਾ ਜੀ। ਦਾਸ ਦਾ ਨੰਬਰ ਹੈਗਾ 8802859942। मैं दोबारा फिर रिपीट कर देना 8802859942। ਇਹਦੇ ਨਾਲ ਹੀ ਵੀਰ ਜੀ ਦਾ, ਹਰਵਿੰਦਰ ਸਿੰਘ ਵੀਰ ਜੀ ਦਾ ਬਹੁਤ ਬਹੁਤ ਧੰਨਵਾਦ ਜੀ।
ਜਿਨ੍ਹਾਂ ਨੇ ਦਰਸ਼ਨ ਦੇ ਕੇ ਸੰਗਤ ਨੂੰ ਨਿਹਾਲ ਕੀਤਾ ਹੈ। ਇਸ ਤੋਂ ਇਲਾਵਾ ਸਾਰੇ ਹੀ ਵੀਰ ਭੈਣ ਜਿੰਨੇ ਵੀ ਆਏ ਹੈਗੇ ਆ, ਉਹਨਾਂ ਦਾ ਸਾਰਿਆਂ ਦਾ ਦਿਲ ਤੇ ਧੰਨਵਾਦ ਹੈ ਜੀ, ਸਭ ਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਗੱਲ ਕਰਨੀ ਹੈ ਕੋਈ? ਸਰਨੈਲ ਸਿੰਘ ਵੀਰ ਜੀ ਕੋਈ ਗੱਲ ਕਰਨੀ ਹੈ? ਗੱਲ ਤਾਂ ਨਹੀਂ ਕਰੀ, ਬਸ ਉਹਦੇ ਵਾਸਤੇ ਪੁੱਛਣਾ ਜੀ, ਜਿਹੜਾ ਨਹਾਉਣ ਵੇਲੇ ਜਦੋਂ ਕਿਰਪਾਨ ਉੱਪਰ ਬੰਦੇ ਨੇ, ਮੈਂ ਅੱਜ ਤੱਕ ਨਹੀਂ ਬੰਨੀ ਉੱਪਰ, ਉਹੀ ਪੁੱਛਣਾ ਸੀ ਮੈਂ। ਵੀਰ ਜੀ ਜਵਾਬ ਦਿਓ, ਅਵਿੰਦਰ ਵੀਰ ਜੀ ਜਵਾਬ ਦਿਓ ਹੁਣ। ਇਹ ਟੌਪਿਕ ਨਾ ਮੈਂ ਸਮਝਦਾ ਕਿ ਇੱਕ ਵੱਖਰਾ ਟੌਪਿਕ ਇੱਕ ਦਿਨ ਰੱਖ ਲਓ। ਮੈਨੂੰ ਵੀ ਇਹੀ ਲੱਗਦਾ ਹੈ, ਮੈਨੂੰ ਪਤਾ ਕੀ ਲੱਗਦਾ ਹੈ, ਮੈਂ ਗੱਲ ਕਰਾਂ ਦੀ ਗੱਲ ਆਪ ਜੀ ਦੇ ਸਾਹਮਣੇ ਰੱਖ ਦਿੰਨਾ ਸਭ ਦੇ। ਪਤਾ ਕੀ ਹੈ, ਜਦੋਂ ਇਸ ਤਰ੍ਹਾਂ ਦੀ ਕਲਾਸ ਹੋਏ ਨਾ, ਜੋ ਇੰਨੀ ਮਤਲਬ ਗੁਰਬਾਣੀ ਦੇ ਨਾਲ ਚੱਲ ਰਹੀ ਹੋਏ, ਉਸਦੇ ਅੰਦਰ ਜੋ ਕੁਐਸਚਨ ਹੋਏ, ਮੈਨੂੰ ਲੱਗਦਾ ਗੁਰਬਾਣੀ ਸੰਬੰਧਿਤ ਹੀ ਕੁਐਸਚਨ ਹੋਏ ਤੇ ਜ਼ਿਆਦਾ ਵਧੀਆ ਹੈ, ਉਹਦਾ ਸਾਨੂੰ ਜ਼ਿਆਦਾ ਬੈਨੀਫਿਟ। आवाज नहीं आ रही वीर जी? ਵੀਰ ਜੀ ਸਾਇਲੈਂਟ ਹੋ ਗਏ ਜੀ। ਅਨਮਿਊਟ ਕਰੋ ਪ੍ਰਦੀਪ ਜੀ। ਹਾਂ ਜੀ ਠੀਕ ਹੈ। आवाज नहीं आ रही प्रदीप जी ਤੁਹਾਡੀ। ਆ ਗਈ। ਤੇ ਮੈਂ ਇਹ ਕਹਿ ਰਿਹਾ ਕਿ ਜੇ ਅਸੀਂ ਇਸ ਤਰ੍ਹਾਂ ਕਰਦੇ ਹਾਂ, ਮੰਨ ਲਓ ਅਗਰ ਅਸੀਂ ਸਿਰ ਤੇ ਨਹੀਂ ਬੰਨਦੇ ਉਹਨੂੰ, ਵੈਸੇ ਕਰਮਕਾਂਡ ਨਹੀਂ ਮੈਂ ਕਹਿ ਰਿਹਾ, ਜੇ ਸਿਰ ਤੇ ਨਹੀਂ ਬੰਨਦੇ, ਪਾਣੀ ਤੇ ਨਹੀਂ ਬਚਾਉਂਦੇ, ਲਟਕਾ ਕੇ ਤੁਸੀਂ ਨਹਾਓਗੇ ਅਗਰ ਕਿਰਪਾਨ ਨੂੰ, ਪਾਣੀ ਭਰ ਜਾਏਗਾ, पानी भरेगा, जंग लगेगा, किरपान खुलेगी नहीं। सारा कुछ मतलब बहुत सारी चीजें आप ही तुसी देख सकते हो। किरपान नू सेफ रखने वास्ते अगर तुसी बंद भी लेना कोई गल नहीं, वो सिर्फ पानी ते बचाने वास्ते ही मैनू लगता है रखने, नहीं तो कोई कर्मकांड नहीं है। ठीक है जी। और अपने शरीर से अलग नहीं करते लोग बस। जी क्लियर है सरनाल सिंह वीर जी? हाँ जी क्लियर आ गया, क्लियर। ठीक है ठीक है। क्लास की समाप्ति है जी। वाहिगुरु जी का खालसा, ਵਾਹਿਗੁਰੂ ਜੀ ਕੀ ਫਤਿਹ। ਬਹੁਤ ਧੰਨਵਾਦ ਸੰਗਤ ਦਾ ਤੇ ਗੁਰੂ ਸਾਹਿਬ ਦਾ ਤੇ ਵੀਰ ਜੀ ਦਾ। ਵਾਹਿਗੁਰੂ ਸਾਹਿਬ।